ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਨਾਸਿਰੋ ਮਨਸੂਰ ਗੁਰ ਗੋਬਿੰਦ ਸਿੰਘ। ਏਸ ਦੀ ਮਨਸੂਰ ਗੁਰ ਗੋਬਿੰਦ ਸਿੰਘ। ਹਕ ਰਾਗੰ ਜੂਰ ਗੁਰ ਗੋਬਿੰਦ ਸਿੰਘ। ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ। ਗੁਰ ਗੋਬਿੰਦ ਸਿੰਘ। ਕੱਲ ਵਾਲਾ ਪਾਠ ਪੜ੍ਹ। ਵਾਹਿਗੁਰੂ ਜੀ। ਨਮੋ ਰੋਗ ਹਰਤਾ ਨਮੋ ਰਾਗ ਰੂਪੇ। ਨਮੋ ਸਹਾ ਸਹੰ ਨਮੋ ਭੂਪ ਭੂਪੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰਥ ਸਾਹਿਬ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੋ ਕੇ ਤਿਆਗੀਆਂ ਵੈਰਾਗੀਆਂ ਤਪਸਵੀਆਂ ਦੇ ਇਸ ਸਥਾਨ 'ਤੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਆਪ ਜੀ ਨੇ ਰਸ ਪਿੰਡਾ ਅੰਮ੍ਰਿਤ ਕੀਰਤਨ ਸਰਵਨ ਕੀਤਾ। ਸਮਾਜਿਕ ਪਹਿਲੂ ਤੋਂ ਵੀ ਸੋਚੀਏ ਕਿ ਜਿਸ ਨੂੰ ਆਪਣਾ ਵੱਡਾ ਮੰਨ ਲਈਏ। ਵੱਡਾ ਤੇ ਉਹ ਹੈ ਜਿਸ ਨੂੰ ਵੱਡਾ ਪ੍ਰਵਾਨ ਕਰ ਲਈਏ। ਜੇ ਨਾ ਪ੍ਰਵਾਨ ਕਰੀਏ, ਪਿਤਾ ਵੀ ਵੱਡਾ ਹੈ, ਮਾਤਾ ਵੀ ਵੱਡੀ ਹੈ, ਦਾਦਾ ਵੀ ਵੱਡਾ ਹੈ, ਦਾਦੀ ਵੀ ਵੱਡੀ ਹੈ, ਚਾਚੇ ਤਾਏ ਸਭ ਬਜ਼ੁਰਗ ਹਨ, ਸਭ ਵਡੇਰੇ ਹਨ। ਪਰ ਜਿਹੜੇ ਆਪਣੇ ਮਾਤਾ ਪਿਤਾ ਨੂੰ ਆਪਣੇ ਤੋਂ ਵੱਡਾ ਨਹੀਂ ਮੰਨਦੇ, ਉਹਨਾਂ ਨੇ ਹੋਰ ਭਲਾ ਕਿਸੇ ਨੂੰ ਕੀ ਵੱਡਾ ਮੰਨਣਾ। ਤੇ ਜਦੋਂ ਕਿਸੇ ਨੂੰ ਅਸੀਂ ਵੱਡਾ ਪ੍ਰਵਾਨ ਕਰ ਲੈਣਾ, ਬੇਸ਼ੱਕ ਉਮਰ ਵਿੱਚ ਛੋਟਾ ਵੀ ਕਿਉਂ ਨਾ ਹੋਵੇ, ਪਰ ਅਸੀਂ ਉਸ ਨੂੰ ਵੱਡਾ ਮੰਨ ਲਿਆ, ਉਸ ਨੂੰ ਵੱਡਾ ਪ੍ਰਵਾਨ ਕਰ ਲੀਤਾ ਹੈ। ਜੋ ਖਿਆਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਬਿਆਨ ਕੀਤਾ ਹੈ, ਇਹੋ ਖਿਆਲ ਹੀ ਮਹਾਨ ਸ਼ੇਖ ਸਾਦੀ ਨੇ ਸ਼ਾਇਦ ਮਹਾਨ ਵਿਚਾਰਕ ਚਿੰਤਕ ਤੇ ਫਿਲਾਸਫਰ ਗੁਰਮਤਿ ਫਿਲਾਸਫਰ ਭਾਈ ਗੁਰਦਾਸ ਜੀ ਦੇ ਵਿਚਾਰ ਦੀ ਪੁਸ਼ਟੀ ਕੀਤੀ ਹੈ। ਉਹ ਕਹਿੰਦੇ ਨੇ ਬਜ਼ੁਰਗੀ ਉਮਰਾਂ ਨਾਲ ਨਹੀਂ, ਵਡੱਪਨ ਉਮਰਾਂ ਨਾਲ ਨਹੀਂ, ਵਡੇਰਾਪਨ ਉਮਰਾਂ ਦੇ ਨਾਲ ਨਹੀਂ, ਵਡੱਪਨ ਤਾਂ ਅਕਲ ਦੇ ਨਾਲ ਹੈ। ਬਜ਼ੁਰਗੀ ਜਿਹੜੀ ਹੈ ਅਕਲਾਂ ਦੇ ਨਾਲ ਹੈ। ਸਰੀਰ ਦੀਆਂ ਉਮਰਾਂ ਦੇ ਹਿਸਾਬ ਕਿਤਾਬ ਨਾਲ ਵਡੱਪਨ ਨਹੀਂ ਹੈ। ਇੱਕ ਪਾਸੇ ਸਮੇਂ ਦਾ ਅਵਤਾਰ ਹੈ, ਰਾਜਾ ਵੀ ਹੈ। ਰਾਜਾ ਹੋਣਾ ਹੀ ਬਹੁਤ ਵੱਡੀ ਗੱਲ ਹੈ।
ਰਾਜਾ ਬਣਨਾ ਹੀ ਵੱਡੀ ਗੱਲ ਹੈ, ਵੱਡੀ ਮਹਾਨਤਾ ਹੈ। ਪਰ ਇਹ ਵੀ ਵਿਚਾਰਾਂ ਮਿਲਦੀਆਂ ਨੇ ਕਿ ਇੱਕ ਰਿਸ਼ੀ ਨੂੰ ਜਦੋਂ ਪ੍ਰਭੂ ਦੰਡ ਦੇਣ ਲੱਗੇ ਕਿ ਤੂੰ ਰਿਸ਼ੀ ਹੋ ਕੇ, ਤੂੰ ਤਿਆਗੀ ਹੋ ਕੇ, ਧਾਰਮਿਕ ਹੋ ਕੇ, ਪਰਮਾਤਮਾ ਨੂੰ ਮੰਨਣ ਵਾਲਾ ਹੋ ਕੇ ਜੋ ਗਲਤੀ ਕੀਤੀ ਹੈ, ਉਹਦਾ ਤੈਨੂੰ ਦੰਡ ਦੇਣਾ ਹੈ। ਤੇ ਦੰਡ ਲੈਣ ਵਾਲੇ ਨੇ ਸੋਚਿਆ ਕਿ ਦੰਡ ਮੇਰੀ ਮਰਜ਼ੀ ਨਾਲ ਮਿਲੇ। ਅਸੀਂ ਬਹੁਤ ਇਹੋ ਹੀ ਸੋਚਦੇ ਹਾਂ, ਪ੍ਰਭੂ ਜੋ ਕੁਝ ਦੇਵੇ ਸਾਡੀ ਮਰਜ਼ੀ ਮੁਤਾਬਿਕ ਦੇਵੇ। ਪਰ ਬ੍ਰਹਮ ਪਰਮੇਸ਼ਵਰ ਕਿਸੇ ਨੂੰ ਬੇਟੀ ਦੇਣਾ ਚਾਹੁੰਦਾ ਹੈ, ਪਰ ਅਸੀਂ ਕਹਿੰਦੇ ਹਾਂ ਨਹੀਂ, ਬੇਟਾ ਦੇ ਸਾਨੂੰ। ਪਰ ਬ੍ਰਹਮ ਪਰਮੇਸ਼ਵਰ ਕਿਸੇ ਨੂੰ ਨਾਮ ਧਨ ਦੇਣਾ ਚਾਹੁੰਦਾ ਹੈ, ਪਰ ਅਸੀਂ ਕਹਿੰਦੇ ਹਾਂ ਨਹੀਂ, ਸਾਨੂੰ ਕੌਡੀਆਂ ਦਾ ਧਨ ਚਾਹੀਦਾ ਹੈ। ਪਰ ਬ੍ਰਹਮ ਪਰਮੇਸ਼ਵਰ ਕਿਸੇ ਨੂੰ ਹੀਰੇ ਰਤਨ ਜਵਾਹਰਾਤ ਦੇਣਾ ਚਾਹੁੰਦਾ ਹੈ, ਪਰ ਅਸੀਂ ਕਹਿੰਦੇ ਹਾਂ ਨਹੀਂ, ਅਸੀਂ ਤਾਂ ਰੇਤੇ ਦੀ ਖੇਲ ਖੇਲਣੀ ਹੈ, ਰੇਤੇ ਦੀ ਟੋਕਰੀ ਭਰ ਕੇ ਦੇ ਦੇ। ਪਰਮੇਸ਼ਵਰ ਕਿਸੇ ਨੂੰ ਤਪ ਦਾ, ਕਿਸੇ ਨੂੰ ਜਪ ਦਾ, ਸੇਵਾ ਦਾ ਸੁੱਖ ਦੇਣਾ ਚਾਹੁੰਦਾ ਹੈ, ਪਰ ਅਸੀਂ ਕਹਿੰਦੇ ਹਾਂ ਨਹੀਂ, ਦੁਨੀਆ ਦਾ ਸੁੱਖ ਦੇ। ਇਹ ਵੀ ਭਲਾ ਕੋਈ ਸੁੱਖ ਹੈ? ਅਸੀਂ ਜੋ ਕੁਝ ਮੰਗਦੇ ਹਾਂ ਆਪਣੀ ਮਰਜ਼ੀ ਨਾਲ ਮੰਗਦੇ ਹਾਂ। ਇਸ ਰਿਸ਼ੀ ਨੇ ਵੀ ਮੰਗ ਕੀਤੀ ਸੀ, ਜੀ ਜ਼ਰੂਰ ਦੰਡ ਦਿਓ। ਤੁਹਾਡੇ ਦੰਡ ਤੋਂ ਭਲਾ ਕੌਣ ਇਨਕਾਰੀ ਹੋ ਸਕਦਾ ਹੈ? ਜਿਸ ਨੂੰ ਤੁਸੀਂ ਦੰਡ ਦੇਣਾ ਚਾਹੋ ਉਹਨੂੰ ਦੰਡ ਤੋਂ ਬਚਾਵੇ ਕੌਣ? ਪਰ ਕਿਰਪਾ ਕਰਨਾ, ਮੈਨੂੰ ਇਸ ਤਰੀਕੇ ਦੇ ਨਾਲ ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਮੈਨੂੰ ਆਹ ਦੰਡ ਨਾ ਦੇਣਾ। ਕਿਆ ਦੰਡ? ਕਿ ਮੈਨੂੰ ਕਲਯੁਗ ਦਾ ਰਾਜਾ ਨਾ ਬਣਾਣਾ, ਮੈਨੂੰ ਕਲਯੁਗ ਦੀ ਹਕੂਮਤ ਨਾ ਦੇਣਾ, ਮੈਂ ਕਲਯੁਗ ਵਿੱਚ ਰਾਜਾ ਨਾ ਬਣਾ, ਮੇਰੇ ਤੇ ਇਹ ਕਿਰਪਾਲਤਾ ਕਰਨੀ। ਪਰ ਪਾਰ ਬ੍ਰਹਮ ਪਰਮੇਸ਼ਵਰ ਕਹਿਣ ਲੱਗੇ ਤੇਰੀ ਮਰਜ਼ੀ ਤਾਂ ਨਹੀਂ ਚੱਲੇਗੀ, ਰਾਜਾ ਹੀ ਬਣਾਵਾਂਗੇ, ਪਰ ਬਣਾਵਾਂਗੇ ਤੈਨੂੰ ਕਲਯੁਗ ਦਾ ਰਾਜਾ। ਸੋਚੀਦਾ ਹੈ ਜਦੋਂ ਇਹ ਘਟਨਾਵਾਂ ਪੜ੍ਹੀ ਦੀਆਂ ਨੇ ਕਿ ਕੁਝ ਲੋਕ ਅਰਦਾਸ ਕਰਦੇ ਸਨ, ਪ੍ਰਭੂ ਤੋਂ ਮੰਗਦੇ ਸਨ ਕਿ ਕਲਯੁਗ ਦੇ ਰਾਜੇ ਨਾ ਬਣਾਣਾ। ਪਰ ਹੁਣ ਤਾਂ ਅਸੀਂ ਇਸੇ ਯੁੱਗ ਵਿੱਚ, ਇਸੇ ਯੁੱਗ ਦੇ ਰਾਜੇ ਹਰ ਕੋਈ ਬਣਨਾ ਚਾਹੁੰਦਾ ਹੈ। ਇਸੇ ਯੁੱਗ ਦਾ ਰਾਜਾ ਹਰ ਇਨਸਾਨ ਬਣਨਾ ਚਾਹੁੰਦਾ ਹੈ। ਕੋਈ ਵੱਡਾ ਹੈ, ਕੋਈ ਛੋਟਾ ਹੈ, ਕੋਈ ਸਿਆਣਾ ਹੈ, ਕੋਈ ਨਿਮਾਣਾ ਹੈ। ਇਸ ਪਹਿਲੂ ਦਾ ਕਦੇ ਸਾਨੂੰ ਖਿਆਲ ਨਹੀਂ ਆਉਂਦਾ। ਰਾਜੇ ਵੀ ਸਨ ਦੁਆਪਰ ਦੇ, ਤੇ ਨਾਲ ਨਾਲ ਸਮੇਂ ਦੇ ਅਵਤਾਰ ਵੀ ਸਨ। ਪਰ ਜਦੋਂ ਸੁਦਾਮੇ ਦਾ ਵੱਡਪਨ ਮੰਨ ਹੀ ਲਿਆ ਤੇ ਵੱਡੇ ਦਾ ਸਤਿਕਾਰ ਕਿਵੇਂ ਕਰਨਾ ਹੈ, ਅਦਬ ਕਿਵੇਂ ਕਰਨਾ ਹੈ, ਇਹ ਸਮਝਾਇਆ ਭਗਵਾਨ ਕ੍ਰਿਸ਼ਨ ਜੀ ਨੇ। ਤੇ ਜਿਸ ਨੂੰ ਕਲਮ ਬੰਦ ਕੀਤਾ ਭਾਈ ਗੁਰਦਾਸ ਜੀ ਨੇ। ਕਾਸ਼ ਅੱਜ ਦੇ ਯੁੱਗ ਅੰਦਰ ਛੋਟੇ ਇਹ ਸਮਝ ਲੈਣ ਵੱਡਿਆਂ ਦਾ ਕਿਵੇਂ ਸਤਿਕਾਰ ਕਰਨਾ ਹੈ, ਬਜ਼ੁਰਗਾਂ ਦਾ ਅਦਬ ਕਿਵੇਂ ਕਰਨਾ ਹੈ, ਤਾਂ ਸਮਾਜ ਵਿੱਚ ਬੜਾ ਅੱਛਾ ਚੰਗੇਰਾ ਵਾਤਾਵਰਨ ਬਣ ਸਕਦਾ ਹੈ। ਆਪ ਨੇ ਸਰਵਨ ਕੀਤਾ ਹੈ ਤੇ ਆਨੰਦ ਵੀ ਮਾਣਿਆ। ਸਤਿਗੁਰੂ ਬਖਸ਼ਿਸ਼ ਕਰੇ ਸਾਨੂੰ ਗੁਣਵਾਨਾਂ, ਵਿਦਵਾਨਾਂ, ਬਜ਼ੁਰਗਾਂ ਦਾ ਸਤਿਕਾਰ ਅਤੇ ਸਨਮਾਨ ਕਰਨ ਦੀ ਬਖਸ਼ਿਸ਼ ਕਰੇ। ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਰੋਗਾਂ ਤੇ ਸ਼ੋਗਾਂ ਦਾ ਨਾਸ਼ਕ ਵਰਣਨ ਕਰਦੇ ਹਨ, ਔਰ ਬਹੁਤ ਥਾਵਾਂ ਤੇ ਵਰਣਨ ਕੀਤਾ ਹੈ। ਅਕਾਲ ਉਸਤਤ ਵਿੱਚ ਵੀ ਉਹ ਵਰਣਨ ਕਰਨਗੇ ਰੋਗਨ ਤੇ, ਅਰ ਸੋਗਨ ਤੇ, ਜਲ ਜੋਗਨ ਤੇ, ਬਹੁ ਭਾਂਤ ਬਚਾਵੇ। 70 ਅਨੇਕ ਚਲਾਵਤ ਘਾਵ, ਤਉ ਤਨ ਏਕ ਨ ਲਾਗਨ ਪਾਵੈ। ਰਾਖਤ ਹੈ ਆਪਨੋ ਕਰ ਦੈ ਕਰ, ਪਾਪ ਸੰਭੂ ਨ ਭੇਟਨ ਪਾਵੈ। और की बात कहाँ के तो सो पेट ही के पट बीच बचावे। अकाल उस्तत दसम ग्रंथ गुरु गोबिंद सिंह जी। क्योंकि सारा संसार रोगी है, जो जो दिस है सो सो रोगी। रोग रहित मेरा सतगुर जोगी, पैरो महला पंजवा। जिस पासे देखोगे रोगी ही रोगी तुहानू विखाई देणगे। ਰੋਗੀ ਹੀ ਰੋਗੀ ਨਜ਼ਰ ਆਉਣਗੇ। ਕਿਸੇ ਨੂੰ ਤਨ ਦਾ ਰੋਗ ਹੈ ਤੇ ਕਿਸੇ ਨੂੰ ਮਨ ਦਾ ਰੋਗ ਹੈ।
ਸੰਤ ਕਵੀ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ। ਦੁਪਾਲਪੁਰ ਦੇ ਕੋਹੜੀ ਦੀ ਘਟਨਾ ਦਾ ਵਰਣਨ ਕਰਦਿਆਂ ਸਮਝਾਉਂਦੇ ਨੇ ਕਿ ਗੁਰੂ ਪਰਮੇਸ਼ਵਰ ਜੀ ਨੇ ਸਮਝਾਇਆ ਕੋਹੜੀ ਨੂੰ, ਨੂਰਿਆ ਸੱਚਮੁੱਚ ਤੂੰ ਨੂਰੀ ਹੋ ਸਕਦਾ ਹੈ, ਤੂੰ ਨੂਰੀ ਬਣ ਸਕਦਾ ਹੈ। ਹੁਣ ਵੀ ਤੇਰੇ ਮਸਤਕ ਤੇ ਮਾਲਕ ਦਾ ਨੂਰ ਰੌਸ਼ਨ ਹੋ ਸਕਦਾ ਹੈ, ਪਰ ਜੇ ਤੇਰਾ ਮਨ ਅਰੋਗ ਹੋ ਜਾਵੇ, ਜੇ ਤੇਰੇ ਮਨ ਦਾ ਕੋੜ ਮਿਟ ਜਾਵੇ। ਨੂਰਿਆ, ਜਦੋਂ ਤੱਕ ਆਦਮੀ ਦੇ ਮਨ ਨੂੰ ਕੋੜ ਨਾ ਹੋਵੇ, ਤਨ ਨੂੰ ਕੋੜ ਨਹੀਂ ਹੋ ਸਕਦਾ। ਹਰ ਮਨੁੱਖ ਦਾ ਮਨ ਪਹਿਲਾਂ ਰੋਗੀ ਹੁੰਦਾ ਹੈ, ਪਹਿਲਾਂ ਮਨ ਨੂੰ ਬਿਮਾਰੀਆਂ ਲੱਗਦੀਆਂ ਹਨ ਤੇ ਫਿਰ ਤਨ ਤੇ ਅਸਰ ਹੋ ਜਾਂਦਾ ਹੈ, ਤਨ ਤੇ ਪ੍ਰਭਾਵ ਹੋ ਜਾਂਦਾ ਹੈ। ਜਿਸ ਦਿਨ ਤੁਹਾਡਾ ਮਨ ਉਦਾਸ ਹੋਵੇਗਾ, ਸਾਰੀ ਰਾਤ ਨੀਂਦ ਨਹੀਂ ਆਵੇਗੀ, ਸਵੇਰੇ ਇਸ਼ਨਾਨ ਕਰਨ ਨੂੰ ਦਿਲ ਨਹੀਂ ਕਰੇਗਾ, ਨਾ ਉੱਠਣ ਨੂੰ ਦਿਲ ਕਰੇਗਾ। ਹਾਲਾਂਕਿ ਕੁਛ ਵੀ ਨਹੀਂ, ਸਰੀਰ ਨੂੰ ਬੁਖਾਰ ਨਹੀਂ, ਕੁਛ ਨਹੀਂ, ਪਰ ਅਸਰ ਹੈ। ਰਾਤ ਦੀ ਚਿੰਤਾ ਦਾ ਮਨ ਉੱਪਰ ਪ੍ਰਭਾਵ ਹੈ, ਮਨ ਉੱਪਰ ਅਸਰ ਹੈ। ਇਸ ਵਾਸਤੇ ਨੂਰਿਆ, ਪਹਿਲਾਂ ਮਨ ਦਾ ਕੋੜ ਨਿਵਰਤ ਕਰੀਏ, ਇਸ ਮਨ ਨੂੰ ਅਰੋਗ ਕਰ। ਜੀ ਮਨ ਦਾ ਕੋੜ ਕਿਵੇਂ ਮਿਟੇ? ਹਜ਼ੂਰ ਕਹਿਣ ਲੱਗੇ, ਬਾਣੀ ਸੁਣਿਆ ਕਰ, ਬਾਣੀ ਪੜਿਆ ਕਰ, ਸਿਮਰਨ ਕਰਿਆ ਕਰ, ਤੇਰੇ ਮਨ ਦਾ ਕੋੜ ਤਾਂ ਮਿਟੇਗਾ। ਇਸ ਤਰੀਕੇ ਨਾਲ ਹੋਰ ਕੋਈ ਤਰੀਕਾ ਮਨ ਦਾ ਕੋੜ ਮਿਟਾਉਣ ਵਾਸਤੇ ਨਹੀਂ। ਆ ਜਿਤਨੇ ਮੈਡੀਕਲ ਸਟੋਰਸ ਬਣੇ ਹੋਏ ਨੇ, ਉਹਨਾਂ ਸਭਨਾਂ ਵਿੱਚ ਤਨ ਦੇ ਰੋਗਾਂ ਦੀਆਂ, ਬਿਮਾਰੀਆਂ ਦੇ ਇਲਾਜ ਦੀਆਂ ਤੁਹਾਨੂੰ ਦਵਾਈਆਂ ਮਿਲਣਗੀਆਂ। ਮਨ ਨੂੰ ਅਰੋਗਤਾ ਦੇਣ ਵਾਲੀ ਦਵਾਈ ਕਿਤੇ ਕਿਸੇ ਸਟੋਰ ਤੋਂ ਨਹੀਂ ਮਿਲਣੀ, ਨਾ ਕਿਸੇ ਡਾਕਟਰ ਨੇ ਦੇਣੀ ਹੈ। ਹਾਂ, ਇਹ ਥਾਂ ਹੈ ਜਿੱਥੇ ਮਾਲਕ ਦਾ ਨਿਵਾਸ ਹੈ। ਸੱਚੇ ਪਾਤਸ਼ਾਹ ਇਹ ਰੋਗ ਨਿਵਰਤ ਕਰਦੇ ਨੇ ਤੇ ਉਹਨਾਂ ਦੇ ਚਰਨਾਂ ਵਿੱਚੋਂ ਦਵਾਈ ਮਿਲਦੀ ਹੈ, ਉਹ ਔਸ਼ਧੀ ਦਿੰਦੇ ਹਨ। ਜੇ ਕੋਈ ਖਾ ਲਵੇ, ਅੱਜ ਕੱਲ੍ਹ ਦੇਸੀ ਦਵਾਈਆਂ ਦਿਓ ਤੇ ਲੋਕ ਐਵੇਂ ਸੁੱਟ ਦਿੰਦੇ ਨੇ, ਖਾਂਦੇ ਹੀ ਨਹੀਂ। ਇਹਦੇ ਨਾਲ ਕੀ ਫਰਕ ਪੈਣਾ? ਇਹਦੇ ਨਾਲ ਕੀ ਸਾਨੂੰ ਅਰੋਗਤਾ ਪ੍ਰਾਪਤ ਹੋਣੀ ਹੈ? ਕੋਈ ਸਿਆਣਾ ਡਾਕਟਰ ਚਾਹੀਦਾ ਜਿਹੜਾ ਸਪੈਸ਼ਲਿਸਟ ਹੋਵੇ, ਜਿਹਨੇ ਬੜੀਆਂ ਲੰਬੀਆਂ ਚੌੜੀਆਂ ਡਿਗਰੀਆਂ ਕੀਤੀਆਂ ਹੋਈਆਂ ਹੋਣ। ਬਸ ਜਿਸ ਤਰ੍ਹਾਂ ਅਸੀਂ ਦੇਸੀ ਦਵਾਈਆਂ ਤੇ ਭਰੋਸਾ ਨਹੀਂ ਕਰਦੇ, ਉਸੇ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਭਰੋਸਾ ਨਹੀਂ ਕਰਦੇ। ਤਾਈਓ ਤੇ ਜਦੋਂ ਕੋਈ ਦੰਭੀ ਆ ਜਾਂਦਾ ਹੈ, ਜਦੋਂ ਕੋਈ ਪਖੰਡੀ ਆ ਜਾਂਦਾ ਹੈ, ਜਦੋਂ ਕੋਈ ਬਨਾਵਟਾਂ ਕਰਨ ਵਾਲਾ ਆ ਜਾਂਦਾ ਹੈ, ਕੋਈ ਫੂਕਾ ਮਾਰਨ ਵਾਲਾ ਆ ਜਾਵੇ, ਕੋਈ ਮੰਤਰ ਲਿਖ ਕੇ ਦੇਣ ਵਾਲਾ ਆ ਜਾਵੇ, ਕੋਈ ਕਤੰਤਰ ਲਿਖ ਕੇ ਦੇਣ ਵਾਲਾ ਆ ਜਾਵੇ, ਲੋਕ ਤੇ ਵਹੀਰਾਂ ਘੱਤ ਦਿੰਦੇ ਨੇ। ਇਸੇ ਹੀ ਇਲਾਕੇ ਵਿੱਚ 10 ਜਾਂ 5 ਪਾਉਂਡ ਦਾ ਖਾਲੀ ਬੋਤਲ ਪਾਣੀ ਦਾ ਵਿਕਦਾ ਰਿਹਾ ਹੈ। ਆ ਸ਼ਾਇਦ ਕੋਕ ਸਸਤਾ ਹੋਵੇਗਾ, ਇਹ ਤਾਂ ਮੈਨੂੰ ਪਤਾ ਨਹੀਂ ਕਿੰਨੇ ਦੀ ਬੋਤਲ ਮਿਲਦੀ ਹੈ, ਪਰ ਇੱਕ ਪਾਣੀ ਦੀ ਬੋਤਲ ਐਵੇਂ ਹੀ ਫੂਕ ਮਾਰ ਕੇ ਦੇ ਦੇਣੀ। ਔਰ ਸਾਡੀਆਂ ਭੋਲੀਆਂ ਭਾਲੀਆਂ ਭੈਣਾਂ ਨੇ, ਬੱਚੀਆਂ ਨੇ, ਮਾਤਾਵਾਂ ਨੇ ਕਹਿਣਾ, ਬਾ ਠੀਕ ਹੈ, ਬਾਬੇ ਨੇ ਮੰਤਰ ਕਰ ਦਿੱਤਾ ਹੈ, ਮੰਤਰ ਕੇ ਪਾਣੀ ਦੇ ਦਿੱਤਾ ਹੈ, ਬਸ ਹੁਣ ਸਾਰਾ ਕੁਝ ਠੀਕ ਹੋ ਜਾਵੇਗਾ। ਕਿਉਂਕਿ ਭਰੋਸਾ ਨਹੀਂ। ਅਸੀਂ ਚਾਹੁੰਦੇ ਹਾਂ ਕੋਈ ਬਨਾਵਟ ਕਰਨ ਵਾਲੇ, ਸਿੱਖੀ ਤੋਂ ਗੁੰਮਰਾਹ ਕਰਨ ਵਾਲੇ, ਬਾਣੀ ਤੋਂ ਦੂਰ ਲੈ ਜਾਣ ਵਾਲੇ ਸਪੈਸ਼ਲਿਸਟ ਹੋਣ, ਜਿਹੜੇ ਕਹਿਣ ਬਸ ਤੇਰੇ ਘਰ ਆ ਹੋ ਜਾਵੇਗਾ, ਤੇਰੇ ਘਰ ਉਹ ਹੋ ਜਾਵੇਗਾ, ਤੇ ਤੇਰੇ ਜੋ ਤੂੰ ਚਾਹਵੇਂਗਾ ਉਹ ਹੋ ਜਾਵੇਗਾ। ਪਰ ਇਹ ਜਿਹੜਾ ਅਸਾਂ ਤੈਨੂੰ ਮੰਤਰ ਦਿੱਤਾ ਹੈ, ਉਹਨੂੰ ਜਪਣਾ ਹੈ। ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜਾ ਨਾਮ ਮੰਤਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਉਹਦੇ ਨਾਲੋਂ ਵੀ ਹੋਰ ਕੋਈ ਵੱਡਾ ਮੰਤਰ ਹੋ ਸਕਦਾ ਹੈ? ਪਿਆਲਾ ਖੋ ਸ੍ਰੀ ਵਾਹਿਗੁਰੂ। ਤਾਂ ਬੇਨਤੀ ਕਰ ਰਹੇ ਸਾਂ, ਮਨ ਰੋਗੀ ਹੋ ਜਾਵੇ ਨੂਰਿਆ, ਸਰੀਰ ਤਾਂ ਆਪਣੇ ਆਪ ਰੋਗੀ ਹੋ ਜਾਂਦਾ ਹੈ। ਮਨ ਦਾ ਕੋੜ ਨਿਵਰਤ ਹੋ ਜਾਵੇ, ਪਹਿਲਾਂ ਮਨ ਕੋੜੀ ਹੁੰਦਾ ਹੈ ਤੇ ਫਿਰ ਸਰੀਰ ਕੋੜੀ ਹੋ ਜਾਂਦਾ ਹੈ। ਇਤਿਹਾਸ ਇਸ ਗੱਲ ਦਾ ਸਾਖੀ ਹੈ, ਜਨਮ ਸਾਖੀ ਇਸ ਗੱਲ ਦੀ ਗਵਾਹੀ ਦਿੰਦੀ ਏ। ਸਿਰਫ ਇੱਕ ਸ਼ਬਦ ਦਾ ਕੀਰਤਨ ਦਪਾਲਪੁਰ ਦੇ ਕੋਹੜੀ ਨੇ ਸੁਣਿਆ ਔਰ ਉਹਦਾ ਤਨ ਤੇ ਮਨ ਦੋਨਾਂ ਪ੍ਰਕਾਰ ਦਾ ਕੁਸ਼ਟ ਚਲਾ ਗਿਆ। ਅਸੀਂ ਸਾਰੀ ਬਾਣੀ ਵੀ ਸੁਣਦੇ ਹਾਂ, ਪਰ ਧਿਆਨ ਪਤਾ ਨਹੀਂ ਕਿਸ ਪਾਸੇ ਹੁੰਦਾ ਹੈ।
ਖਿਆਲ ਪਤਾ ਨਹੀਂ ਕਿਸ ਪਾਸੇ ਹੁੰਦਾ ਹੈ, ਮਨ ਦਾ ਲਗਾਓ ਪਤਾ ਨਹੀਂ ਕਿਸੇ ਪਾਸੇ ਹੁੰਦਾ ਹੈ। ਇਸ ਲਈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਜਾਂ ਸੁਣ ਕੇ ਵੀ ਸਾਡੇ ਤੇ ਤਨ ਦਾ ਕੋੜ ਨਹੀਂ ਮਿਟਦਾ, ਰੋਗ ਨਹੀਂ ਹਟਦਾ। ਮਨ ਦਾ ਰੋਗ ਕੀ ਹਟਣਾ ਹੈ? ਪਰ ਇਹ ਸਾਡੀ ਕਮਜ਼ੋਰੀ ਹੈ। ਮਨ ਤੇ ਤਨ ਦੀ ਅਰੋਗਤਾ ਬਖਸ਼ਿਸ਼ ਕਰਨ ਵਾਲੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮਜ਼ੋਰੀ ਨਹੀਂ। ਸਾਰਾ ਸੰਸਾਰ ਰੋਗੀ ਹੈ, ਕਿਉਂਕਿ ਲੱਕ ਝੁਕਿਆ ਹੋਇਆ ਹੈ। ਅੱਖਾਂ ਠੀਕ ਠੀਕ ਵੇਖਦੀਆਂ ਨਹੀਂ, ਕੰਨਾਂ ਨੂੰ ਸਾਫ਼ ਸੁਣਾਈ ਨਹੀਂ ਦਿੰਦਾ। ਤੇ ਸਮੇਂ ਦੀ ਮਹਾਨ ਸ਼ਖਸੀਅਤ ਨੇ ਕਾਹਲੀ ਨਾਲ ਦੌੜ ਕੇ ਪੁੱਛਿਆ, ਬਾਬਾ ਤੈਨੂੰ ਕੀ ਹੋ ਗਿਆ? ਉਹਨੇ ਆਖਿਆ, ਗੌਤਮ ਤੂੰ ਜਿਵੇਂ ਮੇਰੇ ਦੇਸ਼ ਦਾ, ਮੇਰੇ ਇਲਾਕੇ ਦਾ ਹੋਣ ਵਾਲਾ ਰਾਜਾ ਏ ਪੁੱਤਰ, ਮੇਰੀ ਉਮਰ ਤੈਨੂੰ ਲੱਗ ਜਾਵੇ। ਮੇਰਾ ਸਰੀਰ ਹੁਣ ਰੋਗੀ ਹੋ ਗਿਆ ਗੌਤਮ, ਕਿ ਇਹ ਰੋਗ ਹਟੇਗਾ ਨਹੀਂ? ਇਹ ਰੋਗ ਠੀਕ ਨਹੀਂ ਹੋ ਸਕਦਾ? ਕਹਿਣ ਲੱਗੇ, ਨਹੀਂ, ਇਹਨੇ ਰੋਗ ਤਾਂ ਇਸ ਰੋਗ ਨੇ ਤਾਂ ਵਧਣਾ ਹੀ ਵਧਣਾ। ਇਸ ਰੋਗ ਨੇ ਕੋਈ ਕਿਸੇ ਪ੍ਰਕਾਰ ਦਾ ਘਟਣਾ ਨਹੀਂ, ਇਹ ਵਧੇਗਾ। ਬਾਲ ਗੰਗਾਧਰ ਤਿਲਕ ਨੇ ਅੰਗਰੇਜ਼ੀ ਵਿੱਚ ਜੋ ਗੀਤਾ ਦਾ ਟ੍ਰਾਂਸਲੇਸ਼ਨ ਕੀਤਾ ਹੈ, ਜੇਲ੍ਹ ਦੀ ਆਜ਼ਾਦੀ ਲਈ ਜੇਲ੍ਹ ਵਿੱਚ ਬੈਠਿਆਂ ਹੋਇਆਂ ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ, ਮਨੁੱਖ ਦੇ ਸਰੀਰ ਦੇ ਕਿਲੇ ਨੂੰ ਮੌਤ ਦਾ ਫਰਿਸ਼ਤਾ ਰੋਗਾਂ ਦੀ ਫੌਜ ਨਾਲ ਜਦੋਂ ਘੇਰਾ ਪਾ ਲੈਂਦਾ ਹੈ, ਇਹ ਘੇਰਾ ਉਦੋਂ ਤੱਕ ਨਹੀਂ ਛੁੱਟਦਾ ਜਦੋਂ ਤੱਕ ਇਹ ਦੇਹ ਦੇ ਕਿਲੇ ਨੂੰ ਮੌਤ ਫਤਿਹ ਨਾ ਕਰ ਲਵੇ। ਪਿਆਲਾ ਖੋ ਇਹ ਰੋਗ ਫਿਰ ਨਹੀਂ ਛੱਡਦੇ, ਇਹ ਰੋਗ ਨਹੀਂ ਤਿਆਗਦੇ, ਇਹ ਰੋਗ ਨਹੀਂ ਨਿਵਰਤ ਹੁੰਦੇ, ਇਹ ਰੋਗ ਵੀ ਨਹੀਂ ਹਟੇਗਾ, ਨਹੀਂ ਮਿਟੇਗਾ। ਕੋਸ਼ਿਸ਼ ਕੀਤੀ ਮੈਨੂੰ ਕੋਈ ਰੋਗ ਨਾ ਲੱਗੇ, ਮੈਂ ਇਸ ਰੋਗ ਤੋਂ ਅਰੋਗ ਹੋ ਜਾਵਾਂ। ਇਸ ਲਈ ਗੌਤਮ ਬੁੱਧ ਨੇ ਤਿਆਗ ਕੀਤਾ, ਵੈਰਾਗ ਕੀਤਾ ਕਿ ਕਿਵੇਂ ਕਿਸੇ ਤਰੀਕੇ ਨਾਲ ਵੀ ਘੱਟ ਤੋਂ ਘੱਟ ਮੈਂ ਤੇ ਅਰੋਗ ਰਹਿ ਜਾਵਾਂ। ਪਰ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਚਾਹਵੇ, ਉਸ ਵਕਤ ਇਹ ਰੋਗ ਨਿਵਰਤ ਵੀ ਹੁੰਦੇ ਨੇ, ਤੇ ਜਦੋਂ ਉਹ ਨਾ ਚਾਹਵੇ ਉਦੋਂ ਇਹ ਰੋਗ ਵਧਦੇ ਜਾਂਦੇ ਨੇ। ਕਦੋਂ ਰੋਗ ਨਹੀਂ ਮਿਟਦੇ? ਜਦੋਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, 12ਵਾਂ ਮਾਚ ਮਹੱਲਾ 5ਵਾਂ। ਪ੍ਰਭੂ ਤੋਂ ਭੁਲੇਖੇ ਨਾਲ, ਪ੍ਰਭੂ ਤੋਂ ਜਦੋਂ ਭੁੱਲ ਜਾਂਦੇ ਆ, ਫਿਰ ਸਾਰੇ ਰੋਗ ਆ ਚਿੰਬੜਦੇ ਨੇ, ਫਿਰ ਮਿਟਾਇਆ ਮਿਟਦੇ ਨਹੀਂ, ਹਟਾਇਆ ਹਟਦੇ ਨਹੀਂ। ਕਿਤੇ ਚਲੇ ਜਾਈਏ ਇਹ ਰੋਗ ਨਹੀਂ ਮਿਟੇਗਾ ਉਦੋਂ ਤੱਕ ਜਦੋਂ ਤੱਕ ਅਸੀਂ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਬੇਨਤੀ ਨਹੀਂ ਕਰਾਂਗੇ, ਸੱਚੇ ਪਾਤਸ਼ਾਹ ਕਿਰਪਾ ਕਰ, ਤੂੰ ਸਭ ਰੋਗ ਮਿਟਾਵੇ ਨਵਾ ਨਿਰੋਆ, ਨਾਨਕ ਰੱਖਾ ਆਪੇ ਹੋਆ। ਸੋਹੀ ਮਹੱਲਾ 5ਵਾਂ। ਤੂੰ ਸਭ ਰੋਗ ਮਿਟਾਉਣ ਵਾਲਾ ਹੈ, ਨਮੋ ਰੋਗ ਹਰਤਾ। ਇਹ ਸਾਰੇ ਰੋਗਾਂ ਨੂੰ ਨਾਸ਼ ਕਰਨ ਵਾਲੇ ਤੈਨੂੰ ਨਮਸਕਾਰ ਹੈ। ਪਵਿੱਤਰ ਬਾਣੀ ਅੰਦਰ ਥਾਂ ਥਾਂ ਤੇ ਆਇਆ ਹੈ। ਉਪਨਿਸ਼ਦਾਂ ਨੇ ਵੀ ਇਹ ਗੱਲ ਮੰਨੀ ਹੈ, ਯਸ ਹੈ ਕਿਰਪਾ ਅਵਲੋਕਨੇਨ ਬ੍ਰਹਮ ਜੀਵੇਨ ਭੂਯਤੇ। ਉਪਨਿਸ਼ਦ ਨੇ, ਵੇਦ ਨੇ ਇਹ ਖਿਆਲ ਦਿੱਤਾ ਹੈ, ਮਾਲਕ ਦੀ, ਮੁਰਸ਼ਦ ਦੀ, ਗੁਰੂ ਦੀ ਨਜ਼ਰ ਹੋ ਜਾਵੇ ਤੇ ਕੋਈ ਦੁੱਖ ਨਹੀਂ ਰਹੇਗਾ, ਕੋਈ ਰੋਗ ਨਹੀਂ ਰਹੇਗਾ। ਇਤਿਹਾਸਕਾਰਾਂ ਨੇ ਇਹ ਵੀ ਬਿਆਨ ਕੀਤਾ ਹੈ, ਜਿਸ ਵੇਲੇ ਸਾਰਾ ਦਿਨ ਅਨੰਦਪੁਰ ਵਿੱਚ ਯੁੱਧ ਹੁੰਦਾ ਸੀ, ਸਿੰਘ ਜ਼ਖਮ ਖਾਂਦੇ ਵੀ ਸਨ ਤੇ ਜ਼ਖਮ ਕਰਦੇ ਵੀ ਸਨ। ਯੁੱਧ ਦੀ ਨੀਤੀ ਇਹੋ ਹੀ ਹੈ। ਪਿਆਲਾ ਖੋ ਸ੍ਰੀ ਵਾਹਿਗੁਰੂ। ਡੱਲੇ ਸਰਦਾਰ ਨੇ ਜਦੋਂ ਇਹ ਅਰਜ਼ ਕੀਤੀ ਸੀ, ਜੇ ਕਿਤੇ ਮੈਨੂੰ ਯਾਦ ਫਰਮਾਉਂਦੇ ਸਾਹਿਬ ਜੀ, ਤੇ ਫਿਰ ਨਾ ਅਨੰਦਪੁਰ ਛੁੱਟਦਾ, ਨਾ ਸਾਹਿਬਜ਼ਾਦੇ ਕੁਰਬਾਨ ਹੁੰਦੇ, ਨਾ ਮਾਤਾ ਜੀ ਇਹਨਾਂ ਹਾਲਾਤਾਂ ਵਿੱਚ ਸ਼ਹਾਦਤ ਦਿੰਦੇ। ਪਰ ਤੁਸੀਂ ਇੱਕ ਵਾਰੀ ਯਾਦ ਤਾਂ ਕਰਦੇ ਜੀ, ਬਹੁਤ ਨੁਕਸਾਨ ਹੋਇਆ ਹੈ ਅਨੰਦਪੁਰ ਦੇ ਯੁੱਧ ਵਿੱਚ। ਆਪ ਕਿਤੇ ਮੈਨੂੰ ਸੱਦ ਲੈਂਦੇ ਤਾਂ ਫਿਰ ਇਹ ਸਾਰੇ ਹਾਲਾਤ ਬਦਲ ਦਿੱਤੇ ਜਾਂਦੇ। ਦਸ਼ਮੇਸ਼ ਪਿਤਾ ਜੀ ਨੇ ਕਿਹਾ, ਉਹ ਮਰਜੀ ਬੜਾ ਕੀ ਹੋਇਆ ਜਿਹੜਾ ਸਾਗਰ ਦੇ ਕਿਨਾਰੇ ਤੇ ਹੀ ਬੈਠਾ ਰਹੇ। ਮਰ ਜੀਵਣਾ ਉਹ ਸਤਵੰਦ ਹੈ ਜੋ ਸਾਗਰਾਂ ਵਿੱਚ ਗਹਿਰਾ ਗੋਤਾ ਮਾਰ ਕੇ ਮਾਨਕ ਮੋਤੀ ਚੁਣ ਲਿਆਉਂਦਾ ਹੈ। ਉਹ ਸੂਰਮਾ ਨਹੀਂ, ਉਹ ਬਹਾਦਰ ਨਹੀਂ ਜੋ ਕਿਨਾਰੇ ਤੇ ਖਲੋ ਕੇ ਯੁੱਧ ਦੇਖੇ। ਸੂਰਮਾ ਉਹ ਹੈ ਜਿਹੜਾ ਧਰਮ ਯੁੱਧ ਵਿੱਚ ਕੁੱਦ ਜਾਂਦਾ ਹੈ,
ਜੋ ਗੋਤਾ ਮਾਰਦਾ ਹੈ ਉਹ ਮਰ ਜੀਵੜਾ ਅਮਰ ਹੋ ਜਾਂਦਾ ਹੈ। ਦਸ਼ਮੇਸ਼ ਪਿਤਾ ਜੀ ਦੀ ਯੁੱਧ ਨੀਤੀ ਹੈ। ਦਲਿਆ ਤੇਰੀ ਨੀਤੀ ਹੋਵੇਗੀ ਕਿਨਾਰੇ ਤੇ ਖਲੋ ਕੇ ਯੁੱਧ ਦੇਖੀਏ। ਦੁਨੀਆ ਦੇ ਜਰਨੈਲਾਂ ਦੀ ਸੈਨਾਪਤੀਆਂ ਦੀ ਨੀਤੀ ਹੋਵੇਗੀ ਕਿ ਯੁੱਧ ਨੂੰ ਪਾਸ ਖਲੋ ਕੇ ਦੂਰ ਰਹਿ ਕੇ ਦੇਖੀਏ ਤੱਕੀਏ। ਪਰ ਦਸ਼ਮੇਸ਼ ਪਿਤਾ ਜੀ ਦੀ ਮੇਰੀ ਨੀਤੀ ਹੈ, ਮੇਰੇ ਖਾਲਸੇ ਦੀ ਨੀਤੀ ਹੈ, ਜੰਗ ਬਿਖੈ ਮਾਰਨ ਕੈ ਮਰਨੋ ਪਸ਼ਚਾਤਾਪ ਕਹਾ ਤਿਸ ਕਰਨੋ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਇਹ ਯੁੱਧ ਨੀਤੀ ਹੈ। ਜਾਂ ਜ਼ਖਮ ਖਾਈਦੇ ਨੇ ਤੇ ਜਾਂ ਜ਼ਖਮ ਦੁਸ਼ਮਣ ਦੇ ਸਰੀਰ ਨੂੰ ਲਗਾਈਦੇ ਨੇ। ਕਿਉਂਕਿ ਦਸ਼ਮੇਸ਼ ਪਿਤਾ ਜੀ ਨੇ ਆਪਣੇ ਚੌਹਾਂ ਪੁੱਤਰਾਂ ਨੂੰ ਕੁਰਬਾਨ ਕੀਤਾ ਹੈ ਹਿੰਦੂ ਧਰਮ ਦੀ ਰੱਖਿਆ ਲਈ। ਮਗਰ ਦਸ਼ਮੇਸ਼ ਪਿਤਾ ਜੀ ਲਈ ਕਿਸੇ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ ਹੈ ਤੇ ਉਹ ਹੈ ਮੁਸਲਮਾਨ ਫਕੀਰ ਪੀਰ ਬੁੱਧੂ ਸ਼ਾਹ। ਪਰ ਦਸ਼ਮੇਸ਼ ਪਿਤਾ ਜੀ ਦੇ ਚੌਹਾਂ ਸਪੁੱਤਰਾਂ ਦੀ ਜੇ ਜੀਵਨੀ ਜੇ ਕਥਾ ਵੀ ਸਭ ਤੋਂ ਜ਼ਿਆਦਾ ਸੁੰਦਰ ਲਿਖੀ ਹੈ ਤੇ ਉਹ ਵੀ ਇੱਕ ਮੁਸਲਮਾਨ ਨੇ। ਪਿਆਲਾ ਖੋ ਸ੍ਰੀ ਭਾਵੇਂ ਸਭ ਇਤਿਹਾਸਕਾਰਾਂ ਨੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦਾ ਪ੍ਰਸੰਗ ਵੱਧ ਤੋਂ ਵੱਧ ਸਹੀ ਰੰਗ ਢੰਗ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਸ ਤਰ੍ਹਾਂ ਕਿ ਯੋਗੀ ਅੱਲਾ ਯਾਰ ਖਾਂ ਮੁਸਲਮਾਨ ਨੇ ਬਿਆਨ ਕੀਤਾ ਹੈ, ਸ਼ਾਇਦ ਅਸੀਂ ਉਹਨਾਂ ਦੀ ਲੇਖਣੀ ਨੂੰ ਜੋ ਕੁਝ ਉਹਨਾਂ ਨੇ ਲਿਖਿਆ ਹੈ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਸੰਬੰਧ ਵਿੱਚ ਪਹਿਲੇ ਨੰਬਰ 'ਤੇ ਲੈ ਆਈਏ। ਬਾਕੀ ਬਜ਼ੁਰਗ ਬੈਠੇ ਨੇ, ਯਾਨੀ ਕਿਸ਼ਨ ਸਿੰਘ ਜੀ ਪਰਵਾਨਾ ਜੀ, ਪਿਆਲਾ ਖੋ ਸ੍ਰੀ ਵਾਹਿਗੁਰੂ, ਇਸੇ ਪਹਿਲੂ ਦੀ ਪੁਸ਼ਟੀ ਕਰਦੇ ਨੇ ਜੋ ਇਤਿਹਾਸਕ ਸ਼ਬਦ ਨੇ ਕਿ ਜ਼ਖਮ ਖਾਈ ਦੇ ਵੀ ਨੇ ਯੁੱਧ ਵਿੱਚ ਤੇ ਜ਼ਖਮ ਲਗਾਈ ਦੇ ਵੀ ਨੇ ਯੁੱਧ ਵਿੱਚ। ਦਸ਼ਮੇਸ਼ ਪਿਤਾ ਜੀ ਨੇ ਆਪਣੇ ਸਪੁੱਤਰ ਨੂੰ ਹੀ ਕਿਹਾ ਸੀ, ਮੇਰੀ ਬੜੀ ਖਾਸ਼ ਸੀ ਤੈਨੂੰ ਤੇਗ ਤੇ ਕਮਾਨ ਚਲਾਉਂਦਿਆਂ ਦੇਖਦਾ। ਮਾਂ ਤੇ ਬਾਪ ਬੜੇ ਖੁਸ਼ ਹੁੰਦੇ ਨੇ ਜਦੋਂ ਉਹਨਾਂ ਦਾ ਪੁੱਤਰ ਪੜੋਸ ਦੇ ਬੱਚਿਆਂ ਨੂੰ ਕੁੱਟ ਆਵੇ। ਸਿਆਣੇ ਤੇ ਸਮਝਾਉਣਗੇ ਵੀ ਇਹ ਗੱਲ ਚੰਗੀ ਨਹੀਂ, ਪਰ ਕਈ ਖੁਸ਼ ਵੀ ਹੋਣਗੇ, ਠੀਕ ਕੀਤਾ ਤੂੰ ਪੁੱਤਰ, ਚੰਗਾ ਕੰਮ ਕੀਤਾ। ਕਿਉਂਕਿ ਜਦੋਂ ਬੱਚਾ ਚੋਰੀ ਕਰਕੇ ਕਿਸੇ ਦੀਆਂ ਚੀਜ਼ਾਂ ਕਰ ਲਿਆਵੇ, ਜੇ ਮਾਂ ਬਾਪ ਨਾ ਸਮਝਾਉਣ ਵਾਲੇ ਹੋਣ ਤੇ ਕਹਿਣ ਸ਼ਾਬਾਸ਼ ਤੇਰੇ, ਅੱਜ ਤੇ ਤੂੰ ਆਪਣਾ ਕੰਮ ਕਰ ਲਿਆ, ਬ੍ਰੈਡ ਜੋਗੀਆਂ ਪੈਨੀਆਂ ਲੈ ਆਇਆ ਹੈ, ਤੇ ਫਿਰ ਉਦੋਂ ਉਹਨਾਂ ਨੂੰ ਪਤਾ ਚੱਲੇਗਾ ਜਦੋਂ ਉਹਨਾਂ ਦੀ ਪਾਕਟ ਖਾਲੀ ਹੋਵੇਗੀ। ਫਿਰ ਕਹਿਣਗੇ ਤੂੰ ਚੋਰ ਹੈ। ਤਾਂ ਹਜ਼ੂਰ ਕਹਿੰਦੇ ਨੇ ਮੈਨੂੰ ਖਾਸ਼ ਸੀ ਤੈਨੂੰ ਕਮਾਨ ਚਲਾਉਂਦਿਆਂ ਦੇਖਦਾ, ਤੈਨੂੰ ਕਿਰਪਾਨ ਚਲਾਉਂਦਿਆਂ ਦੇਖਦਾ, ਤੈਨੂੰ ਤੇਗ ਚਲਾਉਂਦਿਆਂ ਦੇਖਦਾ, ਤੈਨੂੰ ਨੇਜ਼ਾਬਾਜ਼ੀ ਕਰਦਿਆਂ ਦੇਖਦਾ। ਇਹ ਖਾਸ਼ ਹਰ ਬਾਪ ਦੇ ਮਨ ਵਿੱਚ ਹੋ ਸਕਦੀ ਹੈ, ਪਰ ਦੂਸਰੀ ਜਿਹੜੀ ਖਾਸ਼ ਦਸ਼ਮੇਸ਼ ਪਿਤਾ ਜੀ ਦੇ ਮਨ ਵਿੱਚ ਆਪਣੇ ਪੁੱਤਰ ਪ੍ਰਤੀ ਸੀ, ਉਹ ਸਿਰਫ ਉਹਨਾਂ ਨੂੰ ਬਣਾਉਂਦੀ ਹੈ, ਹੋਰ ਕਿਸੇ ਨੂੰ ਨਹੀਂ ਬਣਾਉਂਦੀ। ਖਾਸ਼ ਹੈ तुम्हें तेग चलाते हुए देखें, मगर हम आंख से बरशी तुम्हें खाते हुए देखें। योगी अल्लाह यार का मेरी ये भी खाश है, मेरे सामने तेरे शरीर ते दुश्मन दी गोली भी लगे, दुश्मन दे तीर भी लगन, और दुश्मन दे नेसियां दे नाल भी तेरा शरीर परोया जावे। ये खाश कोई कर सकता है तो सिर्फ दशमेश पिता ही कर सकता है। प्याला खो ਅਸੀਂ ਜੋ ਬੇਨਤੀ ਕਰ ਰਹੇ ਸਾਂ, ਜ਼ਖਮ ਖਾਂਦੇ ਵੀ ਸਨ ਸਿੱਖ, ਜ਼ਖਮ ਲਗਾਉਂਦੇ ਵੀ ਸਨ ਸਿੱਖ, ਪਰ ਦੂਸਰੇ ਪਾਸੇ ਕਿਉਂਕਿ ਹਿੰਦੁਸਤਾਨ ਦੇ ਬਾਦਸ਼ਾਹ ਦੀ ਫੌਜ ਹੁੰਦੀ ਸੀ, ਡਾਕਟਰ ਹੁੰਦੇ ਸਨ, ਜਰਾਹ ਹੁੰਦੇ ਸਨ, ਮਲਹਮ ਪੱਟੀ ਕਰਨ ਵਾਲੇ ਲੋਕ ਹੁੰਦੇ ਸਨ, ਉਹਨਾਂ ਦਾ ਇਲਾਜ ਹੁੰਦਾ ਸੀ, ਉਹਨਾਂ ਦਾ ਇਲਾਜ ਹੁੰਦਾ ਸੀ। ਪਰ ਦੂਸਰੇ ਪਾਸੇ ਦਸ਼ਮੇਸ਼ ਪਿਤਾ ਜੀ ਦੇ ਸਿਪਾਹੀ ਸਨ, ਬਹਾਦਰ ਸਨ। ਜਦੋਂ ਉਹਨਾਂ ਨੂੰ ਜ਼ਖਮ ਲੱਗਦੇ ਸਨ, ਸ਼ਾਮ ਨੂੰ ਜਦੋਂ ਯੁੱਧ ਸਮਾਪਤ ਹੋ ਜਾਂਦਾ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਜੀ ਨੇ ਲਿਖਿਆ ਹੈ ਕਿ ਹਜ਼ਾਰੇ ਜਿਤਨੇ ਜ਼ਖਮੀ ਸਨ ਉਹਨਾਂ ਨੂੰ ਇਕੱਠਿਆਂ ਇੱਕ ਥਾਂ ਤੇ ਇਕੱਠਿਆਂ ਕੀਤਾ ਜਾਂਦਾ, ਤੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਅਮਿਓ ਦ੍ਰਿਸ਼ਟੀ ਨਾਲ ਜਦੋਂ ਉਹਨਾਂ ਨੂੰ ਦੇਖਦੇ ਸਨ, ਉਹਨਾਂ ਦੇ ਸਾਰੇ ਦੁੱਖ ਤੇ ਰੋਗ ਕੱਟੇ ਜਾਂਦੇ ਸਨ। ਤਾਈਓ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਸੀ, ਕਿਰਪਾ ਕਟਾਖੇ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਤਨਾਸਰੀ ਮਹੱਲਾ ਪੰਜਵਾ। ਹਾਂ ਨਮੋ ਰੋਗ ਹਰਤਾ, ਸਾਰਿਆਂ ਜੀਵਾਂ ਦੇ ਸਭ ਰੋਗਾਂ ਦੇ ਤਾਈਂ ਨਾਸ਼ ਕਰਨ ਹਾਰਿਆ, ਤੈਨੂੰ ਨਮਸਕਾਰ ਹੈ। ਤੂੰ ਇਹ ਸਭਨਾਂ ਦੇ ਰੋਗ ਨਾਸ਼ ਕਰ ਸਕਦਾ ਹੈ ਜੀ। ਕੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾਭਿਖਿਆਦੰ
मिटंत सगल सिमरंत हर नाम, नानक जैसे पावक काष्ट भस्मं करोते। श्लोक संस्कृति महला पंजवा जी। नमो राग रूपे। नमो राग रूपे। ਮਨੁੱਖ ਦੇ ਜੀਵਨ ਵਿੱਚ ਕੜਵਾਹਟ ਨਹੀਂ ਚਾਹੀਦੀ। ਫਿਰ ਲੋਕ ਇਹ ਵੀ ਕਹਿ ਦੇਣਗੇ ਜੀ ਖੀਰ ਵੀ ਬਣਾ ਲਓ ਤੇ ਕਿਤਨੀਆਂ ਹੋਰ ਚੀਜ਼ਾਂ ਨਾਲ ਬਣਾ ਲਵੋ ਮਿੱਠੀਆਂ ਮਿੱਠੀਆਂ, ਪਰ ਜਦੋਂ ਤੱਕ ਸਬਜ਼ੀ ਵਿੱਚ ਨਮਕ ਮਿਰਚ ਜ਼ਰਾ ਕਰਾਰਾ ਨਾ ਹੋਵੇ ਤਾਂ ਬਾਤ ਨਹੀਂ ਬਣਦੀ। ਮਨੁੱਖ ਦੇ ਜੀਵਨ ਵਿੱਚ ਕੜਵਾਹਟ ਹੋਣੀ ਚਾਹੀਦੀ ਹੈ। ਦੂਸਰੀ ਦੇ ਦਲੀਲ ਵੀ ਦੇਣਗੇ, ਪਰ ਹਜ਼ੂਰ ਕਹਿੰਦੇ ਨੇ ਨਹੀਂ, ਕੜਵਾਹਟ ਨਹੀਂ ਅੱਛੀ। ਇਸ ਮਨੁੱਖਾਂ ਦੇ ਵਿੱਚ ਅੰਮ੍ਰਿਤ ਨਾਮ ਹੋਵੇ, ਮਿੱਠਤ ਹੋਵੇ, ਮੌਰ ਮਨੋ ਮਿੱਠਤ ਹੋਵੇ, ਸਿਰਫ ਦਿਖਾਵੇ ਦੀ ਮਿੱਠਤ ਨਾ ਹੋਵੇ। ਇਸ ਜੀਵਨ ਜੇ ਮਿੱਠਤ ਆ ਜਾਵੇ ਤਾਂ ਮਨੁੱਖ ਦੇਵਤਾ ਬਣ ਜਾਂਦਾ ਹੈ, ਰੱਬ ਜੈਸਾ ਹੋ ਜਾਂਦਾ ਹੈ। ਪਰ ਜੀਵਨ ਵਿੱਚ ਕੜਵਾਹਟ ਹੈ। ਇਹ ਕੜਵਾਹਟ, ਇਹ ਕੜਵਾਪਨ ਸਾਡੇ ਜੀਵਨ ਵਿੱਚ ਵੱਧਦਾ ਜਾ ਰਿਹਾ ਹੈ। ਤਾਂ ਹੀ ਤੁਸੀਂ ਜਿਸ ਆਦਮੀ ਨੂੰ ਮਿਲੋਗੇ ਉਹ ਕੁਰਖਤ ਬੋਲੇਗਾ, ਸਖਤ ਬੋਲੇਗਾ, ਕਠੋਰ ਬੋਲੇਗਾ, ਐਸੀ ਗੱਲ ਕਰੇਗਾ, ਐਸੇ ਤਰੀਕੇ ਨਾਲ ਤੁਹਾਨੂੰ ਜਵਾਬ ਦੇਵੇਗਾ, ਤੁਸੀਂ ਅਸ਼ਾਂਤ ਹੋ ਜਾਓਗੇ। ਤੇ ਪਰ ਕਹਿੰਦੇ ਨੇ ਨਮੋ ਰਾਗ ਰੂਪੇ, ਹੇ ਪਿਆਰ ਸਰੂਪ, ਹੇ ਰਾਗ ਸਰੂਪ। ਰਾਗ ਨੂੰ ਤਾਂ ਸੰਸਕ੍ਰਿਤ ਦੇ ਪੁਸਤਕਾਂ ਨੇ, ਸੰਗੀਤਕਾਰਾਂ ਨੇ ਬ੍ਰਹਮ ਦਾ ਸ਼ਬਦ ਦਿੱਤਾ ਹੈ। ਜਿਹੜਾ ਰਾਗ ਸਤਿਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਆ ਹੈ, ਗੁਰੂ ਅਰਜਨ ਦੇਵ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਹਾਂ, ਇਸ ਰਾਗ ਪਰਮੇਸ਼ਰ ਸਰੂਪ ਨਾਦ ਸ਼ਬਦ ਨੂੰ ਬ੍ਰਹਮ ਰੂਪ ਮੰਨਿਆ। ਸੰਗੀਤਕਾਰਾਂ ਨੇ, ਭਾਰਤੀ ਸੰਗੀਤਕਾਰਾਂ ਨੇ ਇਹਨੂੰ ਬ੍ਰਹਮ ਦਾ ਰੂਪ ਦਿੱਤਾ ਹੈ। ਹਜ਼ੂਰ ਫਰਮਾਉਂਦੇ ਨੇ ਐਸਾ ਵੀ ਨਾ ਹੋਵੇ। ਆਪਣੇ ਵਿੱਚ ਇੱਕ ਰਿਵਾਜ ਹੈ, ਪਿੱਛੇ ਮੈਨੂੰ ਸ਼ੈਫਰਡ ਬੁਸ਼ ਦੇਖਣ ਦਾ ਮੌਕਾ ਮਿਲਿਆ ਕਿ ਜਿਸ ਵੇਲੇ ਦੂਸਰੇ ਲੋਕ ਆਏ, ਉਹਨਾਂ ਦੀ ਕਲਾ ਨੂੰ ਦਾ ਸਤਿਕਾਰ ਹੈ, ਸਨਮਾਨ ਹੈ। ਕੋਈ ਵੀ ਕਲਾਕਾਰ ਗੁਣਵਾਨ ਆਵੇ, ਅਸੀਂ ਉਹਦਾ ਜਿੰਨਾ ਵੀ ਸਤਿਕਾਰ ਕਰੀਏ ਉਹਨਾਂ ਥੋੜ੍ਹਾ ਹੈ। ਪਰ ਅਮੂਮਨ ਅਸੀਂ ਆਪਣੇ ਵਿਦਵਾਨਾਂ ਦਾ, ਆਪਣੇ ਸੰਗੀਤਕਾਰਾਂ ਨਾਲ, ਆਪਣੇ ਕੀਰਤਨੀਆਂ ਦਾ ਉਹਨਾਂ ਸਨਮਾਨ ਨਹੀਂ ਕਰਦੇ ਜਿੰਨਾ ਉਹਨਾਂ ਲੋਕਾਂ ਦਾ ਸਨਮਾਨ ਕਰਦੇ ਹਾਂ ਜਿਹੜੇ ਬਾਅਦ ਵਿੱਚ ਕਹਿਣ ਕਾਫਰਾਂ ਦਾ ਕਲਾਮ ਪੜ੍ਹ ਕੇ ਆਏ ਹਾਂ, ਪਹਿਲਾਂ ਵਜ਼ੂ ਕਰ ਲਈਏ। ਪਿਆਲਾ ਖੋਸ ਹੁਣ ਵੀ ਜਦੋਂ ਪੰਜਾਂ ਸਾਹਿਬ ਦੀ ਯਾਤਰਾ ਜਾਂ ਸ੍ਰੀ ਨਨਕਾਣਾ ਸਾਹਿਬ ਦੀ ਯਾਤਰਾ ਜਾਂਦੀ ਏ, ਕਿਉਂਕਿ ਜਿਨ੍ਹਾਂ ਨੂੰ ਸ਼ਬਦ ਨਾਲ ਪਿਆਰ ਸੀ ਉਹ ਨਨਕਾਣਾ ਸਾਹਿਬ ਦੇ ਰਬਾਬੀ ਛੱਡ ਆਏ ਸਾਰਾ ਕੁਝ। ਉਹ ਕਹਿਣ ਲੱਗੇ ਜਿੱਥੇ ਸਾਡੀ ਗੁਰੂ ਦੀ ਸੰਗਤ ਜਾਵੇਗੀ ਅਸੀਂ ਉੱਥੇ ਜਾਵਾਂਗੇ। ਕਈ ਘਰਾਣੇ ਆ ਗਏ, ਸਨਮਾਨ ਹੈ ਉਹਨਾਂ ਦਾ, ਅਦਬ ਹੈ ਉਹਨਾਂ ਦਾ, ਔਰ ਇਹਨਾਂ ਸਨਮਾਨ ਭਾਈ ਸਾਹਿਬ, ਭਾਈ ਧਰਮ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ ਜ਼ਖਮੀ ਆਦਮਪੁਰ ਦਾ ਨਾਮ ਜਿਨ੍ਹਾਂ ਨੇ ਰੌਸ਼ਨ ਕਰ ਦਿੱਤਾ। ਬੱਚਿਆਂ ਦੇ ਰਿਸ਼ਤੇ ਨਾਤੇ ਕਰਨ ਵੇਲੇ ਕਈ ਵਾਰੀ ਬੜੀਆਂ ਮੁਸ਼ਕਿਲਾਤਾਂ ਆਉਂਦੀਆਂ ਨੇ ਧਾਰਮਿਕ ਲੋਕਾਂ ਨੂੰ, ਪਰ ਦਿੱਲੀ ਦੇ ਇੱਕ ਏਡੇ ਵੱਡੇ ਅਮੀਰ ਨੇ ਏਡੀ ਵੱਡੀ ਪੜ੍ਹੀ ਲਿਖੀ ਆਪਣੀ ਬੇਪੋਤਰੀ ਦਾ ਰਿਸ਼ਤਾ ਕਰ ਦਿੰਦਿਆਂ ਹੋਇਆਂ ਇਹ ਨਹੀਂ ਸੀ ਪੁੱਛਿਆ ਤੁਸੀਂ ਕੌਣ ਹੋ। ਉਹ ਕਹਿਣ ਲੱਗੇ ਭਾਈ ਸਾਹਿਬ ਤੁਹਾਡੇ ਤੋਂ ਵੱਡਾ ਚੰਗਾ ਮੈਨੂੰ ਹੋਰ ਕਿਹੜਾ ਕੁੜਮ ਮਿਲਣਾ ਹੈ। ਤੁਸੀਂ ਗੁਰੂ ਦੇ ਕੀਰਤਨ ਵਿੱਚ ਓਤ ਪ੍ਰੋਤ ਹੋਏ ਹੋ। ਪਿਆਲਾ ਖੋਸ ਤਾਂ ਬੇਨਤੀ ਕਰ ਰਿਹਾ ਸਾਂ, ਇਹ ਉਹਨਾਂ ਦਾ ਸਨਮਾਨ ਸੀ, ਕਰਨਾ ਵੀ ਚਾਹੀਦਾ ਸੀ। ਜਿਨ੍ਹਾਂ ਨੇ ਸਭ ਕੁਝ ਛੱਡ ਦਿੱਤਾ, ਸ਼ਬਦ ਦੇ ਨਾਲ ਸਮਰਪਿਤ ਕਰ ਦਿੱਤਾ, ਔਰ ਇਹ ਗੱਲ ਸਾਬਤ ਕਰ ਦਿੱਤੀ ਸੀ ਅਸੀਂ ਗੁਰੂ ਨਾਨਕ ਸਾਹਿਬ ਦੇ ਹਾਂ, ਅਸੀਂ ਮਿਸਟਰ ਜਨਾਹ ਦੇ ਨਹੀਂ ਹਾਂ। ਪਰ ਹੁਣ ਜਦੋਂ ਯਾਤਰਾ ਤੇ ਅਸੀਂ ਜਾਂਦੇ ਹਾਂ, ਸੰਗਤਾਂ ਜਾਂਦੀਆਂ ਨੇ, ਉਦੋਂ ਜਿਨ੍ਹਾਂ ਨੇ ਜਨਾਹ ਦੇ ਬਣ ਕੇ ਸਾਬਤ ਕਰ ਦਿੱਤਾ ਵੀ ਸਾਡਾ ਗੁਰੂ ਰਾਮਦਾਸ ਨਾਲ ਕੋਈ ਤਲਕ ਨਹੀਂ, ਸੇਵਾ ਭੇਟਾ ਤੁਸੀਂ ਉਹਨਾਂ ਨੂੰ ਹੀ ਜ਼ਿਆਦਾ ਦਿੰਦੇ ਹੋ, ਆਪਣੇ ਕੀਰਤਨੀ ਆਪਣੇ ਵਿਦਵਾਨਾਂ ਦਾ ਇੰਨਾ ਸਤਿਕਾਰ ਨਹੀਂ ਕਰਦੇ ਹੋ। ਔਰ ਇੱਥੇ ਵੀ ਮੈਂ ਦੇਖਿਆ, ਸ਼ੈਫਰਡ ਬੁਸ਼ ਦੇਖਣ ਦਾ ਮੌਕਾ ਮਿਲਿਆ। ਪਿਆਲਾ ਖੋ ਸ੍ਰੀ ਵਾਹਿਗੁਰੂ। ਤੋ ਪਾਰ ਨਰਾਗ ਜੋ ਹੈ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਹੈ। ਇਸੇ ਲਈ ਸਤਿਗੁਰੂ ਜੀ ਨੇ ਰਾਗ ਨੂੰ, ਕੀਰਤਨ ਨੂੰ ਰੱਬ ਰੂਪ ਸਮਝ ਕੇ ਸਿਰ ਝੁਕਾ ਦਿੱਤਾ ਹੈ, ਅਦਬ ਕੀਤਾ ਹੈ। ਭਾਈ ਮਰਦਾਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਿਲ ਹੈ। ਇਸੇ ਲਈ ਗੁਰੂ ਮਹਾਰਾਜ ਨੇ ਸਮਝਾ ਦਿੱਤਾ ਸੀ ਜਿਹੜਾ ਸ਼ਬਦ ਨੂੰ ਰਾਗ ਵਿੱਚ ਪਾ ਕੇ ਗਾਇਨ ਕਰਦਾ ਹੈ, ਮਰਦਾਨਿਆਂ ਉਹਦੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਜਿਵੇਂ ਤੇਰੇ ਤੇ ਮੇਰੇ ਵਿੱਚ ਹੁਣ ਕੋਈ ਫਰਕ ਨਹੀਂ। ਪਿਆਲਾ ਖੋ ਰਾਗ ਰੂਪੇ, ਹੇ ਰਾਗ ਸਰੂਪ, ਪਿਆਰ ਸਰੂਪ, ਸੰਗੀਤ ਸਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ ਜੀ।
ਨਮੋ ਸਹਾ ਸਹੰ ਨਮੋ ਸਾਹ ਸਾਹੰ। ਹੇ ਸ਼ਾਹੂਕਾਰਾਂ ਦੇ ਸ਼ਾਹੂਕਾਰ, ਤੈਨੂੰ ਨਮਸਕਾਰ ਹੈ। ਤੇਰੇ ਤੋਂ ਵੱਡਾ ਹੋਰ ਸ਼ਾਹੂਕਾਰ ਹੋਰ ਕੌਣ ਹੋ ਸਕਦਾ ਹੈ? ਨਮੋ ਭੂਪ ਭੂਪੇ ਭੂਪ ਰਾਜੇ, ਰਾਜਿਆਂ ਦੇ ਵੀ ਰਾਜੇ, ਹੇ ਰਾਜਿਆਂ ਦੇ ਰਾਜੇ, ਆਪ ਜੀ ਨੂੰ ਨਮਸਕਾਰ ਹੈ। ਤੇਰੇ ਨਾਲੋਂ ਵੱਡਾ ਹੋਰ ਕੋਈ ਰਾਜਾ ਹੋ ਸਕਦਾ ਹੈ? ਕਿਤਨੀ ਬੇਪਰਵਾਹਤਾ ਨਾਲ ਕਬੀਰ ਜੀ ਨੇ ਕਿਹਾ ਸੀ। ਕਾਸ਼ੀ ਰਾਜ ਨੂੰ ਮੁਖਾਤਬ ਕਰਕੇ ਕਹੂ ਹਰ ਸਮਾਨ ਨਹੀਂ ਰਾਜਾ, ਬਿਲਾਵਲ ਕਬੀਰ ਜੀ। ਤੇ ਕਿਤਨੇ ਉੱਚੇ ਦ੍ਰਿੜਤਾ ਭਰਪੂਰ ਇਰਾਦੇ ਦੇ ਨਾਲ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਜਾਰਜ ਪੰਚਮ ਦੇ ਸਾਹਮਣੇ ਦੀ ਗੁਜ਼ਰਦਿਆਂ ਹੋਇਆਂ ਕਿਹਾ ਸੀ, ਕਹੂ ਹਰ ਸਮਾਨ ਨਹੀਂ ਰਾਜਾ। ਪਿਆਲਾ ਖੋ ਸ੍ਰੀ ਪੰਥ ਵਿੱਚ ਉਹਨਾਂ ਸਾਧੂਆਂ ਨੂੰ ਹੀ ਸਤਿਕਾਰ ਹੈ ਜੋ ਪੰਥ ਦੀ ਆਨ ਤੇ ਸ਼ਾਨ, ਸਿੱਖੀ ਦੇ ਆਦਰਸ਼ਾਂ ਨੂੰ ਰੌਸ਼ਨ ਕਰਦੇ ਨੇ, ਜਿਹੜੇ ਹਮੇਸ਼ਾ ਪੰਥ ਦੀ ਬਜਾਏ, ਸਿੱਖੀ ਦੀ ਬਜਾਏ ਦਿੱਲੀ ਦਰਬਾਰ ਦੀ ਤਰਫ ਸਨਮੁਖ ਰਹਿੰਦੇ ਨੇ। ਪੰਥ ਨੇ ਕਦੇ ਵੀ ਉਹਨਾਂ ਨੂੰ ਮੂੰਹ ਨਹੀਂ ਲਾਇਆ। ਪਿਆਲਾ ਖੋ ਜੀ ਆ। ਨਮੋ ਦਾਨ ਦਾਨੇ ਨਮੋ ਦਾਨ ਦਾਨੇ। ਦਾਨ ਕਰਨ ਵਾਲੇ ਦਾਨੀਆਂ ਦੇ ਵੀ ਮਹਾਦਾਨੀ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ, ਪ੍ਰਣਾਮ ਹੈ। ਨਮੋ ਮਾਨ ਮਾਨੇ ਮਾਨ ਨੀਕ, ਕਿਉਂਕਿ ਸਮਾਜ ਅੰਦਰ, ਦੁਨੀਆ ਦੇ ਅੰਦਰ ਕਈ ਲੋਕ ਅਜਿਹੇ ਹੁੰਦੇ ਨੇ ਜਿਹੜੇ ਸਭ ਲੋਕਾਂ ਦੇ ਮਾਨ ਨੀਕ ਹੁੰਦੇ ਹਨ। ਜਦੋਂ ਅਸੀਂ ਪੁਰਾਤਨ ਜਨਮ ਸਾਖੀ ਜਾਂ ਸ੍ਰੀ ਗੁਰੂ ਨਾਨਕ ਪ੍ਰਤਾਪ ਦੀ ਰਚਨਾ ਪੜ੍ਹਦੇ ਹਾਂ ਤਾਂ ਉਸ ਵਕਤ ਪੁਰੋਹਿਤ ਹਰਦਿਆਲ ਨੇ ਬਹੁਤ ਉੱਚੀ ਵਿਚਾਰ ਮਹਿਤਾ ਜੀ ਨੂੰ ਦਰਸਾਈ ਸੀ। ਕਹਿਣ ਲੱਗੇ, ਦੇਖੋ ਮੈਂ ਪੁਰੋਹਿਤ ਹਾਂ, ਮੈਂ ਬ੍ਰਾਹਮਣ ਹਾਂ, ਤੁਹਾਡਾ ਵੀ ਪੁਰੋਹਿਤ ਹਾਂ ਔਰ ਕੁਲ ਪੁਰੋਹਿਤ ਹਾਂ। ਪਿਆਲਾ ਖੋ ਸ੍ਰੀ। ਸਾਰੇ ਸਿੱਖ ਇਤਿਹਾਸ ਵਿੱਚ ਇੱਕੇ ਪੁਰੋਹਿਤ ਨੂੰ ਸਨਮਾਨ ਮਿਲਿਆ ਹੈ, ਇੱਕੇ ਪੁਰੋਹਿਤ ਦਾ ਸਤਿਕਾਰ ਕੀਤਾ ਹੈ ਇਤਿਹਾਸ ਨੇ, ਸਿੱਖੀ ਨੇ ਤੇ ਸਤਿਗੁਰੂ ਨੇ, ਜਿਸ ਨੂੰ ਸਿੰਘਾ ਪੁਰੋਹਿਤ ਕਹਿੰਦੇ ਨੇ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਸੋਢੀ ਪਰਿਵਾਰ ਦੇ ਪਾਸ ਬ੍ਰਾਹਮਣ ਘਰਾਣੇ ਵਿੱਚੋਂ ਜਿਹੜੇ ਲੋਕ ਆ ਕੇ ਦਾਨ ਮੰਗਦੇ ਸਨ, ਉਸ ਵਕਤ ਛੇਵੇਂ ਪਾਤਸ਼ਾਹ ਦੇ ਵਕਤ ਉਹਨਾਂ ਵਿੱਚੋਂ ਉਹਦਾ ਨਾਮ ਸੀ ਸਿੰਘਾ। ਇਤਿਹਾਸ ਦੱਸਦਾ ਹੈ ਅੰਮ੍ਰਿਤਸਰ ਦੇ ਯੁੱਧ ਵਿੱਚ ਸਿੰਘੇ ਪੁਰੋਹਿਤ ਨੇ ਆਖਿਆ ਸੀ, ਸੱਚੇ ਪਾਤਸ਼ਾਹ ਤੁਸੀਂ ਹੋ ਮੇਰੇ ਜਜਮਾਨ, ਮੈਂ ਹੁਣ ਤੱਕ ਆਪ ਦੇ ਘਰੋਂ ਸੋਢੀ ਸੁਲਤਾਨ ਜੀ ਤੋਂ ਲੈ ਕੇ ਆਪਣੇ ਜੀਵਨ ਦਾ ਨਿਰਵਾਹ ਕਰਦਾ ਰਿਹਾ ਹਾਂ। ਅੱਜ ਆਗਿਆ ਦਿਓ ਮੈਦਾਨੇ ਜੰਗ ਵਿੱਚ ਮੈਂ ਵੀ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਬਣ ਜਾਵਾਂ। ਪਿਆਲਾ ਖੋ। ਮੈਂ ਸਿੱਖ ਸੱਜ ਜਾਵਾਂ, ਤੁਹਾਡਾ ਸਿੱਖ ਬਣ ਜਾਵਾਂ। ਔਰ ਸਿੰਘਾ ਪੁਰੋਹਿਤ ਸ੍ਰੀ ਗੁਰ ਪ੍ਰਤਾਪ ਸੂਝ ਗ੍ਰੰਥ ਦੇ ਕਰਤਾ ਦੇ ਮੁਤਾਬਿਕ ਮੈਦਾਨੇ ਜੰਗ ਦੇ ਅੰਦਰ ਜੂਝੇ ਔਰ ਸ਼ਹੀਦ ਵੀ ਹੋਏ, ਸ਼ਹਾਦਤ ਵੀ ਪ੍ਰਾਪਤ ਕੀਤੀ। ਵਰਨਾ ਸਾਰਾ ਸਿੱਖ ਇਤਿਹਾਸ ਪੜ੍ਹ ਲਵੋ, ਕਿਸੇ ਵੀ ਬ੍ਰਾਹਮਣ ਨੇ ਕੁਰਬਾਨੀ ਨਹੀਂ ਦਿੱਤੀ, ਜਦੋਂ ਕਿ ਬ੍ਰਾਹਮਣਾਂ ਦੇ ਧਰਮ ਦੀ ਰੱਖਿਆ ਕਰਨ ਲਈ ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਲੱਖਾਂ ਕੁਰਬਾਨੀਆਂ ਸਿੰਘਾਂ ਨੇ ਤੇ ਸਤਿਗੁਰੂ ਜੀ ਨੇ ਤੇ ਉਹਦੇ ਪਿਆਰਿਆਂ ਨੇ ਦਿੱਤੀਆਂ ਨੇ। ਪਿਆਲਾ ਖੋ ਸ੍ਰੀ ਵਾਹਿਗੁਰੂ। ਫਿਰ ਪੜ੍ਹਨਾ ਪੰਕਤੀ ਦਾਨ। ਨਮੋ ਮਾਨ ਮਾਨੇ ਮਾਨ ਮਾਨੇ, ਮਾਨ ਨਹੀਂ। ਬੇਨਤੀ ਕਰ ਰਿਹਾ ਸਾਂ, ਸਮਾਜ ਵਿੱਚ ਕੁਝ ਲੋਕ ਹੁੰਦੇ ਨੇ ਜਿਹੜੇ ਮਾਨ ਨੀਕ ਹੁੰਦੇ ਨੇ, ਉਹਨਾਂ ਦਾ ਸਾਰੇ ਲੋਕ ਸਨਮਾਨ ਕਰਦੇ ਨੇ। ਹਰਦਿਆਲ ਪੁਰੋਹਿਤ ਨੇ ਆਖਿਆ, ਮੈਂ ਵੀ ਬ੍ਰਾਹਮਣ ਹਾਂ, ਮੈਂ ਵੀ ਪੁਰੋਹਿਤ ਹਾਂ, ਪਰ ਮੈਂ ਇੱਕ ਤੁਹਾਨੂੰ ਅਰਜ਼ ਕਰਦਾ ਹਾਂ, ਭਾਵੇਂ ਭਗਵਾਨ ਰਾਮਚੰਦਰ ਜੀ ਹੋਏ ਨੇ ਸਿਰਫ ਹਿੰਦੂ ਮੰਨਦੇ ਨੇ, ਉਹ ਵੀ ਸਾਰੇ ਨਹੀਂ ਮੰਨਦੇ, ਉਹ ਸਭ ਨਹੀਂ ਮੰਨਦੇ। ਦੂਸਰੇ ਪਾਸੇ ਕਹਿਣ ਲੱਗੇ ਕਿ ਭਾਵੇਂ ਭਗਵਾਨ ਰਾਮਚੰਦਰ ਜੀ ਸਮੇਂ ਦੇ ਅਵਤਾਰ ਨੇ, ਸਭ ਨਹੀਂ ਮੰਨਦੇ। ਭਾਵੇਂ ਭਗਵਾਨ ਕ੍ਰਿਸ਼ਨ ਜੀ ਦੁਆਪਰ ਦੇ ਸਮੇਂ ਦੇ ਅਵਤਾਰ ਨੇ, ਸਭ ਲੋਕ ਉਹਨਾਂ ਨੂੰ ਨਹੀਂ ਮੰਨਦੇ। ਦੁਰਯੋਧਨ ਨੇ ਖੁਦ ਇਨਕਾਰ ਕਰ ਦਿੱਤਾ ਸੀ, ਤੁਹਾਡਾ ਫੈਸਲਾ, ਤੁਸੀਂ ਤੇ ਪੱਖੀ ਹੋ, ਪੱਖਪਾਤੀ ਹੋ, ਤੁਹਾਡਾ ਫੈਸਲਾ ਮੈਂ ਪ੍ਰਵਾਨ ਨਹੀਂ ਕਰਦਾ। ਕੇਸ਼ਵ, ਮੈਨੂੰ ਮਨਜ਼ੂਰ ਨਹੀਂ ਤੁਹਾਡਾ ਫੈਸਲਾ। ਭਗਵਾਨ ਕ੍ਰਿਸ਼ਨ ਜੀ ਨੂੰ ਮਹਿਤਾ ਜੀ ਸਭ ਲੋਕ ਨਹੀਂ ਸਨ ਮੰਨਦੇ, ਪਰ ਇਸ ਸਿਸ ਕੋ ਮਾਨਹਿਗੇ ਦੋ। ਸ੍ਰੀ ਗੁਰੂ ਨਾਨਕ ਪ੍ਰਤਾਪ ਮਹਾਕਵੀ ਸੰਤੋਖ ਸਿੰਘ ਜੀ, ਇਹ ਜੋ ਤੁਹਾਡੇ ਘਰ ਬਾਲਿਕਾ ਆਇਆ ਹੈ, ਇਹ ਜੋ ਪਾਰ ਬ੍ਰਹਮ ਪਰਮੇਸ਼ਵਰ ਆਇਆ ਹੈ, ਇਸ ਨੂੰ ਹਿੰਦੂ ਵੀ ਮੰਨਣਗੇ ਔਰ ਮੁਸਲਮਾਨ ਵੀ ਮੰਨਣਗੇ। ਦੋਨਾਂ ਦਾ ਹੀ ਇਹਨਾਂ ਦਾ ਦੋਨਾਂ ਸਤਿਕਾਰ ਕਰਨਗੇ, ਸਨਮਾਨ ਕਰਨਗੇ। ਹੇ ਨਮੋ ਮਾਨ ਮਾਨੇ, ਮਾਨ ਨੀਕਾਂ ਦੇ ਮਾਨ ਨੀਕ, ਸਨਮਾਨ ਵਾਲਿਆਂ ਦੇ ਸਨਮਾਨ ਕਰਨ ਯੋਗ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮੋ ਰੋਗ ਰੋਗੇ ਨਮੋ ਰੋਗ ਰੋਗੇ, ਰੋਗ ਵਿੱਚ ਰੋਗ ਰੂਪ,
ਰੋਗ ਨੂੰ ਰੋਗ ਹੋ ਕੇ ਮਿਟਾਉਣ ਵਾਲੇ, ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਨੂੰ ਪ੍ਰਣਾਮ ਹੈ। ਜਿਵੇਂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਿਸਾਲ ਦਿਆ ਕਰਦੇ ਸਨ ਵਿਦਿਆ ਪੜ੍ਹਾਉਂਦਿਆਂ ਹੋਇਆਂ, ਕਿ ਜਿਸ ਤਰ੍ਹਾਂ ਅੰਧੇਰਾ ਜਿਹੜਾ ਹੈ ਉਹਦੇ ਵਿੱਚ ਵੀ ਚਾਨਣ ਹੈ, ਅੰਧੇਰੇ ਵਿੱਚ ਵੀ ਰੋਸ਼ਨੀ ਹੈ। ਤੁਸੀਂ ਕਿਤਨੇ ਵੀ ਅੰਧੇਰੇ ਵਿੱਚ ਜਾਓਗੇ, ਤੁਹਾਨੂੰ ਆਪਣੇ ਹੱਥ ਵਿਖਾਈ ਦੇਣਗੇ, ਤੁਹਾਨੂੰ ਆਪਣਾ ਆਪ ਵਿਖਾਈ ਦੇਵੇਗਾ, ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰੋਗੇ। ਇਸ ਲਈ ਅੰਧੇਰੇ ਵਿੱਚ ਵੀ ਚਾਨਣ ਹੈ, ਇਸ ਨੂੰ ਕਹਿੰਦੇ ਨੇ ਸਮਾਨ ਚਾਨਣ। ਇਸੇ ਤਰ੍ਹਾਂ ਕਹਿੰਦੇ, ਮਿਸਾਲ ਦਿੰਦੇ ਸਨ ਕਿ ਸਮਾਨ ਅਗਿਆਨ ਅਵਸਥਾ ਦੇ ਵਿੱਚ ਵੀ ਮਨੁੱਖ ਨੂੰ ਗਿਆਨ ਹੁੰਦਾ ਹੈ। ਭਾਵੇਂ ਅਸਾਂ ਸਭਨਾਂ ਨੇ ਵਾਹਿਗੁਰੂ ਨੂੰ ਨਹੀਂ ਦੇਖਿਆ, ਅਸੀਂ ਫਿਰ ਵੀ ਕਹਿੰਦੇ ਹਾਂ ਵਾਹਿਗੁਰੂ ਹੈ, ਪਰਮੇਸ਼ਰ ਹੈ, ਨਿਰੰਕਾਰ ਹੈ। ਅੱਖਾਂ ਨਾਲ ਤਾਂ ਘੱਟ ਲੋਕਾਂ ਨੇ ਡਿੱਠਾ ਹੈ, ਬਹੁਤ ਥੋੜਿਆਂ ਨੇ ਤੱਕਿਆ ਹੈ, ਪਰ ਫਿਰ ਵੀ ਅਸੀਂ ਕਹਿੰਦੇ ਹਾਂ ਪਾਰ ਬ੍ਰਹਮ ਪਰਮੇਸ਼ਵਰ ਹੈ। ਇਸ ਲਈ ਆਪ ਕਹਿੰਦੇ ਸਨ ਸਮਾਨ ਅਗਿਆਨ ਵੀ ਮਨੁੱਖ ਨੂੰ ਚਾਨਣ ਦਿੰਦਾ ਹੈ, ਆਪਣੀ ਪ੍ਰਤੀਤੀ ਕਰਵਾਉਂਦਾ ਹੈ। ਇਸੇ ਤਰ੍ਹਾਂ ਰੋਗਾਂ ਵਿੱਚ ਰੋਗ ਰੂਪ ਹੋ ਕੇ ਰੋਗ ਨੂੰ ਮਿਟਾਉਣ ਵਾਲੇ, ਨਾਸ਼ ਕਰਨ ਵਾਲੇ ਆਪ ਨੂੰ ਨਮਸਕਾਰ ਹੈ, ਪ੍ਰਣਾਮ ਹੈ ਜੀ। ਨਮਸਤੰ ਇਸ਼ਨਾਨੰ, ਨਮਸਤੰ ਇਸ਼ਨਾਨੰ, ਕਿਉਂਕਿ ਲੋਕ ਤੀਰਥਾਂ ਤੇ ਜਾਂਦੇ ਹਨ, ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਔਰ ਬਹੁਤ ਹੀ ਵਾਰੀ ਦੇਖਾ ਦੇਖੀ ਇਹ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਔਰ ਚੱਲ ਪੈਂਦੀਆਂ ਨੇ। ਇੱਥੇ ਹਜ਼ੂਰ ਸਮਝਾਉਂਦੇ ਨੇ ਤੀਰਥਾਂ ਦਾ ਇਸ਼ਨਾਨ ਜੋ ਕਰਨ ਵਾਲੇ ਨੇ, ਤੀਰਥਾਂ ਦੇ ਇਸ਼ਨਾਨ ਵਿੱਚ ਇਸ਼ਨਾਨ ਰੂਪ ਯਾਨੀ ਤੀਰਥਾਂ ਦੇ ਇਸ਼ਨਾਨ ਦੀ ਪਵਿੱਤਰਤਾ ਨੂੰ ਪਵਿੱਤਰਤਾ ਬਖਸ਼ਿਸ਼ ਕਰਨ ਵਾਲੇ ਪਵਿੱਤਰ ਤੋਂ ਪਵਿੱਤਰ ਵਾਹਿਗੁਰੂ, ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ। ਜੇ ਤੂੰ ਨਾ ਹੋਵੇਂ, ਤੀਰਥ ਵਿੱਚ ਤੇਰਾ ਨਿਵਾਸ ਨਾ ਹੋਵੇ, ਤਾਂ ਪਾਣੀ ਵਿੱਚ ਨਹਾਉਣ ਨਾਲ ਲੋਕਾਂ ਨੂੰ ਭਲਾ ਕੀ ਪ੍ਰਾਪਤ ਹੋ ਸਕਦਾ ਹੈ ਜੀ। ਨਮੋ ਮੰਤਰ ਮੰਤਰੰ, ਮੰਤਰ ਦੇ ਵਿੱਚ ਮੰਤਰ ਰੂਪ, ਮੰਤਰ ਜਿਹੜਾ ਆਮ ਤੌਰ ਤੇ ਉਚਾਰਨ ਕੀਤਾ ਜਾਂਦਾ ਹੈ, ਪਰ ਸਤਿਗੁਰੂ ਜੀ ਨੇ ਦੱਸਿਆ ਸੀ ਪਰਮੇਸ਼ਵਰ ਦੇ ਪਿਆਰਿਆਂ ਦਾ ਮੰਤਰ ਕੋਈ ਐਸਾ ਨਹੀਂ ਜੋ ਲੋਕ ਆਮ ਸਮਝਦੇ ਨੇ। ਮੰਤਰੰ ਰਾਮ ਰਾਮ ਨਾਮੰ, ਸ਼ਲੋਕ ਸੰਸਕ੍ਰਿਤੀ ਮਹੱਲਾ ਪੰਜਵਾ। ਮੰਤਰਾਂ ਦੇ ਵਿੱਚ ਮੰਤਰ ਰੂਪ, ਅਸਲ ਮੰਤਰ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮੋ ਜੰਤਰ ਜੰਤਰੰ, ਜੰਤਰ ਤਰੈ ਚਾਰ ਚੀਜ਼ਾਂ ਲਿਖ ਕੇ ਕਹਿੰਦੇ ਨੇ ਉਹ ਪਾਦ ਤੰਤਰ ਜਿਹੜਾ ਹੈ, ਜਿਵੇਂ ਚਾਵਲ ਹੋ ਗਏ, ਕੁਝ ਤੇਲ ਹੋ ਗਿਆ। ਇੱਥੇ ਤਾਂ ਕੁਝ ਕਦੇ ਦੇਖਣ ਦਾ ਮੌਕਾ ਨਹੀਂ ਮਿਲਿਆ। ਭਾਰਤ ਵਿੱਚ ਜਦੋਂ ਸ਼ਨਿਚਰਵਾਰ ਹੁੰਦਾ ਹੈ, ਹਰ ਸੜਕ ਦੇ ਚੌਰਾਹੇ 'ਤੇ ਜਾਂ ਲਾਲ ਬੱਤੀ ਦੇ ਕੋਲ ਉਹ ਤੇਲ ਮੰਗਣ ਵਾਲੇ ਖਲੋਤੇ ਹੁੰਦੇ ਨੇ। ਕੁਝ ਸੰਧੂਰ ਸੁੱਟ ਦੇਣਾ, ਕੁਝ ਚਾਵਲ ਸੁੱਟ ਦੇਣੇ, ਕੁਝ ਮੌਲੀ ਸੁੱਟ ਦੇਣੀ, ਇਹਨੂੰ ਤੰਤਰ ਕਹਿੰਦੇ ਨੇ। ਹੇ ਅਕਾਲ ਪੁਰਖ ਵਾਹਿਗੁਰੂ, ਇਹ ਆਮ ਤੌਰ 'ਤੇ ਤਾਂਤਰਿਕ ਕਰਦੇ ਹਨ। ਜੋ ਕੁਝ ਇਹ ਚੀਜ਼ਾਂ ਕਰਦੇ ਨੇ, ਅਸਲ ਵਿੱਚ ਉਹਨਾਂ ਨੂੰ ਹੀ ਤਾਂਤਰਿਕ ਆਖਿਆ ਜਾਂਦਾ ਹੈ। ਹਿੰਦੁਸਤਾਨ ਵਿੱਚ ਇੱਕ ਨਾਮੀ ਗ੍ਰਾਮੀ ਤਾਂਤਰਿਕ ਸੀ, ਹੁਣ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਕੁਝ ਐਸੀਆਂ ਚੀਜ਼ਾਂ ਮਿਲੀਆਂ ਨੇ ਜਿਹੜੀਆਂ ਆਮ ਸੰਗਤਾਂ ਦੇ ਸਾਹਮਣੇ ਕਹਿਣ ਵਾਲੀਆਂ ਨਹੀਂ ਹੁੰਦੀਆਂ। ਤੰਤਰ ਵਿੱਚ ਤੰਤਰ ਰੂਪ ਅਕਾਲ ਪੁਰਖ ਵਾਹਿਗੁਰੂ, ਤੰਤਰ ਨੂੰ ਵੀ ਫਲੀਭੂਤ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਇਸ਼ਟ ਇਸ਼ਟੇ, ਇਸ਼ਟ ਦੇਵ ਵਿੱਚ ਇਸ਼ਟ ਦੇਵ ਰੂਪ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ, ਪ੍ਰਣਾਮ ਹੈ। ਨਮੋ ਤੰਤਰ ਤੰਤਰੰ, ਤੰਤਰ ਵਿੱਚ ਤੰਤਰ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ। ਸਦਾ ਸਚਦਾਨੰਦ ਸਰੰਗ ਪ੍ਰਣਾਸੀ, ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹਦੇ ਤਿੰਨ ਵਿਸ਼ੇਸ਼ ਗੁਣ ਧਰਮ ਗ੍ਰੰਥਾਂ ਅੰਦਰ ਵਰਣਨ ਕੀਤੇ ਨੇ। ਰਿਗ ਵੇਦ ਦੀ ਕੰਠ ਉਪਨਿਸ਼ਦ ਦਾ ਪਹਿਲਾ ਹੀ ਮੰਤਰ ਹੈ, ਅਖੰਡ ਮੰਡਲਾਕਾਰੰ ਵਿਆਪਤੰ ਯੇਨ ਚਰਾਚਰੰ। ਬ੍ਰਹਮ ਸਤ ਹੈ, ਚੇਤਨ ਹੈ, ਆਨੰਦ ਹੈ। ਉਹ ਇਸ ਵਿਚਾਰਧਾਰਾ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਸਮਝਾਇਆ। ਫਿਰ ਪੜ੍ਹਨਾ ਇਹੀ ਸ਼ਬਦ, ਸਦਾ ਸਦਾ ਸਚਦਾਨੰਦ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਹੀ ਸਤ, ਚੇਤਨ ਤੇ ਆਨੰਦ ਦੇਣ ਵਾਲਾ ਦਾਤਾਰ ਹੈ। ਤੂੰ ਸਦਾ ਹੀ ਸੱਚ ਹੈ, ਤੂੰ ਸਦਾ ਹੀ ਆਨੰਦ ਹੈ, ਔਰ ਤੇ ਤੂੰ ਸਦਾ ਹੀ ਚੇਤਨ ਸਰੂਪ ਹੈ। ਤੂੰ ਕਦੇ ਜੜ ਨਹੀਂ ਹੋਇਆ। ਲਕਸ਼ਮਣ ਤੇ ਮੂਰਛਾ ਹੋ ਗਿਆ ਮੇਘ ਨਾਦ ਦੀ ਬਰਸ਼ੀ ਲੱਗਣ ਦੇ ਨਾਲ। ਭਗਵਾਨ ਕ੍ਰਿਸ਼ਨ ਜੀ ਕਿਤਨੀ ਵਾਰੀ ਮੂਰਛਾ ਹੋਏ ਰਾਜਾ ਖੜਗ ਸਿੰਘ ਦੇ ਨਾਲ ਯੁੱਧ ਕਰਦਿਆਂ ਕਰਦਿਆਂ। ਅਨੇਕਾਂ ਵਾਰੀ ਉਹ ਮੂਰਛਿਤ ਹੋ ਕੇ ਡਿੱਗੇ। ਹੇ ਅਕਾਲ ਪੁਰਖ ਵਾਹਿਗੁਰੂ, ਪਰ ਤੇਰੇ ਨਾਲ ਐਸਾ ਨਹੀਂ। ਤੂੰ ਸਦਾ ਹੀ ਸੱਚ ਸਰੂਪ ਹੈ, ਸਦਾ ਹੀ ਚੇਤਨ ਸਰੂਪ ਹੈ,
ਸਦਾ ਹੀ ਆਨੰਦ ਸਰੂਪ ਹੈ। ਸਦਾ ਸਚ ਦਾ ਆਨੰਦ ਸਤਰੰਗ ਸਰਵੰ ਸਰਬੰਗ ਪ੍ਰਨਾਸੀ, ਸਾਰਿਆਂ ਧਰਮ ਵਿਰੋਧੀਆਂ ਨੂੰ ਵਿਸ਼ੇਸ਼ ਕਰਕੇ ਨਾਸ਼ ਕਰਨ ਵਾਲਾ ਹੈ। ਅਰੂਪੇ ਅਨੂਪੇ ਅਰੂਪੇ ਆਹੇ ਅਰੂਪੇ ਅਨੂਪੇ, हे ਅਕਾਲ ਪੁਰਖ ਵਾਹਿਗੁਰੂ, ਤੂੰ ਰੂਪਾਂ ਤੋਂ ਰਹਿਤ ਹੈ, ਆਕਾਰਾਂ ਤੋਂ ਰਹਿਤ ਹੈ, ਅਨੂਪੇ ਉਪਮਾ ਤੋਂ ਰਹਿਤ ਹੈ। ਤੇਰੀ ਉਪਮਾ ਕੋਈ ਬਿਆਨ ਨਹੀਂ ਕਰ ਸਕਦਾ। ਸਮਸਤੁਲ ਨਿਵਾਸੀ ਤੇ ਸਮਸਤੁਲ ਨਿਵਾਸੀ, ਸਾਰਿਆਂ ਦੇ ਵਿੱਚ ਸੰਪੂਰਨ ਨਿਵਾਸ ਕਰਨ ਵਾਲਾ ਹੈ। ਕੋਈ ਜਗ੍ਹਾ ਵੀ ਖਾਲੀ ਨਹੀਂ, ਕੋਈ ਥਾਂ ਵੀ ਖਾਲੀ ਨਹੀਂ ਜਿੱਥੇ ਤੇਰਾ ਨਿਵਾਸ ਨਾ ਹੋਵੇ। ਜੇ ਜਹਾਜ਼ ਡੁੱਬਣ ਲੱਗਾ ਤੇ ਯਾਦ ਕੀਤਾ, ਜੇ ਦੂਰ ਹੁੰਦੇ ਤਾਂ ਕਿਵੇਂ ਪਹੁੰਚਦੇ? ਨਾਲ ਨਾਲ ਨਿਵਾਸ ਕਰਦੇ ਸਨ, ਸਭ ਥਾਵਾਂ ਵਿੱਚ ਨਿਵਾਸ ਕਰਦੇ ਨੇ। ਇਹ ਅਕਾਲ ਪੁਰਖ ਵਾਹਿਗੁਰੂ, ਤੂੰ ਸਰਬ ਨਿਵਾਸੀ ਹੈ। ਸਦਾ ਸਚ ਦਾ ਆਨੰਦ ਸਤਰੰਗ ਪ੍ਰਨਾਸੀ, ਸਦਾ ਸਚ ਦਾ ਆਨੰਦ ਸਰਵੰ ਪ੍ਰਣਾਸੀ ਸਾਰਿਆਂ ਅਧਰਮੀਆਂ ਨੂੰ ਨਾਸ਼ ਕਰਨ ਵਾਲਾ ਹੈ। ਅੱਗੇ ਅਨੂਪੇ हाँ, ਅਰੂਪੇ उपमा तो रहता है, रूपा तो रहता है, समस्तुल ਸਮਸਤੁਲ ਨਿਵਾਸੀ ਸਾਰਿਆਂ ਵਿੱਚ ਸੰਪੂਰਨ ਨਿਵਾਸ, ਸਾਰੇ ਸੰਪੂਰਨ ਸੰਸਾਰ ਵਿੱਚ ਸਰਬ ਨਿਵਾਸੀ ਹੈ। ਸਾਰਿਆਂ ਵਿੱਚ ਸੰਪੂਰਨਤਾ ਨਾਲ ਨਿਵਾਸ ਕਰਦਾ ਹੈ। ਕੋਈ ਜਗ੍ਹਾ, ਕੋਈ ਥਾਂ, ਕੋਈ ਮਨੁੱਖ ਖਾਲੀ ਨਹੀਂ ਜਿਸ ਵਿੱਚ ਤੇਰਾ ਨਿਵਾਸ ਨਾ ਹੋਵੇ। ਸਦਾ ਸਿੱਧਾ ਬੁੱਧਾ ਬ੍ਰਿਦਮ ਕਰਤਾ हे ਅਕਾਲ ਪੁਰਖ ਵਾਹਿਗੁਰੂ, ਤੂੰ ਸਦਾ ਹੀ ਆਪਣੇ ਪਿਆਰਿਆਂ ਨੂੰ ਸਿੱਧੀਆਂ ਦਾਤਾ ਹੈ। ਸਿੱਧ ਦਾ ਸਿੱਧੀਆਂ ਦੇਣ ਵਾਲਾ ਹੈ, ਬੁੱਧ ਦਾ ਬੁੱਧੀ ਦੇਣ ਵਾਲਾ ਹੈ। ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਤੇ ਵਿਰਧੀ ਕਰਨ ਵਾਲਾ ਹੈ। ਹਰ ਪਹਿਲੂ ਤੋਂ, ਹਰ ਗੁਣ ਨੂੰ, ਹਰ ਚੀਜ਼ ਨੂੰ ਤੂੰ ਵਿਰਧੀ ਕਰਨ ਵਾਲਾ ਹੈ, ਵਾਧਾ ਕਰਨ ਵਾਲਾ ਹੈ। ਅਦੋ ਉਰਦ ਅਰਦੰ ਅਗੰ ਓਗ ਹਰਤਾ ਇੱਕ ਇੱਕ ਲਫ਼ਜ਼ ਬੋਲਣਾ ਜੀ। ਅਦੋ ਦਾ ਭਾਵ ਹੈ ਪਤਾਲ ਲੋਕ, ਜੋ ਨੀਚਾ ਥਾਂ ਹੈ, ਤੇ ਉਰਦ ਉੱਪਰਲਾ ਲੋਕ ਜਿਹੜਾ ਜਿਸ ਨੂੰ ਅਸੀਂ ਆਕਾਸ਼ ਕਹਿੰਦੇ ਹਾਂ। ਅਦੋ ਤੇ ਅਰਦੰ, ਇਹਨਾਂ ਦੋਨਾਂ ਦੇ ਵਿਚਕਾਰ ਜੋ ਅੱਧਾ ਹੋਵੇ, ਦਰਮਿਆਨ ਹੋਵੇ, ਆਹ ਧਰਤ ਮਾਤ ਲੋਕ ਜਿੱਥੇ ਅਸੀਂ ਰਹਿੰਦੇ ਹਾਂ, ਧਰਤੀ ਦੀ ਇਹ ਰਚਨਾ। ਅਗੰ ਹਾਂ, ਇਹਨਾਂ ਸਾਰਿਆਂ ਦੇ ਵਿੱਚ ਹੈ ਅਕਾਲ ਪੁਰਖ ਵਾਹਿਗੁਰੂ, ਤੂੰ ਨਿਵਾਸ ਕਰਦਾ ਔਰ ਇਹਨਾਂ ਸਾਰਿਆਂ ਥਾਵਾਂ ਵਿੱਚ ਰਹਿਣ ਵਾਲੇ ਜੀਵਾਂ ਦੀ ਪ੍ਰਤਪਾਲਾ ਕਰਦਾ ਹੈ। ਅਗੰ ਓਗ ਹਰਤਾ ਓਗ ਦਾ ਅਰਥ ਕਰਦੇ ਸਨ ਮਹਾਪੁਰਸ਼ ਸਮੂਹ ਸਾਰੇ, ਸਮੂਹ ਸਾਰੇ ਹੀ। ਓਗ ਅਗੰ ਪਾਪਾਂ ਦਾ ਨਾਸ਼ ਕਰਨ ਵਾਲਾ ਹੈ, ਸਾਰੇ ਪਾਪਾਂ ਦਾ ਨਾਸ਼ਕ ਹੈ। ਜਿੱਥੇ ਤੂੰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਥੇ ਕਿਸੇ ਮਨੁੱਖ ਦੇ ਇੱਕ ਪਾਪ ਨੂੰ ਮਾਫ ਨਹੀਂ ਕਰਦਾ, ਸਾਰੇ ਹੀ ਉਹਦੇ ਗੁਨਾਹਾਂ ਤੇ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ਜੀ। ਪਰਮ ਪਰਮ ਪਰਮੇਸ਼ਵਰੰ ਪਰਮ ਪਰਮ ਪਰਮੇਸ਼ਵਰੰ, हे ਅਕਾਲ ਪੁਰਖ ਵਾਹਿਗੁਰੂ, ਤੂੰ ਪਰਮ ਵੱਡਿਆਂ ਤੋਂ ਵੀ ਪਰਮ ਵੱਡਾ ਪਰਮੇਸ਼ਵਰ ਹੈ, ਦੇਵਤਿਆਂ ਤੋਂ ਵੀ ਵੱਡਾ ਦੇਵਤਾ ਹੈ। ਪਰੋਸ਼ ਪਾਲੰ ਤੇ ਨਜ਼ਰ ਨਹੀਂ ਆਉਂਦਾ, ਇੰਜ ਪ੍ਰਤੀਤ ਹੁੰਦਾ ਹੈ, ਦੇਖਦੇ ਵੀ ਹਾਂ, ਤੱਕਦੇ ਵੀ ਹਾਂ, ਬੱਚੇ ਦੀ ਮਾਤਾ ਪ੍ਰਤਪਾਲਾ ਕਰ ਰਹੀ ਹੈ, ਦੁੱਧ ਪਿਲਾਉਂਦੀ ਹੈ, ਕੱਪੜੇ ਪਹਿਨਾਉਂਦੀ ਹੈ, ਭੋਜਨ ਖਵਾਉਂਦੀ ਹੈ, ਉਹਦਾ ਸਰਦੀ ਗਰਮੀ ਦਾ ਖਿਆਲ ਰੱਖਦੀ ਹੈ, ਤੇ ਸਮਝਦੇ ਹਾਂ ਮਾਤਾ ਪ੍ਰਤਪਾਲਾ ਕਰਦੀ ਏ। ਪਰ ਸਵਾਲ ਹੈ, ਜਦੋਂ ਜਨਮ ਨਹੀਂ ਸੀ ਹੋਇਆ ਉਦੋਂ ਕੌਣ ਪ੍ਰਤਪਾਲਾ ਕਰਦਾ ਸੀ? ਉਦੋਂ ਮਾਤਾ ਕਿਉਂ ਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨ ਹੋ ਵਿਸਾਰੀ ਹੈ। ਰਾਮ ਕਲੀ ਮਹੱਲਾ ਤੀਜਾ। ਪਰੋਸ਼ ਨਜ਼ਰ ਕੋ ਗੁਪਤ ਹੋ ਕੇ, ਅਲੁਪਤ ਹੋ ਕੇ, ਨਜ਼ਰ ਨਹੀਂ ਆਉਂਦਾ। ਪਰੋਸ਼ ਪਾਲੰ ਗੁਪਤ ਹੋ ਕੇ, ਦੇਖੇ ਤੋਂ ਬਿਨਾ, ਡਿੱਠੇ ਤੋਂ ਬਿਨਾ। ਪਰੋਸ਼ ਅਡਿੱਠ ਹੋ ਕੇ, ਪਾਲੰ ਸਰਬ ਦੀ ਪ੍ਰਤਪਾਲਾ ਕਰਦਾ ਹੈ। ਸਦਾ ਸਰਬਦਾ ਹਾਂਜੀ, ਸਦਾ ਹੀ, ਹਮੇਸ਼ਾ ਹੀ, ਸਰਬ ਦਾ, ਸਾਰਿਆਂ ਨੂੰ ਦਾਨ ਦਿੰਦਾ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਦਾ? ਸਿੱਧ ਦਾਤਾ ਹਾਂ, ਸਿੱਧੀਆਂ ਦਾ ਦਾਤਾ ਹੈ ਤੂੰ, ਪਦਾਰਥਾਂ ਦਾਤਾ ਹੈ ਤੂੰ, ਦਿਆਲੰ ਦਿਆਲੂ ਹੈ। ਕਿਉਂਕਿ ਜਦੋਂ ਵੀ ਕਿਸੇ ਨੂੰ ਕੋਈ ਦਿੱਤਾ ਜਾਂਦਾ ਹੈ, ਦਿਆਲੂ ਹੋ ਕੇ ਦਿੱਤਾ ਜਾਂਦਾ ਹੈ। ਤਮੋ ਵਰਤੀ ਵਿੱਚ, ਕ੍ਰੋਧ ਵਿੱਚ ਕਦੇ ਕਿਸੇ ਨੂੰ ਦਾਨ ਨਹੀਂ ਦਿੱਤਾ ਜਾ ਸਕਦਾ। ਦਿਆਲੂ ਹੋ ਕੇ ਹੀ ਕਿਸੇ ਨੂੰ ਦਾਨ ਦਿੱਤਾ ਜਾਂਦਾ ਹੈ। ਅਛੇਦੀ ਇਹ ਅਕਾਲ ਪੁਰਖ ਵਾਹਿਗੁਰੂ, ਅਛੇਦੀ ਤੂੰ ਕੱਟਣ ਤੋਂ ਰਹਿਤ ਹੈ, ਅਭੇਦੀ ਭੇਦ ਪਾਉਣ ਤੋਂ ਰਹਿਤ ਹੈ। ਅਨਾਮੰ ਹਾਂਜੀ, ਅਕਾਮੰ ਇਹ ਅਕਾਲ ਪੁਰਖ ਵਾਹਿਗੁਰੂ, ਤੂੰ ਨਿਸ਼ਚਿਤ ਨਾਮਾਂ ਤੋਂ ਰਹਿਤ ਹੈ, ਅਣਗਿਣਤ ਨਾਮਾਂ ਵਾਲਾ ਹੈ। ਦੁਨੀਆ ਦੀਆਂ ਕਾਮਨਾਵਾਂ ਤੋਂ ਤੂੰ ਰਹਿਤ ਹੈ, ਇਸ ਲਈ ਅਕਾਮੰ ਕਾਮਨਾਵਾਂ ਤੋਂ ਰਹਿਤ ਹੈ। ਸਮਸਤੋ ਪਰਾਜੀ ਇਹ ਅਕਾਲ ਪੁਰਖ ਵਾਹਿਗੁਰੂ, ਸਮਸਤੋ ਪਰਾਜੀ, ਸਮਸਤੋ ਸਾਰਿਆਂ ਦੇ ਤਾਈਂ ਪਰਾਜੀ, ਉਤਪਤ ਕਰਨ ਵਾਲਾ ਹੈ, ਸਾਰਿਆਂ ਨੂੰ ਉਤਪੰਨ ਕਰਨ ਵਾਲਾ ਹੈ, ਸਭਨਾਂ ਦੀ ਉਤਪਤੀ ਦਾ ਕਰਨ ਵਾਲਾ ਤੂੰ ਖੁਦ ਆਪ ਹੈ। ਸਮਸਤਸਤਾਮੰ ਸਮਸਤਸਤਾਮੰ, ਸਮਸਤਸਤ ਇਕੱਠਾ ਪੜਿਆ ਜਾਂਦਾ ਹੈ।
ਤੇ ਸਮਸਤਸ ਧਾਮੰ, ਸਾਰਿਆਂ ਦਾ ਤੂੰ ਧਾਮੰ ਘਰ ਰੂਪ ਹੈ। ਜਿਨ੍ਹਾਂ ਨੂੰ ਕਿਤੇ ਵੀ ਕੋਈ ਥਾਂ ਟਿਕਾਣਾ ਨਾ ਚੱਲੇ, ਉਹਨੂੰ ਤੇਰੇ ਚਰਨਾਂ ਵਿੱਚ ਘਰ ਮਿਲ ਜਾਂਦਾ ਹੈ। ਤੇਰਾ ਘਰ ਹੀ ਉਹਦਾ ਘਰ ਹੈ। ਫੂਲ ਕੇ ਵੰਸ਼ ਨੂੰ ਪਟਿਆਲਾ ਰਾਜ ਘਰਾਣੇ ਦੇ, ਨਾਭਾ ਰਾਜ ਘਰਾਣੇ ਦੇ ਵਡੇਰੇ ਲੋਕਾਂ ਨੂੰ ਹੁਕਮਨਾਮੇ ਵਿੱਚ ਦਸ਼ਮੇਸ਼ ਪਿਤਾ ਜੀ ਨੇ ਲਿਖਿਆ ਸੀ, ਤੇਰਾ ਘਰ ਸੋ ਮੇਰਾ ਘਰ ਅਸ ਹੈ, ਤੇ ਮੇਰਾ ਘਰ ਸੋ ਤੇਰਾ ਘਰ ਅਸ ਹੈ। ਮੇਰਾ ਘਰ ਤੇਰਾ ਘਰ ਹੈ, ਰਾਮ ਸਿੰਘ, ਤਲੋਕ ਸਿੰਘ, ਔਰ ਤੁਹਾਡਾ ਘਰ ਮੇਰਾ ਘਰ ਹੈ। ਸਮਸਤਸ ਧਾਮੰ, ਇਹ ਅਕਾਲ ਪੁਰਖ ਵਾਹਿਗੁਰੂ ਤੂੰ ਸਾਰਿਆਂ ਨੂੰ ਹੀ ਧਾਮੰ ਘਰ ਰੂਪ ਹੋ ਕੇ ਘਰਾਂ ਦਾ ਦੇਣ ਵਾਲਾ ਹੈ। ਦੁਨੀਆ ਵਿੱਚ ਤੂੰ ਕਿਸੇ ਨੂੰ ਵੀ ਨਿਥਾਵਾਂ ਦੇ ਕੇ ਬਰਦਾਸ਼ਤ ਨਹੀਂ ਕਰ ਸਕਦਾ, ਨਿਥਾਵਿਆਂ ਨੂੰ ਵੀ ਤੂੰ ਥਾਂ ਦੇਣ ਵਾਲਾ ਹੈ। ਇਉਂ ਦਸ਼ਮੇਸ਼ ਪਿਤਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਹਨ। ਹਾਂ, ਅਗਲਾ ਵਿਚਾਰ, ਕਿਉਂਕਿ ਜੇ ਸਾਜ ਆਏ ਨੇ ਤੇ ਇਹਨਾਂ ਦਾ ਮਤਲਬ ਹੈ ਕੀਰਤਨ ਹੋਵੇਗਾ। ਮਹਾਨ ਕੀਰਤਨੀਏ, ਮਹਾਨ ਵਿਦਵਾਨ, ਮਹਾਨ ਸੰਗੀਤਕਾਰ। ਕਿਉਂਕਿ ਦਾਸ ਬਹੁਤ ਛੋਟਾ ਹੈ। ਜਦੋਂ ਭਾਈ ਸੰਤਾ ਸਿੰਘ ਜੀ ਦਾ ਕੀਰਤਨ ਸਮਝ ਹੁਣ ਵੀ ਕੋਈ ਨਹੀਂ, ਉਦੋਂ ਵੀ ਨਹੀਂ, ਪਰ ਕਦੇ ਕਦੇ ਅੱਜ ਕੱਲ੍ਹ ਉਹਨਾਂ ਦੇ ਭਤੀਜੇ ਕੀਰਤਨ ਕਰਦੇ ਨੇ, ਭਾਈ ਸਾਹਿਬ, ਭਾਈ ਸਵਰਨ ਸਿੰਘ ਜੀ ਦੇ ਬੱਚੇ। ਬਾਹਰੋਂ ਸੁਣੀਏ, ਗੁਰਦੁਆਰਾ ਸੀਸਗੰਜ ਸਾਹਿਬ ਤੋਂ ਬਾਹਰ ਆਵਾਜ਼ ਜਦੋਂ ਸੁਣਾਈ ਦੇਵੇਗੀ ਤੇ ਇੰਝ ਭੁਲੇਖਾ ਲੱਗੇਗਾ ਜਿਵੇਂ ਭਾਈ ਸੰਤਾ ਸਿੰਘ ਕੀਰਤਨ ਕਰ ਰਹੇ ਨੇ। ਹਨ ਉਹਨਾਂ ਦੇ ਭਤੀਜੇ, ਭਾਈ ਸਵਰਨ ਸਿੰਘ ਜੀ ਦੇ ਬੱਚੇ ਹਨ। ਤਾਂ ਬੇਨਤੀ ਕਰ ਰਿਹਾ ਸਾਂ, ਆਪਣੇ ਸਮੇਂ ਦੇ ਮਹਾਨ ਵਿਦਵਾਨ, ਗੁਣਵਾਨ ਪਿਆਰਿਆਂ ਨੇ ਆਪ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ, ਇਸ ਲਈ ਇੱਥੇ ਸਮਾਪਤੀ ਕਰਦਾ ਹਾਂ। ਤੇਰਾ ਜੋਰ ਚਾਚਰੀ ਛੰਦ, ਜਲੇ ਹੈ ਥਲੇ ਹੈ, ਅਭੀਤ ਹੈ ਅਭੇ ਹੈ, ਪ੍ਰਭੂ ਹੈ ਅਜੂ ਹੈ, ਆਦੇਸ ਹੈ ਅਭੇਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰਥ ਸਾਹਿਬ। ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੋ ਕੇ ਪਰਮ ਤਪਸਵੀ, ਪਰਮ ਤਿਆਗੀ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਹਾਜ਼ਰ ਹੋ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਰਸ ਭਿੰਨੜਾ ਅੰਮ੍ਰਿਤ ਕੀਰਤਨ ਕੀਤਾ ਹੈ। ਪਾਵਨ ਪਵਿੱਤਰ ਅੰਮ੍ਰਿਤ ਕੀਰਤਨ ਸਰਵਨ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਆਗੈ ਦੇਖੋ ਡਉ ਜਲੈ, ਪਾਛੈ ਹਰਿਓ ਅੰਗੂਰ। ਸ੍ਰੀ ਰਾਗ ਮਹੱਲਾ ਪਹਿਲਾ, ਅਸ਼ਟਪਦੀਆ। ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਚਤਰ ਸਿੰਘ ਜੀ ਦੇ ਨਾਲ ਭਾਈ ਪਰਮਜੀਤ ਸਿੰਘ ਜੀ ਬਹੁਤ ਲੰਬਾ ਸਮਾਂ ਕੀਰਤਨ ਦੀ ਸੇਵਾ ਕਰਦੇ ਰਹੇ ਹਨ। ਭਾਈ ਸਾਹਿਬ ਜੀ ਹਰ ਸਾਲ ਅਸਥਾਨ ਦੇ ਵੱਡੇ ਸਮਾਗਮ ਤੇ ਦਰਸ਼ਨ ਬਖਸ਼ਦੇ ਰਹਿੰਦੇ ਹਨ। ਜਦੋਂ ਅਸਥਾਨ ਦੀ ਨੀਂਹ ਰੱਖੀ ਤਾਂ ਜਿੱਥੇ ਮਹਾਂਪੁਰਸ਼ਾਂ ਨੇ ਦਰਸ਼ਨ ਬਖਸ਼ੇ, ਪੰਜ ਪਿਆਰਿਆਂ ਵਿੱਚ ਸ਼ਾਮਲ ਹੋਏ, ਉੱਥੇ ਭਾਈ ਸਾਹਿਬ ਭਾਈ ਚਤਰ ਸਿੰਘ ਜੀ ਨੂੰ ਇੱਕ ਰਸਿਕ ਬੈਰਾਗੀ ਕੀਰਤਨੀਏ ਨੂੰ ਵੀ ਬੇਨਤੀ ਕੀਤੀ ਸੀ ਦਾਸ ਨੇ, ਕਿਉਂਕਿ ਇਹ ਅਸਥਾਨ ਗੁਰਬਾਣੀ ਦੇ ਪ੍ਰਵਾਹ, ਗੁਰਬਾਣੀ ਦੇ ਕੀਰਤਨ ਪ੍ਰਵਾਹ,
ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੇ ਪ੍ਰਵਾਹ, ਗੁਰਬਾਣੀ ਦੀ ਕਥਾ ਵਿਚਾਰ ਦੇ ਪ੍ਰਵਾਹ ਲਈ ਸੰਗਤਾਂ ਬਣਾਉਂਦੀਆਂ ਹਨ। ਮਹਾਂਪੁਰਸ਼ ਸਰਵਾਉਂਦੇ ਹਨ, ਆਪ ਕੀਰਤਨੀ ਇਹੋ, ਆਪ ਨੇ ਵੀ ਨਾਲ ਸ਼ਾਮਲ ਹੋਣਾ। ਜੋ ਉਹਨਾਂ ਨੇ ਪ੍ਰਵਾਨ ਕੀਤਾ ਤੋ ਗੁਰੂ ਬਖਸ਼ਿਸ਼ ਕਰੇ ਹੋਰ ਮਿਹਰਾਮਤਾਂ, ਤੇ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਅੱਛੇ ਤਰੀਕੇ ਨਾਲ ਕੀਰਤਨ ਕਰ ਸਕਣ। ਹਜ਼ੂਰ ਗੁਰੂ ਪਰਮੇਸ਼ਵਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦਾ ਵਿਚਾਰ ਆਰੰਭ ਹੈ। ਸਵਾਮੀ ਵਿਵੇਕਾਨੰਦ ਜੀ ਅਮਰੀਕਾ ਵਿੱਚ ਜਿਸ ਵੇਲੇ ਇਸ ਸਦੀ ਦੇ ਆਰੰਭ ਹੋਣ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਦੇ ਮੁਤਲਕ ਵਿਚਾਰ ਯੂਨੀਵਰਸਿਟੀ ਵਿੱਚ ਰੱਖ ਰਹੇ ਸਨ, ਤਾਂ ਕੁਝ ਅਮਰੀਕਨ ਵਿਦਿਆਰਥੀਆਂ ਨੇ ਸਵਾਲ ਕੀਤਾ ਸੀ, ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਆਦਮੀ 1.25 ਲੱਖ ਦਾ ਮੁਕਾਬਲਾ ਕਰ ਸਕੇ? ਇਹ ਤੇ ਨਾਮੁਮਕਿਨ ਗੱਲ ਹੈ। ਇੱਕ ਆਦਮੀ ਇਕੱਲਾ ਤੇ ਉਹਦੇ ਸਾਹਮਣੇ 1.25 ਲੱਖ ਹੋਵੇ, ਨਹੀਂ ਮੁਕਾਬਲਾ ਹੋ ਸਕਦਾ। ਪਰ ਸਵਾਮੀ ਵਿਵੇਕਾਨੰਦ ਜੀ ਨੇ ਉਹਨਾਂ ਤਮਾਮ ਲੋਕਾਂ ਦੇ ਸਵਾਲਾਂ ਨੂੰ ਨਿਰੁੱਤਰ ਕਰਦਿਆਂ ਹੋਇਆਂ ਕਿਹਾ ਸੀ, ਉਹ ਤੇ ਉਹਨਾਂ ਦੀ ਮੌਜੂਦਗੀ ਦੀ ਗੱਲ ਏ। ਅੱਜ ਵੀ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਪਾਨ ਕਰ ਲਵੇ ਤੇ ਉਹ ਅੱਜ ਵੀ ਇੱਕ ਸਿੱਖ 1.25 ਲੱਖ ਦਾ ਮੁਕਾਬਲਾ ਕਰਨ ਦਾ ਬਲ ਪ੍ਰਾਪਤ ਕਰ ਲੈਂਦਾ ਹੈ। ਪਿਆ ਲੱਖੋ ਸਵਾਮੀ ਵਿਵੇਕਾਨੰਦ ਤੋ ਇਹ ਚਿੜੀਆਂ ਤੋਂ ਬਾਜ ਤੁੜਾਉਣ ਵਾਲਾ, ਤੇ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਵਰਗਿਆਂ ਨਿਰਬਲ ਲੋਕਾਂ ਤੋਂ ਹਾਥੀਆਂ ਦਾ ਮੁਕਾਬਲਾ ਕਰਵਾਉਣ ਵਾਲਾ, ਇੱਕ ਇੱਕ ਨੂੰ 1.25 ਲੱਖ ਨਾਲ ਲੜਾਉਣ ਵਾਲਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬਲ ਦੇਣ ਵਾਲਾ ਬਲ ਪ੍ਰਦਾਤਾ ਹੈ, ਪਰ ਆਪਣੇ ਆਪ ਨੂੰ ਖੁਦ ਨਿਰਬਲ ਬਿਆਨ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ 10ਵੇਂ ਗ੍ਰੰਥ ਵਿੱਚ ਅਨੇਕਾਂ ਸ਼ਬਦ ਹਨ। ਇਹ ਸ਼ਬਦ ਆਪਨੇ ਕਈ ਵਾਰੀ ਸੁਣਿਆ ਹੋਵੇਗਾ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੋਸੋ, ਭੂਲ ਸ਼ਿਮੋ ਹਮਰੀ ਪ੍ਰਭ ਆਪਨ, ਭੂਲਨ ਹਾਰ ਕਹੂੰ ਕੋ ਮੋਸੋ, ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ, ਦੇਖੀਅਤ ਦਰਬ ਭਰੋਸੋ, या कल में सब काल कृपान के भारी पुजान को भारी परोसो। बचित्र नाटक 10ਵੇਂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਖੁਦ ਬੇਨਤੀ ਕਰਦੇ ਨੇ, ਤੁਸੀਂ ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਦੀਆਂ ਬਾਹਾਂ ਵਿੱਚ ਬਹੁਤ ਵੱਡਾ ਬਲ ਹੈ, ਆਪ ਦੀਆਂ ਭਾਰੀ ਭੁਜਾਂ ਹਨ, ਪਰ ਮੈਨੂੰ ਇਹਨਾਂ ਭਾਰੀ ਬਲਵਾਨ ਬਾਹਾਂ ਦਾ ਬਲ ਹੈ। ਆਦਮੀ ਨੂੰ ਅਭਿਮਾਨ ਹੋ ਜਾਂਦਾ ਹੈ, 10 ਬਾਹਾਂ ਉਹਦੇ ਨਾਲ ਹੋਣ, 10 ਬੰਦੇ ਘਰ ਦੇ ਹੋਣ, 10 ਬੰਦੇ ਪਿੱਛੇ ਤੁਰਦੇ ਹੋਣ। ਆਪਣੇ ਮੁਲਕ ਵਿੱਚ ਤੇ ਐਵੇਂ ਆਦਮੀ ਖਾਹ ਟਕਰਾਉਂਦਾ ਹੈ, ਪਰ ਇਹਨਾਂ ਬਲ ਪ੍ਰਦਾਤਾ ਹੋਣ ਦੇ ਬਾਵਜੂਦ ਵੀ ਅਕਾਲ ਪੁਰਖ ਵਾਹਿਗੁਰੂ ਤੋਂ ਬਲ ਮੰਗ ਰਹੇ ਨੇ। ਗੁਰੂ ਅਰਜਨ ਦੇਵ ਜੀ ਨੇ ਵੀ ਬੇਨਤੀ ਕੀਤੀ ਸੀ, ਮੇਰਾ ਜੋਰ ਨਹੀਂ ਨਾਨਕ ਕੀ ਬੇਨੰਤੀਆ, ਮੈਂ ਤੇਰਾ ਜੋਰ। ਬਿਲਾਵਲ ਮਹੱਲਾ 5। ਤਾਂ ਦਸ਼ਮੇਸ਼ ਪਿਤਾ ਜੀ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਇੱਕ ਅਲੌਕਿਕ ਛੰਦ ਉਚਾਰਨ ਕਰ ਰਹੇ ਨੇ। ਪਹਿਲਾਂ ਉਹਨਾਂ ਦੇ ਪਵਿੱਤਰ ਸ਼ਬਦਾਂ ਵਿੱਚ ਸਰਵਣ ਕਰੀਏ ਜੀ। ਤੇਰਾ ਜੋਰ ਚਾਚਰੀ ਛੰਦ। ਹੇ ਅਕਾਲ ਪੁਰਖ ਵਾਹਿਗੁਰੂ, ਜੇ ਕੋਈ ਇਹ ਕਹੇ, ਜਿਵੇਂ ਇੱਕ ਅਮਰੀਕਨ ਵਿਚਾਰਕ ਫਿਲਾਸਫਰ ਨੇ ਇਹ ਖਿਆਲ ਜਾਪ ਸਾਹਿਬ ਦੇ ਸੰਬੰਧ ਵਿੱਚ ਲਿਖਿਆ ਹੈ ਕਿ ਜਾਪ ਸਾਹਿਬ ਉਹ ਬਾਣੀ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਨੀਆ ਤੇ ਆਪਣੇ ਤੋਂ ਪਹਿਲੇ ਜਿਤਨੇ ਧਰਮ ਗ੍ਰੰਥ ਨੇ ਉਹਨਾਂ ਨਾਲੋਂ ਕਈ ਵੱਖਰੇ ਨਾਮ ਅਕਾਲ ਪੁਰਖ ਵਾਹਿਗੁਰੂ ਦੇ ਲਿਖੇ ਹਨ। ਇਸ ਬਾਣੀ ਦੇ ਅੰਦਰ ਕਈ ਅਲੌਕਿਕ ਨਾਮ ਨੇ ਜਿਹੜੇ ਪਹਿਲਾਂ ਨਹੀਂ ਸਨ ਮਿਲਦੇ। ਹਜ਼ੂਰ ਨੇ ਆਪਣੀ ਪਾਵਨ ਪਵਿੱਤਰ ਬਾਣੀ ਅੰਦਰ ਉਹਨਾਂ ਨਾਮਾਂ ਦਾ ਵੀ ਇੱਥੇ ਵਰਣਨ ਕੀਤਾ ਹੈ
ਛੰਦ ਦੇ ਆਰੰਭ ਵਿੱਚ ਬਿਆਨ ਕਰ ਰਹੇ ਨੇ, ਮੇਰੇ ਪਾਸ ਕੋਈ ਜ਼ੋਰ ਨਹੀਂ, ਮੇਰਾ ਆਪਣਾ ਜ਼ੋਰ ਤਾਂ ਹੈ ਨਹੀਂ, ਮੇਰੀ ਆਪਣੀ ਤੇ ਤਾਕਤ ਹੈ ਹੀ ਨਹੀਂ। ਕਰੰਟ ਚਲਿਆ ਜਾਵੇ ਤਾਂ ਚਾਰ ਚਫੇਰੇ ਅੰਧੇਰਾ ਹੋ ਜਾਂਦਾ ਹੈ, ਨਾ ਚਾਨਣ ਰਹੇਗਾ, ਨਾ ਹਵਾਵਾਂ ਚੱਲਣਗੀਆਂ, ਨਾ ਇੰਡਸਟਰੀ ਹਰਕਤ ਕਰੇਗੀ। ਹੋਰ ਤਾਂ ਹੋਰ ਹਰ ਥਾਂ ਤੇ ਇੰਜ ਵਾਤਾਵਰਨ ਬਣ ਜਾਵੇਗਾ ਜਿਸ ਤਰ੍ਹਾਂ ਇਹ ਸੰਸਾਰ ਜਿਵੇਂ ਉਜੜਨ ਲੱਗਾ ਹੋਵੇ। ਇਸੇ ਹੀ ਤਰ੍ਹਾਂ ਜੇ ਮਨੁੱਖ ਸਮਝ ਲਵੇ ਕਿ ਮੈਂ ਕਥਨੀ ਕਰਦਾ ਹਾਂ, ਮੇਰੇ ਵਿੱਚ ਬੜੀ ਤਾਕਤ ਹੈ। ਭਾਵੇਂ ਸ਼ਾਸਤਰਾਂ ਨੇ, ਸੰਸਕ੍ਰਿਤ ਦੇ ਵਿਦਵਾਨਾਂ ਨੇ ਮੰਨਿਆ ਕਿ ਇੱਕ ਜਿਹੜਾ ਸੂਰਬੀਰ ਬਹਾਦਰ ਹੈ ਉਹ ਇਕੱਲਾ 10 ਆਦਮੀਆਂ ਦਾ ਮੁਕਾਬਲਾ ਕਰ ਸਕਦਾ ਹੈ, ਉਹਦੇ ਤੋਂ ਬਲਵਾਨ 100 ਆਦਮੀ ਦਾ ਮੁਕਾਬਲਾ ਇਕੱਲਿਆਂ ਕਰ ਸਕਦਾ ਹੈ। ਉਸ ਤੋਂ ਬਲੀ ਜਿਹੜਾ ਹੋਵੇਗਾ, ਇਹ ਇੱਕ ਆਦਮੀ 1000 ਆਦਮੀ ਦਾ ਮੁਕਾਬਲਾ ਕਰ ਸਕੇਗਾ। ਪਰ ਨਾਲ ਉਹ ਕਹਿੰਦੇ ਨੇ ਕਿ ਵਿਦਵਾਨ 20,000 ਆਦਮੀ ਦਾ ਇਕੱਲਿਆਂ ਮੁਕਾਬਲਾ ਕਰ ਸਕਦਾ ਹੈ। ਪਰ ਗੁਰਮਤ ਨੇ ਇਸ ਬਲ ਨੂੰ ਪ੍ਰਵਾਨ ਨਹੀਂ ਕੀਤਾ ਕਿ ਸ਼ਾਸਤਰਾਂ ਦਾ ਵਿਦਵਾਨ ਇਕੱਲਾ ਆਦਮੀ ਹੋਵੇ ਤੇ 20,000 ਆਦਮੀਆਂ ਦਾ ਮੁਕਾਬਲਾ ਕਰ ਲਵੇ। ਹਜ਼ੂਰ ਫਰਮਾਉਂਦੇ ਹਨ, ਜੋ ਜਾਣੈ ਹਉ ਕਥਨੀ ਕਰਤਾ, ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਬਸਟਾ ਜਿਹ ਫਿਰਤਾ, ਸਾਧ ਸੰਗ ਜਿਹ ਹਉਮੈ ਮਾਰੀ, ਨਾਨਕ ਤਾ ਕੋ ਮਿਲੇ ਮੁਰਾਰੀ। ਗੌੜੀ ਬਾਮਨ ਖਰੀ ਮਹੱਲਾ ਪੰਜਵਾਂ। ਜਿਸ ਮਨੁੱਖ ਨੇ ਸਮਝ ਲਿਆ ਮੈਂ ਕਥਨ ਕਰਦਾ ਹਾਂ, ਬਸ ਗਿਆ। ਤੇ ਜੇ ਮਨੁੱਖ ਸਰੀਰਕ ਬਲ ਦਾ ਅਭਿਮਾਨ ਕਰੇ ਤਾਂ ਵੀ ਇਹ ਨਿਰਬਲ ਹੈ। ਜੇ ਮਨੁੱਖ ਧਨ ਦਾ ਅਪਮਾਨ ਕਰੇ ਇਹ ਵੀ ਨਾਸ਼ਵੰਤ ਹੈ। ਜੇ ਫੌਜਾਂ ਦਾ, ਕਿਲਿਆਂ ਦਾ, ਤਾਕਤ ਦਾ ਮਾਨ ਕਰੇ, ਤਖਤਾਂ ਦਾ ਮਾਨ ਕਰੇ ਤਾਂ ਇਹ ਵੀ ਸਤੈਵੀ ਰਹਿਣ ਵਾਲਾ ਨਹੀਂ। ਦਸ਼ਮੇਸ਼ ਪਿਤਾ ਜੀ ਨੇ ਖੁਦ ਫਰਮਾਇਆ ਸੀ, ਓਰਾ ਗੁਰੂ ਰਸਤ ਬਰ ਮੁਲਕੋ ਮਾਲ ਵ ਮਾਰਾ ਪਨਾਸਤ ਯਜਦਾਂ ਅਕਾਲ। ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ। ਹਾਂ, ਫਿਰ ਕਿਸ ਦਾ ਜ਼ੋਰ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ, ਜਿਸ ਬਲ ਦਾ ਸਦਕਾ ਕੀੜੀ ਨੇ ਵੇ ਹਾਥੀ ਨੂੰ ਮਾਤ ਪਾ ਦਿੱਤਾ, ਚਿੜੀਆਂ ਨੇ ਬਾਜਾਂ ਦੇ ਖੰਭ ਤੋੜ ਦਿੱਤੇ, ਇੱਕ ਇੱਕ ਆਦਮੀ 1.25 ਲੱਖ ਨਾਲ ਜੂਝਦਾ ਰਿਹਾ। ਚਿੜੀਆਂ ਨੇ ਬਾਜਾਂ ਦੇ ਛੱਕੇ ਛੁਡਾ ਦਿੱਤੇ। ਤੇ ਜਿਹੜੇ ਵੱਡੇ ਵੱਡੇ ਕਿਹਰੀ ਸਾਰਦੂਲ ਮੁਗਲ ਸਨ, ਪਠਾਨ ਸਨ, ਮੁਗਲ ਮਤੰਗ ਮਾਰ ਗਾਜਤ ਸੰਤੋਖ ਸਿੰਘ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪਹਿਲਾ ਅਧਿਆਏ। ਜਿਹੜੇ ਮਸਤ ਹਾਥੀਆਂ ਵਾਂਗ ਹਿੰਦੁਸਤਾਨ ਦੀ ਆਬਰੂ ਨੂੰ, ਇੱਜ਼ਤ ਨੂੰ, ਆਨ ਤੇ ਸ਼ਾਨ ਨੂੰ, ਧਰਮਾਂ ਨੂੰ ਮਿੱਟੀ ਵਿੱਚ ਮਿਲਾਉਂਦੇ ਸਨ, ਗੁਰੂ ਗੋਬਿੰਦ ਸਿੰਘ ਜੀ ਦਾ ਬਲ ਪ੍ਰਾਪਤ ਕਰਕੇ ਮਹਾਕਵੀ ਜੀ ਕਹਿੰਦੇ ਨੇ ਉਹ ਹੁਣ ਸਿੰਘਾਂ ਦੇ, ਸ਼ੇਰਾਂ ਦੇ ਸਾਹਮਣੇ ਦੌੜਨੇ ਸ਼ੁਰੂ ਹੋ ਗਏ। ਗੁਰੂ ਕਾ ਖਾਲਸਾ ਗੱਜਦਾ ਹੈ, ਗੁਰੂ ਦੇ ਖਾਲਸੇ ਨੂੰ ਫਤਿਹ ਪ੍ਰਾਪਤ ਹੁੰਦੀ ਹੈ। ਉਹ ਬਲ ਹੈ ਤੇਰਾ ਜ਼ੋਰ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜ਼ੋਰ ਹੈ, ਬਲ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਤੇਰਾ ਜ਼ੋਰ ਹੈ, ਮੈਨੂੰ ਤੇਰਾ ਬਲ ਪ੍ਰਾਪਤ ਹੋਵੇ। ਗੁਰੂ ਰਾਮਦਾਸ ਜੀ ਨੇ ਖੁਦ, ਕਿਉਂਕਿ ਅਜੀਬ ਜਿਹਾ ਜੀਵਨ ਸੀ, ਪਿਆਲਾ ਖੋ ਸ੍ਰੀ ਵਾਹਿਗੁਰੂ, ਕਿਉਂਕਿ ਜਿਵੇਂ ਇੱਕ ਵਿਚਾਰਵਾਨ ਨੇ ਕਿਹਾ ਹੈ, ਹਮੇ ਤੋਂ ਸ਼ਰਮ ਆਤੀ ਹੈ ਖੁਦਾ ਹੋਤੇ ਹੁਏ। ਜਦੋਂ ਮਹਾਂਪੁਰਸ਼ਾਂ ਦਾ ਸਰੀਰ ਸ਼ਾਂਤ ਹੋਇਆ, ਆਪਣੇ ਆਪ ਨੂੰ ਯਤੀਮ ਜੇ ਸਮਝਦੇ ਸਾਂ। ਪਿਆਲਾ ਖੋ ਵੀ ਜਿਵੇਂ ਦੁਨੀਆ ਵਿੱਚ ਕੋਈ ਸਹਾਰਾ ਹੀ ਨਹੀਂ ਰਿਹਾ। ਗੁਰੂ ਰਾਮਦਾਸ ਜੀ ਦਾ ਜੀਵਨ ਕੈਸਾ ਬਸਰ ਹੋਇਆ, ਕਿਉਂਕਿ ਅਜੇ ਉਹ 5-4 ਸਾਲਾਂ ਤੇ 3 ਸਾਲਾਂ ਦੇ ਸਨ ਤਾਂ ਪਿਤਾ ਜੀ ਅਕਾਲ ਚਲਾਣਾ ਕਰ ਗਏ। ਨਾਨਕੇ ਘਰ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦੀ ਪਰਵਰਿਸ਼ ਕੀਤੀ। ਜ਼ਿੰਦਗੀ ਦਾ ਆਰੰਭ ਉਹਨਾਂ ਨੇ ਕੁਝ ਚਣੇ ਛੋਲੇ ਉਬਾਲ ਕੇ ਘੁੰਗਣੀਆਂ ਬਣਾ ਕੇ ਵੇਚਣ ਤੋਂ ਸ਼ੁਰੂ ਕੀਤੇ। ਇਸ ਲਈ ਕੁਝ ਇਤਿਹਾਸਕਾਰਾਂ ਨੇ ਉਹਨਾਂ ਨੂੰ ਘੁੰਗਣੀਆਂ ਵਾਲਾ ਗੁਰੂ ਵੀ ਬਿਆਨ ਕੀਤਾ ਹੈ। ਪਰ ਆਪ ਫਰਮਾਤੇ ਹਨ, ਕਿਸ ਹੀ ਜੋਰ ਅਹੰਕਾਰ ਬੋਲਣ ਕਾ, ਕਿਸ ਹੀ ਜੋਰ ਦੀ ਬਾਨ ਮਾਇਆ ਕਾ, ਮੈਂ ਹਰ ਬਿਨ ਟੇਕ ਧਰ ਅਵਰ ਨ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਮਾਰੂ ਸੋਲਹੇ ਮਹੱਲਾ ਚੌਥਾ। ਉਸੇ ਪਰੰਪਰਾ ਨੂੰ, ਉਸੇ ਵਿਚਾਰ ਨੂੰ ਦਸ਼ਮੇਸ਼ ਪਿਤਾ ਜੀ ਬਿਆਨ ਕਰ ਰਹੇ ਨੇ। ਮੈਨੂੰ ਤੇਰਾ ਬਲ ਪ੍ਰਾਪਤ ਹੈ,
ਮੈਂ ਜੋ ਕੁਝ ਵੀ ਬਿਆਨ ਕਰ ਰਿਹਾ ਹਾਂ, ਜੋ ਕੁਝ ਵੀ ਕਰ ਤੇ ਕਰਾ ਰਿਹਾ ਹਾਂ, ਉਹ ਤੇਰੇ ਬਲ ਦੁਆਰਾ ਕਰ ਰਿਹਾ ਹਾਂ। ਸੁਖਮਨੀ ਸਾਹਿਬ ਜੀ ਦੇ ਨਿਤਨੇਮੀ ਪ੍ਰੇਮੀ ਜਾਣਦੇ ਨੇ ਕਿ ਇਸ ਕਾ ਬਲ ਨਾ ਹੀ ਇਸ ਹਾਥ, ਕਰਨ ਕਰਾਮਨ ਸਰਬ ਕੋ ਨਾਥ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਜ਼ੋਰ ਦੁਆਰਾ, ਤੇਰੇ ਬਲ ਦੁਆਰਾ ਮੈਂ ਇਹ ਪਾਵਨ ਪਵਿੱਤਰ ਬਾਣੀ ਤੇਰੀ ਸਿਫਤ ਸਲਾਹ ਦਾ ਉਚਾਰਨ ਕਰਦਾ ਹਾਂ। ਚਾਚਰੀ ਛੰਦ, ਚਾਚਰੀ ਛੰਦ ਹੈ। ਦੁਬਾਰਾ ਇਸ ਛੰਦ ਨੂੰ ਦਸ਼ਮੇਸ਼ ਪਿਤਾ ਜੀ ਨੇ ਫਿਰ ਵਰਣਨ ਕੀਤਾ ਹੈ ਜੀ। ਜਲੇ ਹੈ ਹਾਂ, ਤੂੰ ਜਲੇ ਹੈ, ਪਾਣੀ ਵਾਲੇ ਥਾਵਾਂ ਸਮੁੰਦਰਾਂ ਵਿੱਚ ਵੀ ਤੂੰ ਹੈ। ਥਲੇ ਹੈ ਤੇ ਖੁਸ਼ਕ ਥਾਵਾਂ ਰੇਗਿਸਤਾਨਾਂ ਮਾਰੂ ਸਥਲਾਂ ਵਿੱਚ ਵੀ ਤੂੰ ਹੈ। ਅਪੀਤ ਹੈ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਜੜਤਾ ਤੋਂ ਰਹਿਤ ਹੈ। ਅਪੇ ਹੈ ਤੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਭੇਦ ਪਾਉਣ ਤੋਂ ਰਹਿਤ ਹੈ। ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਤਾਈਓ ਧਰਮ ਰੱਖਿਅਕ ਜੀ ਨੇ ਫਰਮਾਇਆ ਸੀ, ਹਰ ਕੀ ਗਤ ਨਹੀਂ ਕੋ ਜਾਣੇ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਗ ਸਿਆਣੇ। ਬਿਹਾਗੜਾ ਮਹੱਲਾ ਨਾਵਾਂ। ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਅਖੀਰਲੀ ਪ੍ਰੈਸ ਕਾਨਫਰੰਸ ਵਿੱਚ BBC ਦੇ ਕਾਰਸਪੈਂਡੈਂਟ ਨੂੰ ਇਸ ਸਵਾਲ ਤੇ ਜਵਾਬ ਵਿੱਚ ਕਿਹਾ ਸੀ, ਜਦੋਂ ਉਹਨਾਂ ਨੇ ਕਿਹਾ ਤੁਹਾਡੀ ਉਮਰ ਦਾ ਪਰਛਾਵਾਂ ਢਲ ਰਿਹਾ ਹੈ, ਅੱਗਾ ਨਜ਼ਦੀਕ ਵਿਖਾਈ ਦਿੰਦਾ ਹੈ, ਤੁਸੀਂ ਆਪਣਾ ਕੋਈ ਜਾਨਸ਼ੀਨ ਥਾਪਣ ਦੇ ਸੰਬੰਧ ਵਿੱਚ ਕੋਈ ਸੋਚਿਆ ਜਾਂ ਸਥਾਪਨ ਕੀਤਾ ਹੈ? ਉਹਨੇ ਜਵਾਬ ਦਿੱਤਾ ਸੀ, ਮਾਰਕ ਟੁਲੀ ਦੀ ਜਿਹੜੀ ਬੁੱਕ ਲਿਖੀ ਹੋਈ ਮਿਲਦੀ ਏ, ਉਹਦੇ ਵਿੱਚ ਉਹਨੇ ਜਵਾਬ ਵਿੱਚ ਆਖਿਆ ਸੀ ਇਸ ਪ੍ਰੈਸ ਵਾਲੇ ਨੂੰ, ਅਜੇ ਤੇ ਮੈਂ ਬਹੁਤ ਲੰਬਾ ਸਮਾਂ ਜਿਉਣਾ ਹੈ, ਅਜੇ ਮੈਂ ਬਹੁਤ ਲੰਬਾ ਸਮਾਂ ਦੁਨੀਆ ਤੇ ਰਹਿਣਾ ਹੈ, ਅਜੇ ਮੈਂ ਮੌਤ ਦੇ ਸੰਬੰਧ ਵਿੱਚ ਸੋਚਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਪਰ ਉਸੇ ਵਿਦਵਾਨ ਨੇ ਲਿਖਿਆ ਹੈ, ਪੰਡਿਤ ਜੀ ਨੂੰ ਇਹ ਕੀ ਪਤਾ ਸੀ ਕਿ ਆਉਣ ਵਾਲੀ ਸਵੇਰ ਉਹਨਾਂ ਵਾਸਤੇ ਨਹੀਂ ਹੈ। ਪਿਆਲਾ ਖੋਲ, ਆਉਣ ਵਾਲੀ ਸਵੇਰ ਉਹਨਾਂ ਵਾਸਤੇ ਨਹੀਂ ਹੈ। ਆਪਣੇ ਸਮੇਂ ਵਿੱਚ ਦੁਨੀਆ ਵਿੱਚ ਸ਼ੋਹਰਤ ਪ੍ਰਾਪਤ ਕਰਨ ਵਾਲਾ ਮਨੁੱਖ, ਆਪਣੇ ਸਮਾਨ ਜੋ ਕਿਸੇ ਸਿਆਸੀ ਆਦਮੀ ਨੂੰ ਸਮਝਣ ਵਾਲਾ ਨਹੀਂ ਸੀ, ਐਸਾ ਮਨੁੱਖ ਇੱਕ ਦਿਨ ਪਹਿਲਾਂ ਕਹਿੰਦਾ ਹੈ ਮੈਂ ਅਜੇ ਦੁਨੀਆ ਤੇ ਬਹੁਤ ਲੰਬਾ ਸਮਾਂ ਰਹਿਣਾ, ਮੈਂ ਅਜੇ ਸੋਚ ਨਹੀਂ ਸਕਦਾ। ਪਰ ਉਸ ਨੂੰ ਦੂਸਰਾ ਦਿਨ ਨਹੀਂ ਚੜ੍ਹਦਾ, ਦੂਸਰੀ ਸਵੇਰ ਨਹੀਂ ਹੁੰਦੀ, ਦੂਸਰਾ ਦਿਨ ਨਹੀਂ ਆਉਂਦਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੋ ਸਰਬ ਸ਼ਕਤੀਵਾਨ ਹੈ, ਉਹਦੇ ਚੋਜਾਂ ਨੂੰ, ਉਹਦੇ ਕੌਤਕਾਂ ਨੂੰ, ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਜੋ ਕੁਝ ਕਰਨਾ ਹੈ ਉਹ ਕੋਈ ਮਨੁੱਖ ਨਹੀਂ ਜਾਣ ਸਕਦਾ। ਇਸਲਾਮ ਦੀ ਹਿਸਟਰੀ ਵਿੱਚ ਮਿਲਦਾ ਹੈ ਕਿ ਇੱਕ ਵਾਰੀ ਸੱਲੱਲਾਹੁ ਅਲੈਹਿ ਵਸੱਲਮ ਪੈਗੰਬਰੇ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਤੇ ਉਹਨਾਂ ਦੇ ਸਾਹਬੀਆਂ ਨੇ, 4 ਸਾਹਬੀ, 4 ਮੁਰੀਦ ਜੋ ਉਹਨਾਂ ਦੇ ਪ੍ਰਮੁੱਖ ਸਨ, ਉਹਨਾਂ ਨੇ ਸਵਾਲ ਕੀਤਾ, ਹਬੀਬੇ ਖੁਦਾ, ਖੁਦਾਏ ਦੋਸਤ, ਇੱਕ ਗੱਲ ਦੱਸੋ, ਮੀਂਹ ਕਦੋਂ ਪਵੇਗਾ? ਤਾਂ ਪੈਗੰਬਰੇ ਇਸਲਾਮ ਕਹਿਣ ਲੱਗੇ, ਤੁਸੀਂ ਮੀਂਹ ਦੀ ਗੱਲ ਕਰਦੇ ਹੋ, ਇਹ ਤੇ ਖੁਦਾਵੰਦ ਕਰੀਮ ਜਾਣਦਾ ਹੈ ਮੀਂਹ ਕਦੋਂ ਪੈਣਾ ਹੈ, ਮੈਨੂੰ ਕੋਈ ਖਬਰ ਨਹੀਂ, ਮੈਨੂੰ ਕੋਈ ਸਾਰ ਨਹੀਂ, ਕਿਉਂਕਿ ਜੋ ਕੁਝ ਖੁਦਾ ਨੇ ਕਰਨਾ ਹੈ ਉਹਦਾ ਸਿਰਫ ਉਸੇ ਨੂੰ ਪਤਾ ਹੈ। ਇਸ ਵਾਸਤੇ ਅਭੇ ਹੈ, ਭੇਦ ਪਾਉਣ ਤੋਂ ਰਹਿਤ ਹੈ। ਆਹ ਵੱਡੀਆਂ ਤਾਕਤਾਂ ਬੜਾ ਜ਼ਿਆਦਾ ਖਰਚਾ ਕਰਦੀਆਂ ਹਨ ਇੱਕ ਦੂਸਰੇ ਮੁਲਕ ਦਾ ਭੇਦ ਲੈਣ ਵਾਸਤੇ, ਜਸੂਸੀ ਕਰਨ ਵਾਸਤੇ। ਹਰ ਮੁਲਕ ਇੱਕ ਦੂਸਰੇ ਦੀ ਜਸੂਸੀ ਕਰਦਾ ਹੈ। ਜਿਤਨੇ ਸਫੀਰ ਭੇਜੇ ਜਾਂਦੇ ਨੇ, ਉਹਨਾਂ ਦਾ ਸਭ ਤੋਂ ਵੱਡਾ ਕੰਮ ਜਿੱਥੇ ਇੱਕ ਦੂਸਰੇ ਦੇਸ਼ ਨਾਲ ਇੱਕ ਦੂਸਰੇ ਨੂੰ ਜੋੜਨ ਦਾ ਹੁੰਦਾ ਹੈ, ਉੱਥੇ ਨਾਲ ਨਾਲ ਉਹ ਆਪਣਾ ਕੰਮ ਜਾਰੀ ਰੱਖਦੇ ਨੇ, ਜਸੂਸੀ ਵੀ ਕਰਦੇ ਨੇ, ਤਾਂ ਜੋ ਦੇਸ਼ਾਂ ਨੂੰ ਕਮਜ਼ੋਰ ਕੀਤਾ ਜਾਵੇ ਤੇ ਫਿਰ ਆਪਣੇ ਪੈਰ ਉੱਥੇ ਜਮਾਏ ਜਾ ਸਕਣ। ਪਰ ਹੇ ਅਕਾਲ ਪੁਰਖ ਵਾਹਿਗੁਰੂ, ਤੇਰੀ ਕੋਈ ਜਸੂਸੀ ਨਹੀਂ ਕਰ ਸਕਦਾ। ਭੇ ਹੈ, ਭੇਦ ਪਾਉਣ ਤੋਂ ਰਹਿਤ ਹੈ। ਪ੍ਰਭੂ ਹੈ ਹੇ ਅਕਾਲ ਪੁਰਖ ਵਾਹਿਗੁਰੂ, ਪ੍ਰਭੂ ਹੈ, ਸਰਬ ਸ਼ਕਤੀਵਾਨ ਹੈ, ਸਮਰੱਥ ਹੈ, ਅਜੂ ਹੈ ਜਨਮ ਤੋਂ ਰਹਿਤ ਹੈ, ਆਦੇਸ਼ ਹੈ ਦੇਸ਼ਾਂ ਤੋਂ ਰਹਿਤ ਹੈ। ਸਾਰੇ ਦੇਸ਼ ਤੇਰੇ ਨੇ, ਪਰ ਇੰਜ ਨਹੀਂ ਕਿਹਾ ਜਾ ਸਕਦਾ ਵੀ ਉਹ ਸਿਰਫ ਫਲਾਣੇ ਦੇਸ਼ ਵਾਲਾ ਹੈ, ਫਲਾਣੇ ਥਾਂ ਤੇ ਰਹਿਣ ਵਾਲਾ ਹੈ। ਅਭੇਸ ਹੈ ਹਾਂ, ਭੇਸ ਬਨਾਵਟਾਂ ਤੋਂ ਰਹਿਤ ਹੈ, ਭੇਖਾਂ ਤੋਂ ਰਹਿਤ ਹੈ।
ਭੁਜੰਗ ਪ੍ਰਿਆਤ ਛੰਦ। ਫਿਰ ਭੁਜੰਗ ਪ੍ਰਿਆਤ ਛੰਦ, ਜੋ ਪਹਿਲਾਂ ਦੂਸਰਾ ਛੰਦ ਵਰਣਨ ਕੀਤਾ ਸੀ, ਉਸ ਦਾ ਫਿਰ ਆਰੰਭ ਕਰ ਰਹੇ ਹਨ। ਅਗਾਧੇ ਅਵਾਧੇ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਡੂੰਘੇ ਤੋਂ ਡੂੰਘਾ ਹੈ, ਅਬਾਧੇ ਨਾਸ਼ ਕਰਨ ਤੋਂ ਰਹਿਤ ਹੈ। ਆਨੰਦੀ ਸਰੂਪੇ। ਤੂੰ ਆਨੰਦ ਸਰੂਪ ਹੈ। ਤੇਰੇ ਸਰੂਪ ਨੂੰ ਐਸਾ ਨਹੀਂ ਕਿ ਬਾਹਰੋਂ ਆਨੰਦ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇ, ਤੂੰ ਖੁਦ ਆਨੰਦ ਸਰੂਪ ਹੈ। ਨਮੋ ਸਰਬ ਮਾਨੇ। ਸਾਰਿਆਂ ਤੇ ਮਾਨਿਕ ਤੈਨੂੰ ਨਮਸਕਾਰ ਹੈ। ਸਮਸਤੀ ਨਿਧਾਨੇ। ਸਾਰਿਆਂ ਖਜ਼ਾਨਿਆਂ ਦੀ ਬਖਸ਼ਿਸ਼ ਕਰਨ ਵਾਲਿਆ, ਤੈਨੂੰ ਨਮਸਕਾਰ ਹੈ। ਨਮਸਤੰ ਨਿਰਨਾਥੇ। ਹਾਂ, ਨਾਥ ਕਹਿੰਦੇ ਨੇ ਸਵਾਮੀ ਨੂੰ। ਫਿਰ ਇੱਥੇ ਇਹਦਾ ਉਚਾਰ ਨਮਸਤੰ ਨਿਰਨਾਥੇ, ਸਵਾਮੀਆਂ ਤੋਂ ਨਾਥਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀਓ ਨਮਸਕਾਰ ਹੈ। ਨਮਸਤੰ ਪ੍ਰਮਾਥੇ। ਵਿਸ਼ੇਸ਼ ਕਰਕੇ ਜਿਹੜੇ ਵੱਡੇ ਵੱਡੇ ਅਭਿਮਾਨੀ ਮਥਨ ਵਾਲੇ, ਨਾਸ਼ ਕਰਨ ਵਾਲੇ ਨੇ, ਉਹਨਾਂ ਨੂੰ ਨਾਸ਼ ਕਰਨਹਾਰ ਤੈਨੂੰ ਨਮਸਕਾਰ ਹੈ। ਨਮਸਤੰ ਅਗੰਜੇ। ਹੇ ਕੱਟਣ ਤੋਂ ਰਹਿਤ ਤੈਨੂੰ ਨਮਸਕਾਰ ਹੈ। ਨਮਸਤੰ ਅਪੰਜੇ। ਹੇ ਭੰਨਣ ਤੋਂ ਰਹਿਤ, ਪੱਥਰਾਂ ਵਾਂਗ ਤੋੜਨ ਤੋਂ ਰਹਿਤ ਤੈਨੂੰ ਨਮਸਕਾਰ ਹੈ। ਆ ਜਿੰਨਾ ਸੀਮਿੰਟ ਬਣਦਾ ਹੈ, ਪੱਥਰ ਪੀ ਪੀ ਕੇ ਬਣਾਇਆ ਜਾਂਦਾ ਹੈ, ਮਗਰ ਤੈਨੂੰ ਕੋਈ ਤੋੜ ਨਹੀਂ ਸਕਦਾ, ਨਾਸ਼ ਨਹੀਂ ਕਰ ਸਕਦਾ। ਇਹ ਭੰਨਣ ਤੋਂ ਰਹਿਤ ਤੈਨੂੰ ਨਮਸਕਾਰ ਹੈ। ਨਮਸਤੰ ਅਕਾਲੇ। ਕਾਲ ਮਿਰਤੂ ਤੋਂ ਰਹਿਤ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮਸਤੰ ਅਪਾਲੇ। ਹਾਂ, ਸਭਨਾਂ ਦੀ ਪ੍ਰਤਪਾਲਾ ਤੇ ਤੂੰ ਕਰ ਰਿਹਾ ਹੈ। ਜਿਨ੍ਹਾਂ ਦਾ ਕੋਈ ਵੀ ਨਾ ਹੋਵੇ, ਉਹਨਾਂ ਦੀ ਵੀ ਤੂੰ ਪ੍ਰਤਪਾਲਾ ਕਰਨ ਵਾਲਾ ਹੈ। ਮਾਂ ਜੀ ਨੇ ਅਰਜ਼ ਕੀਤੀ, ਬੇਨਤੀ ਕੀਤੀ। ਮਾਤਾ ਅਰਜ਼ ਕਰਨ ਲੱਗੇ, ਮਨਸਾ ਦੇਵੀ ਮਾਤਾ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਸੰਸਾਰ ਆਉਂਦਾ ਹੈ, ਵਰੋਸੰਦ ਹੈ, ਤੁਹਾਡੇ ਦਰ ਤੋਂ ਮਨ ਮੰਗੀਆਂ ਮੁਰਾਦਾਂ ਪ੍ਰਾਪਤ ਕਰਦਾ ਹੈ। ਆ ਦੇਖੋ, ਮੋਹਨ ਤੇ ਵਿਆਹ ਕੀਤਿਆਂ ਕਿੰਨੇ ਸਾਲ ਹੋ ਗਏ ਨੇ। ਪਿਆਲਾ ਖੋ ਸ੍ਰੀ ਵਾਹਿਗੁਰੂ। ਭਾਈ ਮਾਵਾਂ ਬੜੀਆਂ ਅਜੀਬ ਹੁੰਦੀਆਂ ਨੇ। ਪਹਿਲਾਂ ਉਹਨਾਂ ਨੂੰ ਪੁੱਤਰਾਂ ਦੇ ਵਿਆਹ ਦਾ ਸ਼ੌਕ ਹੁੰਦਾ ਹੈ, ਬਸ ਵਿਆਹ ਹੋਇਆ ਨਹੀਂ ਤੇ ਫਿਰ ਕਹਿਣਗੀਆਂ, ਭਾਈ ਜੀ ਹੁਣ ਅਰਦਾਸ ਕਰੋ ਮੇਰੇ ਘਰ ਪੋਤਰਾ ਹੋਵੇ। ਮਹਾਰਾਜ ਦੇਖੋ, ਮੋਹਨ ਦਾ ਵਿਆਹ ਹੋਇਆ ਕਿੰਨੇ ਸਾਲ ਹੋ ਗਏ ਨੇ, ਔਲਾਦ ਨਹੀਂ ਹੋਈ। ਬਖਸ਼ਿਸ਼ ਕਰੋ, ਮੋਹਨ ਦੇ ਘਰ ਵੀ ਪੁੱਤਰ ਹੋਵੇ, ਮੋਹਨ ਦੇ ਘਰ ਵੀ ਔਲਾਦ ਹੋਵੇ। ਹਜ਼ੂਰ ਕਹਿਣ ਲੱਗੇ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਸਭ ਕੁਝ ਬਖਸ਼ਣਹਾਰ ਨੇ, ਉਹਨਾਂ ਤੋਂ ਮੰਗੋ ਔਰ ਮੋਹਨ ਵੀ ਮੰਗੇ। ਪਰ ਮਾਂ ਜੀ ਨੇ ਆਖਿਆ, ਤੁਹਾਨੂੰ ਪਤਾ ਹੈ ਮੋਹਨ ਤਾਂ ਮਸਤਾਨਾ ਹੈ, ਮੋਹਨ ਤਾਂ ਦੀਵਾਨਾ ਹੈ। ਤਾਈਓ ਭਾਈ ਨੰਦ ਲਾਲ ਜੀ ਨੇ ਕਿਹਾ ਸੀ, ਗੁਰਮਤਿ ਇੱਕ ਮਾਰਗ ਹੈ ਤੇ ਗੁਰਮਤਿ ਮਾਰਗ ਦੀ ਉਲੰਘਣਾ ਨਹੀਂ ਕਰਨੀ। ਕਾਰੇ ਹਰ ਦੀਵਾਨਾ, ਕਾਰੇ ਹਰ ਦਾਨਾ ਨਾ ਬਾਸ਼ੁਦ, ਕਾਰੇ ਹਰ ਦੀਵਾਨਾ ਨੇਸਤ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਪ੍ਰਭੂ ਦੀ ਪ੍ਰਾਪਤੀ ਦਾ ਕੰਮ ਨਾ ਤਾਂ ਮਸਤਾਨਿਆਂ ਦੀਵਾਨਿਆਂ ਦਾ ਹੈ, ਨਾ ਦਾਨਿਆਂ ਦਾ ਹੈ। ਯਾਨੀ ਦੋਨਾਂ ਹਾਲਾਤਾਂ ਦੇ ਦਰਮਿਆਨ ਗੁਰਮਤਿ ਮਾਰਗ ਵਿੱਚ ਚੱਲਦਿਆਂ ਹੋਇਆਂ ਐਸੀ ਮਸਤੀ ਵੀ ਨਹੀਂ ਕਰਨੀ ਜਿਸ ਦੇ ਕਾਰਨ ਅਸੀਂ ਗੁਰਮਤਿ ਗੁਰਸਿੱਖੀ ਦੇ ਅਸੂਲਾਂ ਤੋਂ ਹੀ ਦੂਰ ਚਲੇ ਜਾਈਏ, ਉਹਨਾਂ ਦਾ ਹੀ ਤਿਆਗ ਕਰ ਦਈਏ। ਔਰ ਐਸੀ ਸਿਆਣਪ ਵੀ ਨਹੀਂ ਕਰਨੀ ਕਿ ਅਸੀਂ ਆਪਣੇ ਆਪ ਨੂੰ ਹੀ ਸਭ ਕੁਝ ਸਮਝਣ ਲੱਗ ਪਈਏ। ਇਸ ਵਾਸਤੇ ਜੋ ਆਦਰਸ਼ ਸਤਿਗੁਰੂ ਜੀ ਨੇ ਕਾਇਮ ਕੀਤੇ ਨੇ, ਉਹਨਾਂ ਮੁਤਾਬਿਕ ਚੱਲਣਾ ਹੈ। ਤੇ ਕਈ ਵਾਰੀ ਲੋਕ ਇਹ ਵੀ ਕਹਿੰਦੇ ਸੁਣੀਦੇ ਨੇ, ਲਓ ਜੀ, ਸਾਨੂੰ ਭਲਾ ਹੁਣ ਗੁਰਦੁਆਰੇ ਜਾਣ ਦੀ ਕੋਈ ਕੀ ਲੋੜ ਹੈ, ਅਸੀਂ ਘਰ ਬਹਿ ਕੇ ਸਭ ਕੁਝ ਕਰ ਲੈਂਦੇ ਹਾਂ। ਸਾਨੂੰ ਕੀਰਤਨ ਕਥਾ ਸੁਣਨ ਦੀ ਕੀ ਲੋੜ ਹੈ, ਆਪ ਕਰ ਲੈਂਦੇ ਹਾਂ। ਜਾਂ ਅਸੀਂ ਜੀ ਇਹਨਾਂ ਭਾਈਆਂ ਨਾਲੋਂ ਜਿਹੜੇ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਨੇ ਜ਼ਿਆਦਾ ਪੜ੍ਹੇ ਲਿਖੇ ਹਾਂ। ਐਸਾ ਮਨ ਦੇ ਅੰਦਰ ਖਿਆਲ ਆਉਂਦਾ ਹੈ। ਬਾਬਾ ਬੁੱਢਾ ਜੀ ਨੂੰ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਸੀ, ਬਾਬਾ ਜੀ ਅੱਜ ਇਸ਼ਨਾਨ ਕੀਤਾ ਹੈ ਕਿ ਨਹੀਂ ਕੀਤਾ? ਇਸ਼ਨਾਨ ਕੀਤਾ ਹੈ ਕਿ ਨਹੀਂ ਕੀਤਾ? ਬਾਬਾ ਜੀ ਬੈਠੇ ਨੇ ਔਰ ਦੇਖਿਆ ਹੋਵੇਗਾ ਅਣਗਿਣਤ ਵਾਰੀ। ਸੰਤ ਬਾਬਾ ਈਸ਼ਰ ਸਿੰਘ ਸਾਹਿਬ ਜੀ ਕਈ ਵਾਰੀ ਅਚਾਨਕ ਬਿਹੰਗਮਾਂ ਤੇ ਛਾਪਾ ਮਾਰਦੇ ਸਨ, ਵੀ ਉੱਠੇ ਨੇ ਕਿ ਨਹੀਂ, ਕੁਝ ਕਰਦੇ ਨੇ ਕਿ ਨਹੀਂ, ਕਿ ਚੰਗਾ ਚੋਖਾ ਖਾ ਪੀ ਕੇ ਬਸ ਆਰਾਮ ਹੀ ਕਰਦੇ ਨੇ। ਮੈਨੂੰ ਹਾਲਾਂ ਸਾਲ ਪੂਰਾ ਨਹੀਂ ਸੀ ਹੋਇਆ, ਡੇਰੇ ਗਿਆ, ਬੜੀ ਛੋਟੀ ਉਮਰ ਸੀ। ਤਾਂ ਕੀ ਹੋਇਆ, 4 ਵਜੇ 3:30 ਵਜੇ ਵਿਦਿਆਰਥੀ ਮੰਜੀਆਂ ਤੋਂ ਦੌੜਨੇ ਸ਼ੁਰੂ ਹੋ ਗਏ। ਪਿਆਲਾ ਖੋ ਸ੍ਰੀ। ਮੈਨੂੰ ਪਤਾ ਕੋਈ ਨਹੀਂ ਸੀ, ਕਿਉਂਕਿ ਸਾਧੂਆਂ ਦੀ ਭਾਸ਼ਾ, ਉਹਨਾਂ ਦੀ ਰਹੋ ਰੀਤੀ ਸਮਝਣੀ ਸੌਖੀ ਨਹੀਂ।
ਭਗਤ ਕਬੀਰ ਜੀ ਦੀ ਜੋ ਹਿੰਦੀ BA MA ਵਿੱਚ ਰਚਨਾ ਹਿੰਦੀ ਵਿੱਚ ਲੱਗਦੀ ਏ, ਇੱਕ ਤਾਂ ਤੇ ਉਹਨਾਂ ਨੇ ਕਿਹਾ ਹੈ 12 ਬਰਸ ਬਿਤਾਇਓ ਟੋਲੀ ਤਬ ਸਭ ਸਮਝਿਓ ਸੰਤਨ ਕੀ ਬੋਲੀ। 12 ਸਾਲ ਲੱਗ ਜਾਂਦੇ ਨੇ, ਇਹਨਾਂ ਦੀ ਭਾਸ਼ਾ ਸਮਝ ਗੋਚਰੀ ਨਹੀਂ ਆਉਂਦੀ। ਪਿੰਡਰਾ ਅਸਥਾਨ ਸਮਾਗਮ ਤੋਂ ਕੁਝ ਦਿਨ ਪਹਿਲਾਂ ਵਿਦਿਆਰਥੀਆਂ ਸਮੇਤ ਵੱਡੇ ਮਹਾਂਪੁਰਸ਼ ਡੇਰੇ ਜਾਂਦੇ ਸਨ। ਬਾਕੀ ਸਾਰਾ ਸਮਾਂ ਬਾਹਰ ਸੰਗਤਾਂ ਵਿੱਚ ਵਿਚਰਦੇ ਸਨ। ਮੈਨੂੰ ਵੀ ਇਹ ਪਹਿਲਾ ਜੋੜ ਮੇਲਾ ਸੀ, ਨਾਲ ਰਹਿੰਦਿਆਂ। ਸੁਬਾਹ ਸਵੇਰੇ ਜਲ ਪਾਣੀ ਵਰਤ ਰਿਹਾ ਸੀ। ਭਾਈ ਗੁਰਮੁਖ ਸਿੰਘ ਜੀ ਉੜੀਸਾ, ਜਿਹੜੇ ਮਹਾਂਪੁਰਸ਼ਾਂ ਦੀ ਚਿਖਾ ਵਿੱਚ ਹੀ ਛਾਲ ਮਾਰ ਕੇ ਉਹਨਾਂ ਦੇ ਨਾਲ ਹੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹ ਪ੍ਰਸਾਦੇ ਵਰਤਾ ਰਹੇ ਸਨ ਤੇ ਉੱਚੀ ਆਵਾਜ਼ ਨਾਲ ਕਹਿ ਰਹੇ ਸਨ, ਮਿੱਠੇ ਪ੍ਰਸਾਦੇ ਭਾਈ, ਮਿੱਠੇ ਪ੍ਰਸਾਦੇ। ਸਵੇਰ ਦੇ ਸਵੇਰੇ ਜਲ ਪਾਣੀ ਦੇ ਨਾਲ, ਕਿਉਂਕਿ ਲੰਗਰ ਦੀ ਸੇਵਾ, ਬਿਸਤਰਿਆਂ ਦੀ ਸੇਵਾ, ਆਈਆਂ ਸੰਗਤਾਂ ਦੇ ਸੰਭਾਲਣ ਦੀ ਸੇਵਾ, ਵਿਦਿਆਰਥੀਆਂ ਦੀ ਡਿਊਟੀ ਲਗਾ ਦਿੱਤੀ ਜਾਇਆ ਕਰਦੀ ਸੀ ਵੀ ਆਉਣ ਵਾਲੀਆਂ ਸੰਗਤਾਂ ਨੂੰ ਹੁਣ ਇਹ 10 ਦਿਨ ਤੁਸਾਂ ਸੰਭਾਲਣਾ ਹੈ ਤੇ ਪੜ੍ਹਾਈ ਲਿਖਾਈ ਦਾ ਸੰਕੋਚ ਰੱਖਣਾ। ਸੰਥਿਆ ਰੋਕ ਦਿਆ ਕਰਦੇ ਸਨ। ਤੋ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਆਵਾਜ਼ ਦੇ ਰਹੇ ਸਨ, ਮਿੱਠੇ ਪ੍ਰਸਾਦੇ, ਮਿੱਠੇ ਪ੍ਰਸਾਦੇ। ਇਸ ਵੇਲੇ ਮੇਰੇ ਨਜ਼ਦੀਕ ਆਏ। ਮੈਂ ਕਿਹਾ ਉਹ ਮਿੱਠੇ ਪ੍ਰਸਾਦੇ ਹੋਣਗੇ ਗੁੜ ਵਾਲੇ, ਜਿਹੜੇ ਕਦੇ ਕਦੇ ਖਾਣ ਨੂੰ ਮਿਲਦੇ ਸਨ। ਪਰ ਉਹ ਮਿੱਠੇ ਪ੍ਰਸਾਦੇ ਕੁਝ ਹੋਰ ਤਰ੍ਹਾਂ ਦੇ ਸਨ। ਜਿਸ ਵੇਲੇ ਮੇਰੇ ਪਾਸ ਆਏ, ਮੈਂ ਵੀ ਉਹ ਮਿੱਠੇ ਪ੍ਰਸਾਦੇ ਦੇ ਲਾਲਚ ਨਾਲ ਕਹਿ ਦਿੱਤਾ, ਜੀ ਮੈਨੂੰ ਵੀ ਦੇ ਦਿਓ ਮਿੱਠੇ ਪ੍ਰਸਾਦੇ। ਉਹਨਾਂ ਨੇ ਕਿਹਾ 1 ਲੈਣਾ ਹੈ, 1.25 ਲੱਖ ਲੈਣਾ ਹੈ ਕਿ 2 ਲੱਖ? ਮੈਂ ਕਿਹਾ ਜੀ 2 ਲੱਖ ਹੀ ਦੇ ਦਿਓ, ਮਿੱਠੇ ਪ੍ਰਸਾਦੇ ਜੋ ਹੋਏ। ਜਦੋਂ ਦੋਨਾਂ ਹੱਥ ਕਰਕੇ ਪ੍ਰਸਾਦੇ 2 ਉਹਨਾਂ ਨੇ ਦਿੱਤੇ, ਲੀਤੇ। ਜਿਸ ਵੇਲੇ ਗਰਾਹੀ ਮੂੰਹ ਵਿੱਚ ਪਾਈ ਤੇ ਉਹ ਰਾਤ ਦੇ ਪ੍ਰਸਾਦੇ ਸਨ, ਜਿਹੜੇ ਪਹਿਲਾਂ ਕਦੇ ਖਾਣ ਦਾ ਮੌਕਾ ਨਹੀਂ ਸੀ ਮਿਲਿਆ। ਪਿਆਲਾ ਖੋਲ ਸੀ। ਮੈਂ ਉਹਨਾਂ ਦੇ ਮੂੰਹ ਵੱਲ ਦੇਖਿਆ ਤੇ ਉਹ ਹੌਲੀ ਜੀ ਕਹਿਣ ਲੱਗੇ, ਉਹ ਭਜੰਗੀਆ, ਇਹ ਮਿੱਠੇ ਹੀ ਪ੍ਰਸਾਦੇ ਨੇ, ਇਹ ਮਿੱਠੇ ਪ੍ਰਸਾਦੇ ਨੇ। ਉਹ ਜਿਹੜੇ ਤੂੰ ਮਿੱਠੇ ਪ੍ਰਸਾਦੇ ਸਮਝਦਾ ਹੈ ਨਾ, ਉਹ ਘਰਾਂ 'ਚ ਮਿਲਦੇ ਨੇ, ਇੱਥੇ ਨਹੀਂ ਮਿਲਦੇ। ਔਰ ਹੁਣ ਇਹ ਜੂਠਾ ਵੀ ਨਹੀਂ ਛੱਡਣਾ। ਪਿਆਲਾ ਖੋਲ ਸੀ। ਤੋ ਬੇਨਤੀ ਕਰ ਰਹੇ ਸਾਂ, ਇਹ ਹੈ ਗੁਰੂ ਘਰ ਦੀ ਔਰ ਮਹਾਂਪੁਰਸ਼ਾਂ ਦੀ ਇੱਕ ਭਾਸ਼ਾ। 12 ਬਰਸ ਬਿਤਾਇਓ ਟੋਲੀ ਤਬ ਪਾ ਸਮਝਿਓ ਸੰਤਨ ਕੀ ਬੋਲੀ। ਆਸਾਨ ਨਹੀਂ ਸਮਝਣਾ, ਬੜੀ ਕਠਿਨਾਈ ਹੁੰਦੀ ਹੈ। ਤੋ ਸੁਬਾਹ ਸਵੇਰੇ ਦੁਰਾਹੇ ਦੀ ਘਟਨਾ ਹੈ। ਤੋ ਦੁਰਾਹੇ ਸਕੂਲ ਵਿੱਚ ਉਤਾਰਾ ਸੀ। ਸੁਬਾਹ ਸਵੇਰੇ 3:30 ਪੌਣੇ 4 ਵਜੇ ਕਈ ਵਿਦਿਆਰਥੀ ਉੱਠ ਕੇ ਦੌੜੀ ਜਾਣ। ਮੈਂ ਕਿਹਾ ਕੀ ਹੋ ਗਿਆ ਬਈ, ਇਹ ਕੀ ਬਣਿਆ, ਦੌੜੀ ਕਿਉਂ ਜਾ ਰਹੇ ਨੇ? ਔਰ ਦੌੜਨ ਵਾਲਿਆਂ ਵਿੱਚ ਜਿਹੜੇ ਗਿਆਨੀ ਕਲਾਸ ਵਿੱਚ ਸਨ ਨਾ, ਪਾੜੂ ਉਹ ਸਨ, ਉਹ ਦੌੜਦੇ ਜਾ ਰਹੇ ਸਨ। ਕਹਿਣ ਲੱਗੇ ਛਾਪਾ ਪੈ ਗਿਆ, ਛਾਪਾ ਪੈ ਗਿਆ। ਮੈਂ ਕਿਹਾ ਉਹ ਕੀ ਹੀ ਹੁੰਦਾ ਹੈ ਬਈ, ਇੱਥੇ ਕੋਈ ਐਸਾ ਕੰਮ ਤਾਂ ਨਹੀਂ ਹੈ ਕਿ ਕੋਈ ਪੁਲਿਸ ਛਾਪਾ ਮਾਰੇ ਜਾਂ ਕੋਈ ਹੋਰ ਛਾਪਾ ਮਾਰ ਦੇਵੇ। ਅਖੇ ਛਾਪਾ ਪੈ ਗਿਆ, ਤੂੰ ਵੀ ਦੌੜ ਜਾ। ਬਸ ਉਹਨਾਂ ਦੇ ਪਿੱਛੇ ਅਸੀਂ ਵੀ ਦੌੜ ਗਏ। ਸਵੇਰੇ ਪਤਾ ਲੱਗਾ ਵੀ ਮਹਾਂਪੁਰਸ਼ਾਂ ਨੂੰ ਇਤਲਾਹ ਮਿਲੀ ਸੀ ਕਿ ਇਹ ਜਿਹੜੇ ਗਿਆਨੀ ਪਾਰਟੀ ਵਾਲੇ ਨੇ, ਜ਼ਿਆਦਾ ਪੜ੍ਹਨ ਵਾਲੇ, ਇਹ ਰਾਤ ਦੇਰ ਤੱਕ ਜਾਗ ਕੇ ਪੜ੍ਹਦੇ ਰਹਿੰਦੇ ਨੇ, ਲਿਖਦੇ ਰਹਿੰਦੇ ਨੇ, ਔਰ ਸਵੇਰੇ ਅੰਮ੍ਰਿਤ ਵੇਲੇ ਜ਼ਰਾ ਵਕਤ ਨਾਲ ਨਹੀਂ ਉੱਠਦੇ। ਇਸ ਲਈ ਉਹਨਾਂ ਨੇ ਛਾਪਾ ਮਾਰਿਆ ਸੀ। ਤਾਂ ਪਤਾ ਲੱਗਾ ਪਿਆਲਾ ਖੋਲ ਸੀ। ਤੋ ਇਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਸਰਵ ਸ਼ਕਤੀਵਾਨ ਹੈ। ਉਹਦੇ ਦਰ ਤੇ ਬੇਨਤੀਆਂ ਕਰੀਏ ਤਾਂ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਬੇਨਤੀ ਕੀਤੀ ਸੀ, ਮਾਂ ਦੀ ਅਵਸਥਾ ਅਜੀਬ ਹੁੰਦੀ ਏ। ਪਹਿਲਾਂ ਪੁੱਤਰ ਦਾ ਵਿਆਹ ਤੇ ਫਿਰ ਇਹ ਚਾਹਨਾ ਹੁੰਦੀ ਏ, ਇਹ ਖਿਆਲ ਹੁੰਦਾ ਵੀ ਹੁਣ ਪੋਤਰਾ ਹੋਵੇ। ਕਹਿਣ ਲੱਗੇ ਜੀ ਇਹ ਮਸਤਾਨੇ ਨੇ, ਦੀਵਾਨੇ ਨੇ। ਪਰ ਭਾਈ ਨੰਦ ਲਾਲ ਜੀ ਕਹਿੰਦੇ ਨੇ ਇਸ ਮਾਰਗ ਵਿੱਚ ਉਛਲਣਾ ਨਹੀਂ। ਦੁੱਧ ਪਤੀਲੇ ਦੇ ਅੰਦਰ ਕੱਢਦਾ ਰਹੇ ਤਾਂ ਠੀਕ ਹੈ, ਦਾਲ ਦੇਗ ਵਿੱਚ ਉਬਲਦੀ ਰਹੇ ਤਾਂ ਠੀਕ ਹੈ। ਕਿਨਾਰਿਆਂ ਤੋਂ ਬਾਹਰ ਆਉਣ ਵਾਸਤੇ ਕੜਛੀ ਰੱਖੀ ਹੁੰਦੀ ਹੈ, ਕੁਝ ਅੱਗ ਨੀਚੇ ਮੱਠੀ ਕਰੀ ਦੀ ਹੈ। ਠੀਕ ਇਸੇ ਤਰ੍ਹਾਂ ਕਿਤੇ ਮਨੁੱਖ ਗਿਆਨ ਦਾ ਅਭਿਮਾਨੀ ਨਾ ਹੋ ਜਾਵੇ। ਗੁਰੂ ਮਹਾਰਾਜ ਨੇ ਸੇਵਾ ਤੇ ਨਮਰਤਾ ਦਾ ਕਰਛਾ ਰੱਖਿਆ ਹੋਇਆ। ਜਦੋਂ ਆਦਮੀ ਦਾ ਗਿਆਨ ਉਛਲਣ ਲੱਗੇ, ਇਹ ਸੇਵਾ ਮਨੁੱਖ ਨੂੰ ਨੀਵਾਂ ਲੈ ਆਵੇਗੀ। ਗੁਰੂ ਦੀ ਮਰਿਆਦਾ ਮਨੁੱਖ ਨੂੰ ਨਮਰਤਾ ਨੀਚੇ ਲੈ ਆਵੇਗੀ। ਇਸ ਲਈ ਇਹਨਾਂ ਦੋਨਾਂ ਪਹਿਲੂਆਂ ਤੋਂ ਉੱਪਰ ਹੈ। ਬਾਬਾ ਜੀ ਆਪਨੇ ਅੱਜ ਇਸ਼ਨਾਨ ਕੀਤਾ ਹੈ ਕਿ ਨਹੀਂ? ਬਾਬਾ ਜੀ ਕਹਿਣ ਲੱਗੇ ਜੀ ਪਾਰ ਬ੍ਰਹਮ ਪਰਮੇਸ਼ਵਰ ਨੇ ਕਿਰਪਾ ਕੀਤੀ, ਆਪਨੇ ਕਿਰਪਾ ਕੀਤੀ ਏ, ਹੁਣ ਸਾਨੂੰ ਨਹਾਣ ਧੋਣ ਦੀ ਕੀ ਜ਼ਰੂਰਤ ਹੈ? ਤਾਂ ਸਤਿਗੁਰੂ ਜੀ ਨੇ ਜਵਾਬ ਵਿੱਚ ਫਰਮਾਇਆ ਸੀ,
ਤੁਹਾਡੀ ਤੇ ਅਵਸਥਾ ਸੱਚ ਐਸੀ ਹੈ, ਤੁਸੀਂ ਇੱਥੇ ਪਹੁੰਚ ਚੁੱਕੇ ਹੋ, ਪਰ ਤੁਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਮੁੱਖ ਸਿੱਖ ਹੋ। ਬਾਕੀ ਦੇ ਸਿੱਖ ਉਹ ਕੁਝ ਕਰਨਗੇ ਜੋ ਕੋਈ ਤੁਸੀਂ ਕਰੋਗੇ। ਤੁਹਾਨੂੰ ਤੇ ਗਿਆਨ ਹੋ ਗਿਆ, ਪਰ ਬਾਕੀ ਅਗਿਆਨੀ ਵੀ ਕਹਿ ਦੇਣਗੇ ਜੀ ਅਸੀਂ ਵੀ ਹੁਣ ਬ੍ਰਹਮ ਗਿਆਨੀ ਹੋ ਗਏ, ਜੇ ਬਾਬਾ ਬੁੱਢਾ ਨਹੀਂ ਨਹਾਉਂਦਾ ਤੇ ਮੈਂ ਕਿਉਂ ਨਹਾਵਾਂ। ਇਸ ਲਈ ਗੁਰਮਤਿ ਦੇ ਮਾਰਗ ਅੰਦਰ ਚੱਲਦਿਆਂ ਹੋਇਆਂ ਜੋ ਗੁਰੂ ਦੀ ਦੱਸੀ ਹੋਈ ਮਰਿਆਦਾ ਹੈ, ਅੰਮ੍ਰਿਤ ਵੇਲੇ ਇਸ਼ਨਾਨ ਵੀ ਕਰਨਾ ਹੈ, ਸੇਵਾ ਵੀ ਕਰਨੀ ਹੈ, ਨਿਤਨੇਮ ਵੀ ਕਰਨਾ ਹੈ, ਹੱਥੀਂ ਜੂਠੇ ਬਰਤਨ ਵੀ ਮਾਂਜਣੇ ਨੇ, ਪਿਆਲਾ ਖੋ ਸ੍ਰੀ ਵਾਹਿਗੁਰੂ। ਮੋਹਨ ਜੀ ਮਸਤਾਨਾ ਹੈ, ਉਹਨੂੰ ਮੈਂ ਕੀ ਕਹਾਂ ਤੇ ਕਿਵੇਂ ਸਮਝਾਵਾਂ। ਹਜ਼ੂਰ ਕਹਿਣ ਲੱਗੇ ਅਰਦਾਸ ਕਰੋ। ਜੇ ਮੋਹਨ ਨਹੀਂ ਪੁੱਤਰ ਮੰਗਦਾ ਤਾਂ ਤੁਸੀਂ ਅਰਦਾਸ ਕਰੋ, ਜਿਹੜਾ ਮੰਗੇ ਉਹ ਗੁਰੂ ਪਾਸੋਂ ਯਾਚਨਾ ਕਰੇ। ਫਿਰ ਵਕਤ ਆਇਆ, ਬੇਨਤੀ ਕਰ ਰਹੇ ਸਾਂ, ਨਿਰਨਾਥੇ ਆਪ ਸਭਨਾ ਦਾ ਸੁਆਮੀ ਹੈ, ਆਪ ਸਭਨਾ ਦਾ ਪ੍ਰਤਪਾਲਕ ਹੈ, ਆਪ ਸਭਨਾ ਦੀ ਪ੍ਰਤਪਾਲਾ ਕਰਦਾ ਹੈ, ਪਰ ਆਪ ਅਪਾਲ ਹੈ, ਉਹਦੀ ਪਰਵਰਿਸ਼ ਕਰਨ ਵਾਲਾ, ਪ੍ਰਤਪਾਲਾ ਕਰਨ ਵਾਲਾ ਕੋਈ ਨਹੀਂ। ਸਮਾਂ ਆਇਆ, ਗੁਰੂ ਅਮਰਦਾਸ ਜੀ ਦੇ ਘਰ ਪੋਤਰਾ ਤੇ ਬਾਬਾ ਮੋਹਨ ਜੀ ਦੇ ਘਰ ਇੱਕ ਬੱਚੇ ਦਾ ਜਨਮ ਹੋਇਆ। ਪਰ ਇਤਿਹਾਸਕਾਰਾਂ ਨੇ ਲਿਖਿਆ ਹੈ, ਜਦੋਂ ਬਾਬਾ ਸੰਸਰਾਮ ਗੁਰੂ ਅਮਰਦਾਸ ਜੀ ਦੇ ਪੋਤਰੇ ਬਾਬਾ ਮੋਹਨ ਜੀ ਦੇ ਬੇਟੇ ਦਾ ਜਨਮ ਹੋਇਆ ਤਾਂ ਗੁਰੂ ਅਮਰਦਾਸ ਜੀ ਦੀ ਵੱਡੀ ਨੂੰਹ ਰਾਣੀ ਅਕਾਲ ਚਲਾਣਾ ਕਰ ਗਈ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਇਹ ਵੱਡੀ ਨੂੰਹ ਰਾਣੀ ਅਕਾਲ ਚਲਾਣਾ ਕਰ ਗਈ, ਸਰੀਰ ਤਿਆਗ ਗਈ। ਪਰ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਲਿਖਾਰੀ ਦੇ ਗਈ। ਪਿਆਲਾ ਖੋ ਸ੍ਰੀ ਵਾਹਿਗੁਰੂ। ਭਲੇ ਇਤਿਹਾਸਕਾਰਾਂ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਪਹਿਲਾ ਲਿਖਾਰੀ ਗੁਰਬਾਣੀ ਦਾ ਮੰਨਿਆ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਖੁਦ ਇਹ ਪ੍ਰਵਾਨ ਕੀਤਾ ਹੈ, ਮੈਂ ਪਹਿਲਾ ਲਿਖਾਰੀ ਨਹੀਂ, ਬਾਬਾ ਸੰਸਰਾਮ ਪਹਿਲਾ ਲਿਖਾਰੀ ਹੈ, ਜਿਸ ਨੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੇ ਲਿਖਵਾਨ ਤੋਂ ਲਿਖਵਾਈ, ਜੋ ਬਾਬਾ ਮੋਹਨ ਜੀ ਦੀਆਂ ਪੋਥੀਆਂ ਕਰਕੇ ਇਤਿਹਾਸ ਵਿੱਚ ਪ੍ਰਸਿੱਧ ਹੈ, ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਖੁਦ ਗਏ ਤੇ ਜਿਨ੍ਹਾਂ ਪੋਥੀਆਂ ਤੋਂ ਫਿਰ ਭਾਈ ਗੁਰਦਾਸ ਜੀ ਨੇ ਬਾਣੀ ਲਿਖੀ। ਉਹ ਲਿਖਣ ਵਾਲਾ ਬੱਚਾ ਬਾਬਾ ਸੰਸਰਾਮ ਜਦੋਂ ਜਨਮੇ, ਸੰਸਾਰ ਤੇ ਆਏ ਤਾਂ ਜਨਮ ਦਿੰਦੇ ਆ ਕੁਝ ਘੰਟਿਆਂ ਤੋਂ ਬਾਅਦ ਬਾਬਾ ਸੰਸਰਾਮ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਫਿਰ ਇਸ ਬੱਚੇ ਦੀ ਪਰਵਰਿਸ਼ ਖੁਦ ਗੁਰੂ ਅਮਰਦਾਸ ਜੀ ਨੇ ਕੀਤੀ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਤਾਂ ਬੇਨਤੀ ਕਰ ਰਹੇ ਸਾਂ, ਉਹ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਵਾਨ ਸਭਨਾਂ ਦੀ ਪ੍ਰਤਪਾਲਾ ਕਰਦਾ ਹੈ, ਜਿਨ੍ਹਾਂ ਦਾ ਕੋਈ ਵੀ ਪ੍ਰਤਪਾਲਕ ਨਾ ਹੋਵੇ। ਹਰ ਜੀਓ ਪ੍ਰਤਪਾਲਕ, ਮਾਰੂ ਕੀ ਵਾਰ ਦੱਖਣੀ ਮਹੱਲਾ ਪੰਜਵਾਂ ਦੂਜੀ ਵਾਰ ਉਹ ਪ੍ਰਤਪਾਲਕ ਬਣ ਜਾਂਦੇ ਨੇ। ਪਰ ਨਮਸਤੰ ਅਪਾਲੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਕਿਸੇ ਦੀ ਪ੍ਰਤਪਾਲਾ ਤੋਂ ਰਹਿਤ ਹੈ, ਆਪ ਅਪਾਲ ਹੈ, ਆਪ ਨੂੰ ਨਮਸਕਾਰ ਹੋਵੇ ਜੀ। ਨਮੋ ਸਰਬ ਦੇਸੇ, ਸਾਰਿਆਂ ਦੇਸ਼ਾਂ ਵਿੱਚ ਵਿਆਪਕ ਆਪ ਨੂੰ ਨਮਸਕਾਰ ਹੈ। ਨਮੋ ਸਰਬ ਭੇਸੇ, ਸਾਰੇ ਭੇਸ ਧਾਰਨ ਕਰਨ ਵਾਲੇ ਤੈਨੂੰ ਨਮਸਕਾਰ ਹੈ। ਨਮੋ ਰਾਜ ਰਾਜੇ, ਰਾਜਿਆਂ ਦੇ ਰਾਜੇ ਤੈਨੂੰ ਨਮਸਕਾਰ ਹੈ। ਨਮੋ ਸਾਜ ਸਾਜੇ, ਸਾਜ ਹਾਂ ਪਾਤਸ਼ਾਹੀ ਸਾਜਾਂ ਦੇ ਤਾਈ, ਪਾਤਸ਼ਾਹੀ ਸਾਜੋ ਸਮਾਨ ਦੇ ਤਾਈ ਸਾਜਣ ਵਾਲੇ ਤੈਨੂੰ ਨਮਸਕਾਰ ਹੈ। ਦਸ਼ਮੇਸ਼ ਪਿਤਾ ਜੀ ਨੇ ਖੁਦ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਲਿਖਿਆ ਹੈ ਜ਼ਫਰਨਾਮੇ ਵਿੱਚ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜ਼ੋ ਨਾ ਫਰਸ਼, ਖੁਦਾ ਬੰਦ ਬਖਸ਼ਿੰਦਾ ਉਹ ਐ ਸ਼ਰਸ਼। ਜਿਨ੍ਹਾਂ ਪਾਸ ਘੋੜਿਆਂ ਦਾ ਸਾਜੋ ਸਮਾਨ ਨਹੀਂ ਸੀ, ਫੌਜਾਂ ਦਾ ਸਾਜੋ ਸਮਾਨ ਨਹੀਂ ਸੀ, ਜਿਨ੍ਹਾਂ ਪਾਸ ਕੋਈ ਘੋੜੇ ਵੀ ਨਹੀਂ ਸਨ, ਜਿਨ੍ਹਾਂ ਦੇ ਪਾਸ ਕੋਈ ਤਖਤ ਵੀ ਨਹੀਂ ਸੀ, ਖੁਦਾਵੰਦ ਕਰੀਮ ਬਖਸ਼ਿੰਦ ਨੇ ਉਹਨਾਂ ਨੂੰ ਧਰਤੀ ਦਾ ਰਾਜ ਤਾਂ ਇੱਕ ਪਾਸੇ ਰਿਹਾ, ਅਰਸ਼ਾਂ ਦਾ ਰਾਜ ਵੀ ਬਖਸ਼ਿਸ਼ ਦਿੱਤਾ। ਉਹ ਅਰਸ਼ਾਂ ਤੇ ਵੀ ਰਾਜੇ ਹੋ ਗਏ। ਉਹਨਾਂ ਦੀਆਂ ਹਕੂਮਤਾਂ ਅਰਸ਼ਾਂ ਤੇ ਵੀ ਸ਼ੁਰੂ ਹੋਈਆਂ ਜੀ। ਨਮੋ ਸਾਹ ਸਾਹੇ, ਸ਼ਾਹੂਕਾਰਾਂ ਦੇ ਸ਼ਾਹੂਕਾਰ ਆਪ ਨੂੰ ਨਮਸਕਾਰ ਹੈ। ਨਮੋ ਮਹਾ ਮਾਹੇ, ਮਹਾ ਮਾਹੇ ਚੰਦਰਮਾ ਦੇ ਵਿੱਚ ਚੰਦਰਮਾ ਦੇ ਵੀ ਮਾਹੇ ਚੰਦਰਮਾ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਨਮੋ ਗੀਤ ਗੀਤੇ, ਗੀਤਾਂ ਵਿੱਚ ਗੀਤ ਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮੋ ਪ੍ਰੀਤ ਪ੍ਰੀਤੇ, ਪ੍ਰੀਤ ਵਿੱਚ ਪ੍ਰੀਤ ਰੂਪ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਇੱਕ ਪ੍ਰੀਤ ਹੁੰਦੀ ਏ ਚੋਪੜੀ ਪ੍ਰੀਤ, ਉੱਪਰੋਂ ਉੱਪਰੋਂ ਬਾਤਾਂ ਕਰਨੀਆਂ, ਉੱਪਰੋਂ ਮਨ ਦੇ ਅੰਦਰ ਕੁਝ ਹੋਰ ਭਾਵ ਹੋਣਾ, ਪਰ ਉੱਪਰੋਂ ਉੱਪਰੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ। ਇਸ ਲਈ ਕਿਸੇ ਸਿਆਣੇ ਨੇ ਕਿਹਾ ਸੀ,
ਔਰ ਖੁਦ ਮਹਾਨ ਸ਼ੇਕਸਪੀਅਰ ਨੇ ਵੀ ਇਹ ਵਿਚਾਰ ਕਹੀ ਹੈ, ਜ਼ਰੂਰੀ ਨਹੀਂ ਜਿਹੜੀ ਚੀਜ਼ ਜ਼ਿਆਦਾ ਚਮਕਦੀ ਏ ਉਹ ਹੀਰਾ ਜਾਂ ਲਾਲ ਹੋਵੇ। ਨਾਲੋਂ ਕਹਿੰਦੇ ਨੇ ਜ਼ਰੂਰੀ ਨਹੀਂ ਜਿਹੜਾ ਆਦਮੀ ਬਹੁਤਾ ਪੋਪਲੀਆਂ ਮਿੱਠੀਆਂ ਗੱਲਾਂ ਕਰਦਾ ਹੈ ਉਹ ਅੰਦਰੋਂ ਵੀ ਸਚਿਆਰ ਹੋਵੇ। ਕਹਿੰਦੇ ਨੇ ਨਹੀਂ, ਐਸਾ ਨਹੀਂ ਹੋ ਸਕਦਾ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਇਸ ਸੰਬੰਧ ਵਿੱਚ ਇੱਕ ਖਿਆਲ ਦਿੱਤਾ ਸੀ, ਜੋ ਚੀਜ਼ ਚਮਕੇ ਉਹ ਲਾਲ ਨਹੀਂ ਹੁੰਦੀ ਤੇ ਜੋ ਮਿੱਠਾ ਬੋਲੇ ਉਹ ਪਰਨਪਾਲ ਨਹੀਂ ਹੁੰਦਾ। ਪਿਆਲਾ ਖੋ ਸ੍ਰੀ ਦਿਖਾਵੇ ਦੇ ਤੌਰ ਤੇ ਬਨਾਵਟੀ ਮਿੱਠਾ ਬੋਲਣਾ, ਬਾਅਦ ਵਿੱਚ ਕੈਂਚੀ ਤੋਂ ਵੀ ਵੱਧ ਔਰ ਕੜਵਾ ਬੋਲਣਾ, ਮਗਰ ਸਾਹਮਣੇ ਜਾਂ ਵਕਤ ਆਉਣ ਤੋਂ ਬਹੁਤ ਹੀ ਨਮਰ ਹੋ ਜਾਣਾ। ਜਿਵੇਂ ਪਰਸੋਂ ਸੰਤ ਬਾਬਾ ਜਗਜੀਤ ਸਿੰਘ ਜੀ ਹੋਣਾ ਨੇ ਜ਼ਿਕਰ ਕੀਤਾ ਸੀ ਵੀ ਪਹਿਲਾਂ ਧਾਰਮਿਕ ਲੋਕਾਂ ਨੂੰ ਬੁਰਾ ਭਲਾ ਕਹਿ ਦਿੱਤਾ, ਉਸੇ ਦਿਨ ਹੀ ਅਚਾਨਕ ਕੋਈ ਧਾਰਮਿਕ ਸ਼ਖਸੀਅਤ ਮਹਾਂਪੁਰਸ਼ ਮਿਲ ਗਏ ਤਾਂ ਝੁਕ ਗਏ। ਜਦੋਂ ਉਹ ਦੇਖਣ ਵਾਲਿਆਂ ਨੇ ਦੇਖਿਆ ਵੀ ਉੱਥੇ ਤੁਸੀਂ ਕੀ ਕਹਿ ਰਹੇ ਸੀ ਤੇ ਇੱਥੇ ਕਹਿਣ ਲੱਗੇ ਕਿ ਕਿਹੜਾ ਪੈਰਾਂ ਨੂੰ ਹੱਥ ਲਾਇਆ, ਗੋਡਿਆਂ ਨੂੰ ਹੀ ਹੱਥ ਲਾਇਆ। ਪਿਆਲਾ ਖੋ ਸ੍ਰੀ ਵਾਹਿ। ਤਾਂ ਬੇਨਤੀ ਕਰ ਰਹੇ ਸਾਂ, ਇੱਕ ਵਿਚਾਰ ਹੈ, ਪ੍ਰੀਤ ਵਿੱਚ ਵੀ ਤੂੰ ਪ੍ਰੀਤ ਰੂਪ ਹੈ, ਸਥਾਈ ਪ੍ਰੀਤ ਜੋ ਦਿਲ ਦੀ ਗਹਿਰਾਈ ਤੋਂ ਨਿਕਲਦੀ ਏ। ਪ੍ਰੀਤ ਵਿੱਚ ਪ੍ਰੀਤ ਰੂਪ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਤਾਈਓ ਤੋਂ ਪ੍ਰੀਤ ਨੂੰ ਪ੍ਰਵਾਨ ਕੀਤਾ ਹੈ, ਤਾਈਓ ਤੋਂ ਕਰਮਾਂ ਨਾਲੋਂ ਧਰਮਾਂ ਨਾਲੋਂ ਪ੍ਰੀਤ ਨੂੰ ਪ੍ਰਧਾਨ ਕੀਤਾ ਹੈ। ਮਨੁੱਖ ਦਾ ਜੀਵਨ ਰੁੱਖਾ ਹੋ ਜਾਵੇਗਾ ਜੇ ਉਸ ਵਿੱਚ ਪ੍ਰੀਤ ਨਾ ਹੋਵੇ। ਜੀ ਨਮੋ ਰੋਖ ਰੋਖੇ, ਨਮੋ ਰੋਖ ਰੋਖੇ। ਰੋਖ ਕਹਿੰਦੇ ਨੇ ਰੋਹ ਚੜ ਜਾਣਾ, ਰੋਹ ਵਿੱਚ ਰੋਹ ਰੂਪ, ਰੁੱਖੇਪਨ ਵਿੱਚ ਰੁੱਖੇ ਰੂਪ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਇਹ ਉਹ ਰੂਪ ਜਦੋਂ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਸ੍ਰੀ ਰਾਗ ਮਹੱਲਾ ਪਹਿਲਾ। ਜਦੋਂ ਕਿਸੇ ਸਿੱਖ ਨੇ ਨਜ਼ਦੀਕ ਆ ਕੇ ਸਿਰ ਝੁਕਾਣਾ, ਨਮਸਕਾਰ ਕਰਨੀ ਤੇ ਹਜ਼ੂਰ ਨੇ ਪੁੱਛਣਾ ਕੌਣ ਹੈ ਤੂੰ, ਕਹਿਣਾ ਜੀ ਆਪ ਦਾ ਸਿੱਖ ਹਾਂ, ਤਾਂ ਜ਼ੋਰ ਨਾਲ ਉਹਦੇ ਕੰਡ ਤੇ ਮੋਟਾ ਸੋਟਾ ਮਾਰਨਾ। ਔਰ ਕਹੇ ਲੋਕਾਂ ਨੇ ਕਹਿਣਾ ਦਿਮਾਗ ਨੂੰ ਕੁਝ ਹੋ ਗਿਆ, ਕੈਸੇ ਗੁਰੂ ਨੇ ਜੋ ਸੋਟੇ ਮਾਰਨ ਲੱਗ ਪਏ ਨੇ। ਹਜ਼ੂਪਮ ਬਹੁਤ ਇਤਿਹਾਸਕਾਰਾਂ ਨੇ ਲਿਖਿਆ ਹੈ, ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੈਣਾ ਦੇਵੀ ਦੇ ਟਿੱਲੇ ਤੋਂ ਨੀਚੇ ਉਤਰ ਕੇ ਆਏ, ਉਹਨਾਂ ਦੇ ਨੇਤਰਾਂ ਵਿੱਚੋਂ ਅੱਗ ਦੇ ਅੰਗਿਆਰਾਂ ਵਰਗੀਆਂ ਲਾਟਾਂ ਬਲਦੀਆਂ ਸਨ। ਚਿਹਰੇ ਤੇਰਾ ਵੀ ਭਾਕ ਦਗ ਦਗ ਕਰਕੇ ਭਖ ਰਿਹਾ ਸੀ, ਵੀ ਹੱਥ ਵਿੱਚ ਉਹਨਾਂ ਦੇ ਕਿਰਪਾਨ ਸੀ। ਤੇ ਜਿਸ ਵੇਲੇ ਕੋਈ ਗੱਲਬਾਤ ਕਰਦਾ ਸੀ, ਹਜ਼ੂਰ ਕਿਰਪਾਨ ਨੂੰ ਹਿਲਾ ਕੇ ਦਰਸਾਉਂਦੇ ਸਨ ਕਿ ਇਹੋ ਹੀ ਸੰਸਾਰ ਦੇ ਅੰਦਰ ਦੇਵੀ ਹੈ, ਇਹੋ ਹੀ ਕਾਲ ਤੁਹੀਂ ਕਾਲੀ ਤੁਹੀਂ ਤੇਗ ਅਰ ਤੀਰ, ਤੁਹੀਂ ਨਿਸ਼ਾਨੀ ਜੀਤ ਕੀ ਆਜ ਤੁਹੀਂ ਜਗਬੀਰ। ਸ਼ਸਤਰ ਨਾਮ ਆਲਾ ਪੁਰਾਣ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ। ਤਾਂ ਬਹੁਤ ਸਾਰੇ ਲੋਕ ਡਰਦੇ ਜਾਂ ਡਰ ਰਹੇ ਸਨ। ਜਦੋਂ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਤਾਂ ਬਹੁਤ ਸਾਰੇ ਲੋਕ ਮਾਤਾ ਗੁਜਰੀ ਜੀ ਦੇ ਪਾਸ ਜਾ ਕੇ ਕਹਿਣ ਲੱਗੇ ਜੀ ਉਹਨਾਂ ਦੇ ਤੇ ਦਿਮਾਗ ਨੂੰ ਕੁਝ ਹੋ ਗਿਆ ਹੈ, ਵੱਡੇ ਸਾਹਿਬਜ਼ਾਦੇ ਨੂੰ ਗੱਦੀ ਤੇ ਬੈਠਾ ਦਈਏ ਤੇ ਉਹਨਾਂ ਨੂੰ ਕੈਦ ਕਰ ਦਈਏ। ਮਾਤਾ ਜੀ ਨੇ ਉਹਨਾਂ ਨੂੰ ਸਮਝਾਇਆ ਤੁਸੀਂ ਭੁਲੇਖੇ ਵਿੱਚ, ਇਸ ਲਈ ਰੋਹ ਵਿੱਚ ਰੋਹ ਰੂਪ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਇਸ ਲਈ ਵੀਰਤਾ ਧਾਰਨ ਕੀਤੀ, ਰੋਹ ਇਸ ਲਈ ਧਾਰਨ ਕੀਤਾ ਕਿ ਸਿੱਖੀ ਦੀ ਪ੍ਰੀਖਿਆ ਕੀਤੀ ਜਾ ਸਕੇ ਕਿ ਸਿੱਖ ਕਿੱਥੋਂ ਤੱਕ ਪਹੁੰਚੇ ਨੇ, ਗੁਰੂ ਦੇ ਬਚਨ ਸਹਾਰਦੇ ਨੇ ਕਿ ਨਹੀਂ ਸਹਾਰਦੇ। ਪਿਆਲਾ ਖੋ ਸ੍ਰੀ ਵਾਹਿਗੁਰੂ ਜੀ। ਨਮੋ ਸੋਖ ਸੋਖੇ, ਹਾਂ ਨਮੋ ਸੋਖ ਸੋਖੇ। ਅਗਨੀ ਸੁਕਾਂਦੀ ਏ, ਅਗਨੀ ਨੂੰ ਵੀ ਸੁਕਾਉਣ ਵਾਲੇ, ਸੁਕਾਉਣ ਵਾਲੀਆਂ ਚੀਜ਼ਾਂ ਨੂੰ ਵੀ ਸੋਖੇ ਸੁਖਣ ਵਾਲੇ, ਸੁਕਾਉਣ ਵਾਲੇ ਤੈਨੂੰ ਨਮਸਕਾਰ ਹੈ। ਨਮੋ ਸਰਬ ਰੋਗੇ, ਸਾਰਿਆਂ ਰੋਗਾਂ ਰੂਪ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ, ਕਿਉਂਕਿ ਰੋਗਾਂ ਦੀ ਨਿਵਰਤੀ ਆਪ ਰੋਗ ਰੂਪ ਹੋ ਕੇ ਕਰਦੇ ਹੋ। ਨਮੋ ਸਰਬ ਭੋਗੇ, ਸਾਰਿਆਂ ਵਿੱਚ ਭੋਗ ਲਗਾਉਣ ਵਾਲੇ, ਖਾਣ ਭਾਵਨਾ ਨਾਲ ਅਰਪਣ ਕੀਤੇ ਹੋਏ ਪਦਾਰਥਾਂ ਨੂੰ ਪ੍ਰਵਾਨ ਕਰਨ ਵਾਲੇ ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਜੀਤਮ, ਸਾਰਿਆਂ ਨੂੰ ਜਿੱਤਣ ਵਾਲੇ ਨਮਸਕਾਰ। ਨਮੋ ਸਰਬ ਭੀਤਮ, ਸਾਰਿਆਂ ਨੂੰ ਭੈਭੀਤ ਕਰਨ ਵਾਲੇ ਨਮਸਕਾਰ ਹੈ। ਨਮੋ ਸਰਬ ਗਿਆਨੰ, ਸਾਰਿਆਂ ਨੂੰ ਗਿਆਨ ਦਾਤੇ ਆਪ ਨੂੰ ਨਮਸਕਾਰ ਹੈ। ਨਮੋ ਪਰਮ ਤਾਨੰ, ਹਾਂ ਨਮੋ ਪਰਮ ਤਾਨੰ, ਪਰਮ ਵੱਡੇ ਤਾਨੰ ਬਲ, ਸਭ ਤੋਂ ਵੱਡੇ ਬਲਵਾਨ, ਵੱਡੇ ਵੱਡੇ ਬਲਵਾਨਾਂ ਤੋਂ ਵੀ ਬਲਵਾਨ, ਵੱਡੇ ਬਲਵਾਨ ਅਕਾਲ ਪੁਰਖ ਵਾਹਿਗੁਰੂ ਜੀ ਉਹ ਆਪ ਨੂੰ ਨਮਸਕਾਰ ਹੈ।
ਨਮੋ ਸਰਬ ਮੰਤਰੰ ਸਾਰਿਆਂ ਮੰਤਰਾਂ ਵਿੱਚ ਮੰਤਰ ਰੂਪ, ਜੇ ਉਹ ਆਪ ਮੰਤਰ ਵਿੱਚ ਨਿਵਾਸ ਨਾ ਕਰੇ ਤਾਂ ਮੰਤਰ ਫਲੇ ਕਿਸ ਤਰ੍ਹਾਂ, ਮੰਤਰ ਫੁਰੇ ਕਿਸ ਤਰ੍ਹਾਂ। ਪਰ ਸਿੱਖਾਂ ਵਾਸਤੇ ਮੰਤਰ ਹੈ ਮੂਲ ਮੰਤਰ, ਗੁਰ ਮੰਤਰ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਨਾਮ ਵਾਹਿਗੁਰੂ ਗੱਜ ਕੇ ਜਪੋ ਪਿਆਰਿਓ, ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਇੱਥੇ ਤੇ ਹਰ ਚੀਜ਼ ਕਹਿੰਦੇ ਨੇ ਸ਼ੁੱਧ ਮਿਲਦੀ ਹੈ, ਦੇਸੀ ਘਿਓ, ਹਰ ਚੀਜ਼। ਤਾਂ ਜਦੋਂ ਅਸੀਂ ਮਹਾਂਪੁਰਸ਼ਾਂ ਪਾਸ ਪੜ੍ਹਦੇ ਸਾਂ, ਕਦੇ ਕਦੇ 6 ਮਹੀਨਿਆਂ ਬਾਅਦ ਦੁੱਧ ਦਾ ਮੂੰਹ ਦੇਖਣ ਦਾ ਮੌਕਾ ਮਿਲਦਾ ਸੀ। ਇਸ ਲਈ ਗੱਜ ਕੇ ਜਪੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ। ਸਿੱਖੀ ਵਾਸਤੇ ਬਾਣੀ ਮੰਤਰ ਹੈ, ਮੂਲ ਮੰਤਰ ਗੁਰ ਮੰਤਰ ਹੈ। ਸਾਜਾਂ ਨੂੰ ਦੁਨੀਆ ਵਿੱਚ ਵੱਡਾ ਹੋਰ ਕੋਈ ਮੰਤਰ ਨਹੀਂ ਹੈ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਤੁਸੀਂ ਇੱਥੇ ਦਰਸ਼ਨ ਦਾਸੀਆਂ ਦੇ ਮੰਤਰ ਵੀ ਸੁਣੇ ਹੋਣਗੇ, ਹੋਰ ਕਈਆਂ ਦੇ ਮੰਤਰ ਸੁਣੇ ਹੋਣਗੇ। ਆਉਂਦੇ ਨੇ ਲੋਕ ਸਾਡੇ ਵਾਂਗ, ਬੇਨਤੀ ਕਰ ਰਿਹਾ ਸਾਂ, ਪਰ ਮੰਤਰ ਸਤਨਾਮ ਤੋਂ ਵੱਡਾ, ਗੁਰ ਮੰਤਰ ਮੂਲ ਮੰਤਰ, ਗੁਰਬਾਣੀ ਤੋਂ ਵੱਡਾ ਮੰਤਰ ਹੋਰ ਕੋਈ ਨਹੀਂ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਇਸ ਲਈ ਬੇਨਤੀ ਕਰ ਰਿਹਾ ਸਾਂ, ਇਹ ਮੰਤਰ ਹੈ, ਇਸ ਨੂੰ ਪੜ੍ਹਨਾ, ਇਸ ਨੂੰ ਜਪਣਾ, ਹੋਰ ਭਰਮਾਂ ਤੇ ਭੁਲੇਖਿਆਂ ਵਿੱਚ ਨਹੀਂ ਪੈਣਾ ਜੀ। ਮੰਤਰਾਂ ਵਿੱਚ ਮੰਤਰ ਰੂਪ ਆਪ ਨੂੰ ਨਮਸਕਾਰ ਹੈ। ਨਮੋ ਸਰਬ ਜੰਤਰੰ ਸਾਰੇ ਜੰਤਰਾਂ ਵਿੱਚ ਜੰਤਰ ਰੂਪ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਦ੍ਰਿਸ਼ੰ ਹਾਂ, ਜੋ ਕੁਝ ਦ੍ਰਿਸ਼ ਦਿਸ ਰਿਹਾ ਹੈ ਉਹਨੂੰ ਕਹਿੰਦੇ ਨੇ ਦ੍ਰਿਸ਼। ਇਹ ਸਾਰੇ ਦ੍ਰਿਸ਼ ਸੰਸਾਰ ਰੂਪ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ। ਨਮੋ ਸਰਬ ਕ੍ਰਿਸ਼ਨ ਕ੍ਰਿਸ਼ਨ ਦਾ ਅਰਥ ਹੈ ਕ੍ਰਿਸ਼ ਕਰਨਾ, ਨਾਸ਼ ਕਰਨਾ। ਸਾਰਿਆਂ ਨੂੰ ਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਨੂੰ ਨਮਸਕਾਰ ਹੈ। ਅਕਾ ਪੁਰਾਣਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਵੈਰਾਟ ਰੂਪ ਵਰਣਨ ਕੀਤਾ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਚੰਦਰਮਾ ਤੇ ਸੂਰਜ ਉਸ ਵਾਹਿਗੁਰੂ ਦੇ 2 ਨੇਤਰ ਹਨ। ਪਤਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਨੇ। ਜਿਤਨੇ ਪਹਾੜ ਹਨ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੀਰ ਦੇ ਅਸਤ ਹਨ, ਹੱਡ ਹਨ। ਜਿਤਨੀ ਬਨਸਪਤੀ ਹੈ ਇਹ ਸਾਰੇ ਉਸ ਸਰੀਰ ਦੇ ਰੋਮ ਹਨ। ਮਾਲਕ ਦੇ ਸਰੀਰ ਦੇ ਕੇਸ ਹਨ, ਰੋਮ ਹਨ। ਆ ਜਿਹੜੇ 7 ਸਮੁੰਦਰ ਨੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੇਟ ਹੈ, ਤਾਂ ਜੋ ਸਾਰੀ ਦੁਨੀਆ ਸਾਰਾ ਕੁਝ ਵੀ ਅਰਪਣ ਕਰਨ ਲੱਗ ਪਵੇ ਤੇ ਤਾਂ ਵੀ ਉਹਦਾ ਪੇਟ ਭਰਿਆ ਨਹੀਂ ਜਾਵੇਗਾ, ਉਹਦੀ ਪੂਰਤੀ ਨਹੀਂ ਹੋਵੇਗੀ। ਪਿਆਰ ਲੱਖੋ। ਇਹ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਵੈਰਾਟ ਸਰੂਪ ਦੀ ਵਿਆਖਿਆ ਪੁਰਾਣਾਂ ਵਿੱਚ ਵਿਦਵਾਨਾਂ ਨੇ ਕੀਤੀ ਹੈ। ਇਸ ਲਈ ਇੱਥੇ ਹਜ਼ੂਰ ਫਰਮਾਉਂਦੇ ਨੇ, ਇਸ ਦ੍ਰਿਸ਼ ਜੋ ਕੁਝ ਦਿਸਦਾ ਹੈ, ਨਜ਼ਰ ਆਉਣ ਵਾਲੇ ਸੰਸਾਰ ਰੂਪ ਵਾਹਿਗੁਰੂ ਤੈਨੂੰ ਨਮਸਕਾਰ ਹੈ। ਸਾਰਿਆਂ ਨੂੰ ਕ੍ਰਿਸ਼ਨ ਖਿੱਚਣ ਵਾਲੇ, ਕ੍ਰਿਸ਼ ਕਰਨ ਵਾਲੇ, ਕਮਜ਼ੋਰ ਕਰਨ ਵਾਲੇ, ਨਾਸ਼ ਕਰਨ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮੋ ਸਰਬ ਰੰਗੇ ਸਾਰਿਆਂ ਰੰਗਾਂ ਤੇ ਰੂਪਾਂ ਵਿੱਚ, ਸਾਰਿਆਂ ਰੰਗਾਂ ਰੂਪ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ। ਤ੍ਰਿਭੰਗੀ ਅਨੰਗੇ ਹਾਂ, ਤਿੰਨ ਭੰਗੀ ਅਨੰਗੇ। ਇਹ ਅਕਾਲ ਪੁਰਖ ਵਾਹਿਗੁਰੂ ਤਿੰਨਾਂ ਦੇਵਤਿਆਂ ਨੂੰ ਨਾਸ਼ ਕਰਨ ਵਾਲੇ, ਤ੍ਰਿਵਲੀ ਤਿੰਨਾਂ ਬਲਾਂ ਵਾਲੇ ਤੇ ਅਨੰਗੇ ਸੁੰਦਰ ਸਰੂਪ ਅਕਾਲ ਪੁਰਖ ਵਾਹਿਗੁਰੂ, ਵਿਕਾਰਾਂ ਤੋਂ ਰਹਿਤ ਸਰੂਪ ਵਾਲੇ ਤੈਨੂੰ ਨਮਸਕਾਰ ਹੈ। ਨਮੋ ਜੀਵ ਜੀਵੰ ਜੀਵਾਂ ਵੇ ਜੀਵ ਰੂਪ ਤੈਨੂੰ ਨਮਸਕਾਰ ਹੈ। ਨਮੋ ਬੀਜ ਬੀਜੇ ਤੇ ਬੀਜ ਜਿਹੜਾ ਹੈ, ਬੀਜ ਵਿੱਚ ਬੀਜ ਰੂਪ, ਜਿਵੇਂ ਬਟਕ ਬੀਜ ਮੈਂ ਰਵ ਰਹੇ ਹੋ, ਜਾਕੋ 3 ਲੋਕ ਵਿਸਥਾਰ, ਗੌੜੀ ਬਾਵਨਖਰੀ ਕਬੀਰ ਜੀ। ਬੀਜ ਦਾ ਅਰਥ ਹੈ ਕਾਰਨ, ਕਾਰਨਾਂ ਦੇ ਕਾਰਨ ਰੂਪ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਅਖਿਜੇ ਅਪਿਜੇ ਅਖਿਜੇ, ਉਹ ਖਿਜਦਾ ਨਹੀਂ, ਕਿਤਨਾ ਵੀ ਚੜਾਈ ਜਾਓ ਉਹ ਕਦੇ ਖਿਜੇਗਾ ਨਹੀਂ। ਸਵਾਲ ਹੀ ਨਹੀਂ ਕਿ ਉਹ ਖਿਜ ਜਾਵੇ। ਜਿਸ ਵੇਲੇ ਕਾਸ਼ੀ ਰਾਜਿਆਂ ਦੀ ਮੀਟਿੰਗ ਵਿੱਚ ਭਗਵਾਨ ਕ੍ਰਿਸ਼ਨ ਜੀ ਜਾਣ ਲੱਗੇ ਤਾਂ ਉਹਨਾਂ ਦੀ ਭੂਆ ਰਾਣੀ ਨੇ ਸਮਝਾਇਆ, ਕੁੰਤੀ ਨੇ ਸਮਝਾਇਆ, ਪਾਂਡਵਾਂ ਦੀ ਮਾਤਾ ਨੇ ਉਹਨਾਂ ਨੂੰ ਸਮਝਾਇਆ ਤੇ ਕਹਿਣ ਲੱਗੇ, ਦੇਖ ਪੁੱਤਰ, ਉੱਥੇ ਆਉਣਾ ਸ਼ਿਸ਼ਪਾਲ ਨੇ, ਤੈਨੂੰ ਪਤਾ ਹੈ ਤੂੰ ਉਹਦੀ ਮੰਗੇਤਰ ਦੇ ਨਾਲ ਵਿਆਹ ਕਰ ਲਿੱਤਾ ਹੈ, ਉੱਥੇ ਆਵੇਗਾ ਸ਼ਿਸ਼ਪਾਲ ਤੇ ਦੇਖ ਪੁੱਤਰ,
ਉਹ ਭਾਵੇਂ 100 ਗਾਲ ਵੀ ਤੈਨੂੰ ਕੱਢੇ ਤੇ ਤੂੰ ਖਿਜਣਾ ਨਹੀਂ, ਤੂੰ ਜਵਾਬ ਨਹੀਂ ਦੇਣਾ। ਉਹਨੇ ਕਿਹਾ ਭੂਆ ਜੀ ਠੀਕ ਹੈ, ਮੈਂ ਕੋਈ ਜਵਾਬ ਨਹੀਂ ਦੇਵਾਂਗਾ। ਰਾਜਿਆਂ ਦੀ ਇਕੱਤਰਤਾ ਸੀ, ਮੀਟਿੰਗ ਸੀ, ਉੱਥੇ ਸ਼ਿਸ਼ਪਾਲ ਵੀ ਆਇਆ। ਮੀਟਿੰਗ ਜਿਸ ਵੇਲੇ ਸ਼ੁਰੂ ਹੋਣ ਲੱਗੀ ਤਾਂ ਸ਼ਿਸ਼ਪਾਲ ਨੇ ਭਗਵਾਨ ਕ੍ਰਿਸ਼ਨ ਜੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। 1 2 ਤੇ ਭਗਵਾਨ ਨਾਲ ਨਾਲ ਗਿਣੀ ਗਏ, ਉਂਗਲ ਉੱਪਰ ਹੱਥ ਰੱਖ ਕੇ। ਪਿਆਲਾ ਖੋ ਸ੍ਰੀ ਵਾਹਿਗੁਰੂ। ਉਂਗਲ ਉੱਪਰ ਹੱਥ ਰੱਖ ਕੇ ਗਿਣੀ ਗਏ ਤੇ ਜਿਸ ਵੇਲੇ 95 ਹੋ ਗਈਆਂ ਤੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਸ਼ਿਸ਼ਪਾਲ ਦੇਖ 95 ਗਾਲਾਂ ਤੂੰ ਮੈਨੂੰ ਕੱਢ ਲੀਤੀਆਂ ਨੇ ਤੇ ਮੈਂ ਨਹੀਂ ਖਿਜਿਆ। ਮੇਰੀ ਭੂਆ ਨੇ ਕਿਹਾ ਸੀ 100 ਗਾਲ ਵੀ ਤੈਨੂੰ ਸ਼ਿਸ਼ਪਾਲ ਕੱਢ ਜਾਵੇ, ਜਵਾਬ ਨਹੀਂ ਦੇਣਾ। ਪਰ ਹੁਣ ਬਈ ਤੁਹਾਨੂੰ ਸਮਝ ਕੇ ਬੋਲਣਾ ਚਾਹੀਦਾ। ਉਹਨੇ 96 97 98 99 ਕੱਢ ਦਿੱਤੀ। ਦੇਖ ਅਜੇ ਤੈਨੂੰ ਸਿਆਣਾ ਬਣਨਾ ਚਾਹੀਦਾ, ਸਮਝਦਾਰ ਬਣਨਾ ਚਾਹੀਦਾ। ਤੈਨੂੰ ਜੋ ਕੋਈ ਤੂੰ ਕਹਿ ਰਿਹਾ ਨਹੀਂ ਕਹਿਣਾ ਚਾਹੀਦਾ। ਦੇਖ ਹੁਣ 101 ਗਾਲ ਘੱਟ ਰਹਿ ਗਈ ਏ, ਫਿਰ ਮੇਰੀ ਵਾਰੀ ਆਵੇਗੀ। ਉਹਨੇ ਕਿਹਾ ਓਏ ਤੂੰ ਤੇ ਗਵਾਲਿਆਂ ਦਾ ਮੁੰਡਾ ਹੈ, ਮੱਖਣ ਖਾਣਾ ਜਾਣਨਾ ਹੈ, ਦਹੀਂ ਖਾਣਾ ਜਾਣਨਾ ਹੈ, ਪਰ ਸ਼ਸਤਰ ਚਲਾਣੇ ਨਹੀਂ ਜਾਣਦਾ। ਮੈਂ ਛਤਰੀ ਹਾਂ, ਮੇਰਾ ਤੂੰ ਕੀ ਕਰ ਲਵੇਂਗਾ। ਉਸਨੇ ਜਿਸ ਵੇਲੇ 100 ਗਾਲ ਕੱਢੀ, ਭਗਵਾਨ ਕਹਿਣ ਲੱਗੇ ਬਈ ਹੁਣ 100 ਪੂਰੀਆਂ ਹੋ ਗਈਆਂ ਨੇ। ਭੂਆ ਜੀ ਦਾ ਬਚਨ ਵੀ ਮੰਨਿਆ ਗਿਆ, ਯਾਨੀ ਪੈਂਚਾਂ ਦਾ ਕਿਹਾ ਸਿਰ ਮੱਥੇ, ਪਰ ਨਾਲਾ ਉੱਥੇ ਦਾ ਉੱਥੇ ਰਹੇ। 100 ਗਾਲ ਕੱਢ ਲੀਤੀ। ਸ਼ਿਸ਼ਪਾਲ ਨੇ ਜਦੋਂ 101ਵੀਂ ਗਾਲ ਕੱਢੀ, ਭਗਵਾਨ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਉਹਦਾ ਸਿਰ ਕੱਟ ਦਿੱਤਾ, ਕਿਉਂਕਿ ਚਿੜ ਗਏ ਸਨ, ਖਿਜ ਗਏ ਸਨ। ਪਰ ਨਮਸਤੰਗ ਖਿਜੇ, ਉਹ ਖਿਜਦਾ ਨਹੀਂ ਹੈ। ਲੋਕਾਂ ਨੇ ਪੱਥਰ ਮਾਰੇ, ਦੀਵਾਨਾ ਤੇ ਮਸਤਾਨਾ ਕਿਹਾ, ਕੁਰਾਹੀਆਂ ਕਿਹਾ, ਪਰ ਕਦੇ ਖਿਜ ਆਈ ਸਵਾਲ ਹੀ ਨਹੀਂ। ਨਮਸਤੰਗ ਖਿਜੇ, ਖਿਜਣ ਤੋਂ ਰਹਿਤ, ਚਿੜਨ ਤੋਂ ਰਹਿਤ, ਭਿਜੇ ਕਿਸੇ ਭਿਜਣ ਤੋਂ ਰਹਿਤ। ਐਵੇਂ ਮੋਮੋ ਠਗਣੀਆਂ ਗੱਲਾਂ ਸੁਣ ਕੇ ਕਿਸੇ ਤੇ ਭੇਜਣਾ, ਐਸਾ ਵੀ ਨਹੀਂ। ਕਿਸੇ ਦੇ ਬਨਾਵਟ ਵਿੱਚ ਭੇਜਣ ਤੋਂ, ਪ੍ਰਸੰਨ ਹੋਣ ਤੋਂ ਰਹਿਤ ਤੈਨੂੰ ਨਮਸਕਾਰ ਹੈ। ਸਮਸਤੰ ਪ੍ਰਸਿਜੇ ਤੇ ਸਮਸਤੰ ਪ੍ਰਸਿਜੇ, ਸਮਸਤੰ ਦਾ ਅਰਥ ਹੈ ਸਾਰੇ, ਪ੍ਰਸਿਜੇ ਦਾ ਅਰਥ ਹੈ ਪ੍ਰਸੰਨ ਹੋਣਾ। ਸਾਰਿਆਂ ਤੇ ਪ੍ਰਸੰਨ ਹੋਣ ਵਾਲੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ। ਉਹ ਸਿਰਫ ਅਮੀਰਾਂ ਤੇ ਹੀ ਪ੍ਰਸੰਨ ਨਹੀਂ ਹੁੰਦਾ, ਐਸਾ ਵੀ ਨਹੀਂ ਕਿ ਉਹ ਗਰੀਬਾਂ ਤੇ ਹੀ ਪ੍ਰਸੰਨ ਹੋਵੇ ਤੇ ਫਿਰ ਅਮੀਰਾਂ ਨਾਲ ਨਫ਼ਰਤ ਕਰਨ ਲੱਗ ਪਵੇ, ਕਾਰਲ ਮਾਰਕਸ ਵਾਂਗ ਜਾਂ ਲੈਨਨ ਵਾਂਗ, ਸਟਾਲਨ ਵਾਂਗ, ਹਿਟਲਰ ਦੇ ਵਾਂਗ। ਐਸਾ ਨਹੀਂ। ਸਮਸਤੰ ਪ੍ਰਸਿਜੇ, ਕੋਈ ਭਾਵਨਾ ਨਾਲ ਆਵੇ ਤਾਂ ਉਹ ਸਾਰਿਆਂ ਤੇ ਪ੍ਰਸੰਨ ਹੋਣ ਵਾਲਾ ਹੈ। ਸਾਰਿਆਂ ਤੇ ਪ੍ਰਸੰਨ ਹੋਣ ਵਾਲੇ ਤੈਨੂੰ ਨਮਸਕਾਰ ਹੈ ਜੀ। ਕਿਰਪਾਲੰ ਸਰੂਪੇ, ਹੇ ਕਿਰਪਾਲੂ ਸਰੂਪ ਅਕਾਲ ਪੁਰਖ ਵਾਹਿਗੁਰੂ ਆਪ ਨੂੰ ਨਮਸਕਾਰ ਹੈ। ਕੁਕਰਮੰ ਪ੍ਰਣਾਸੀ, ਕੁਕਰਮੰ ਦਾ ਅਰਥ ਹੈ ਖੋਟੇ ਕਰਮ। ਚਾਹੇ ਰਾਮਾਇਣ ਪੜ੍ਹੀਏ ਤੇ ਉਹਦੇ ਵਿੱਚ ਵੀ ਇਹ ਖਿਆਲ ਆਇਆ ਹੈ, ਜਬ ਜਬ ਹੋਏ ਧਰਮ ਕੀ ਹਾਨੀ, ਬਾਡੇ ਅਸੁਰ ਦੈਤ ਅਭਿਮਾਨੀ, ਤੁਲਸੀ ਰਾਮਾਇਣ। ਤੇ ਚਾਹੇ ਗੀਤਾ ਪੜ੍ਹ ਲਈਏ, ਭਗਵਾਨ ਕ੍ਰਿਸ਼ਨ ਜੀ ਨੇ ਵੀ ਇਹੋ ਹੀ ਵਿਚਾਰ ਕਹੀ, ਯਦਾ ਯਦਾ ਹੀ ਧਰਮਸਯ ਗਲਾਨੀਰ ਭਵਤੀ ਭਾਰਤ। ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਏ, ਮਾੜੇ ਕਰਮ ਕੁਕਰਮ ਜ਼ਿਆਦਾ ਪ੍ਰਚਲਿਤ ਹੁੰਦੇ ਨੇ। ਅਜੇ ਤੇ ਆਪਨੇ ਕੁਛ ਨਹੀਂ ਦੇਖਿਆ। ਯੂਰਪ ਦੀ ਤਹਿਜ਼ੀਬ ਦੇਖ ਕੇ ਸਾਡੇ ਬਜ਼ੁਰਗ ਜਦੋਂ ਆਉਂਦੇ ਨੇ ਪੰਜਾਬ ਤੋਂ ਤਾਂ ਉਹ ਕੰਨਾਂ ਨੂੰ ਹੱਥ ਲਾਉਂਦੇ ਨੇ ਇੱਥੋਂ ਦਾ ਵਾਤਾਵਰਨ ਦੇਖ ਕੇ। ਪਰ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਹੈ ਉਹਦੇ ਮੁਕਾਬਲੇ ਤੇ ਯੂਰਪ ਦੀ ਤਹਿਜ਼ੀਬ ਕੱਖ ਵੀ ਨਹੀਂ। ਅਜੇ ਤੇ ਬਹੁਤ ਕੁਝ ਹੋਣਾ ਹੈ। ਇਬਤ ਤਾਏ ਇਸ਼ਕ ਹੈ, ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਅਜੇ ਤੇ ਬਹੁਤ ਕੁਝ ਹੋਣ ਵਾਲਾ ਹੈ, ਬਹੁਤ ਕੁਝ ਹੋਵੇਗਾ, ਬਹੁਤ ਕੁਝ ਬਣੇਗਾ। ਇਸ ਵਾਸਤੇ ਕੁਕਰਮ ਭਗਵਾਨ ਜੀ ਨੇ ਕਿਹਾ, ਜਦੋਂ ਜਦੋਂ ਸ਼ੁਭ ਕਰਮ ਨਾਸ਼ ਹੁੰਦੇ ਨੇ, ਮਾੜੇ ਕਰਮ ਜ਼ਿਆਦਾ ਲੋਕਾਂ ਦੇ ਅੰਦਰ ਪ੍ਰਵਿਰਤ ਹੁੰਦੇ ਨੇ, ਲੋਕਾਂ ਦੇ ਅੰਦਰ ਜ਼ਿਆਦਾ ਚੱਲਦੇ ਨੇ, ਪ੍ਰਵਿਰਤੀ ਚੱਲਦੀ ਹੈ, ਉਸ ਵਕਤ ਫਿਰ ਅਕਾਲ ਪੁਰਖ ਵਾਹਿਗੁਰੂ ਆਉਂਦਾ ਹੈ। ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਸੀ, ਜਬ ਜਬ ਅਰਿਸ਼ਟ ਹੋਤ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਕਲਕੀ ਅਵਤਾਰ, ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ। ਜਦੋਂ ਦੁਨੀਆ ਤੇ ਮਾੜੇ ਕਰਮ ਪ੍ਰਵਿਰਤ ਹੁੰਦੇ ਨੇ, ਉਦੋਂ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਭੇਜਦਾ ਹੈ ਤਾਂ ਜੋ ਦੁਨੀਆ ਦੇ ਅੰਦਰ ਸ੍ਰੇਸ਼ਟਾਚਾਰ ਪੈਦਾ ਹੋਵੇ, ਚੰਗੇ ਕਰਮ ਲੋਕ ਕਰਨ। ਆ ਗੁਰਦੁਆਰੇ, ਪਵਿੱਤਰ ਗੁਰਧਾਮ, ਮਹਾਂਪੁਰਸ਼ਾਂ ਦੇ ਅਸਥਾਨ, ਮੰਦਰ, ਮਸਜਿਦ, ਇਹ ਚਰਚ, ਇਹ ਸਾਰੇ ਕੇਂਦਰ ਨੇ
ਮਨੁੱਖਤਾ ਨੂੰ ਚੰਗੇ ਕਰਮਾਂ ਦੀ ਪ੍ਰੇਰਨਾ ਦੇਣ ਲਈ ਅਜੇ ਤੇ ਥਾਂ ਥਾਂ ਤੇ ਚਰਚ ਹੈ। ਜਿਸ ਪਾਸੇ ਨਿਕਲੋ ਤੁਹਾਨੂੰ ਚਰਚ ਵਿਖਾਈ ਦੇਵੇਗਾ। ਜੇ ਇਹ ਨਾ ਹੁੰਦੇ ਤਾਂ ਪਤਾ ਨਹੀਂ ਯੂਰਪ ਵਿੱਚ ਹੋਰ ਕੀ ਕੁਝ ਹੁੰਦਾ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਇਹ ਧਰਮ ਦੀ ਚੰਗੇ ਕਰਮਾਂ ਦੀ ਪ੍ਰੇਰਨਾ ਦਿੰਦੇ ਨੇ, ਪਰ ਫਿਰ ਮਨੁੱਖ ਹੋਰ ਪਾਸੇ ਜਾਂਦਾ ਹੈ, ਹੋਰ ਪਾਸੇ ਤੁਰਿਆ ਰਹਿੰਦਾ ਹੈ। ਤੇ ਜੇ ਚੰਗੇ ਕਰਮ ਕਰਨ ਲਈ ਉਹ ਪਾਰ ਬ੍ਰਹਮ ਪਰਮੇਸ਼ਵਰ ਆਪ ਨਾ ਆਵੇ, ਆਪਣੇ ਪਿਆਰਿਆਂ ਨੂੰ ਨਾ ਭੇਜੇ, ਫਿਰ ਤਾਂ ਹੋਰ ਮੁਸ਼ਕਿਲ ਹੋ ਜਾਵੇ। ਇੱਥੇ ਹਜ਼ੂਰ ਫਰਮਾਉਂਦੇ ਨੇ ਕੁਕਰਮੰ ਪ੍ਰਣਾਸੀ। ਕੁਕਰਮੰ ਦਾ ਅਰਥ ਹੈ ਮਾੜੇ ਕਰਮ। ਸੁਕਰਮ ਜਿੱਥੇ ਆਵੇਗਾ ਚੰਗੇ ਕਰਮ ਹੋਵੇਗਾ। ਅਹਿਰਖ ਵਾਦ ਨ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਆਸਾ ਕਬੀਰ ਜੀ। ਸੁਕ੍ਰਿਤ ਦਾ ਅਰਥ ਹੈ ਚੰਗੇ ਕਰਮ, ਤੇ ਕੁਕਰਮ ਦਾ ਅਰਥ ਹੈ ਮਾੜੇ ਕਰਮ। ਕੁਕਰਮੰ ਪ੍ਰਣਾਸੀ, ਮਾੜੇ ਕਰਮਾਂ ਦੇ ਨਾਸ਼ ਕਰਨ ਵਾਲਿਆ, ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ ਜੀ। ਸਦਾ ਸਰਬਦਾ ਰਿਵ ਸਿੰਘ ਨਿਵਾਸੀ। ਸਦਾ ਹੀ ਸਦਾ ਸਰਬਦਾ, ਸਦਾ ਹੀ ਸਾਰਿਆਂ ਦੇ ਤਾਈਂ ਦਿੰਦਾ ਹੈ ਰਿਧੀਆਂ, ਦਿੰਦਾ ਹੈ ਸਿੱਧੀਆਂ ਨਿਧੀਆਂ। ਅਤੁੱਲ ਭੰਡਾਰੇ ਬਖਸ਼ਿਸ਼ ਕਰਦਾ ਹੈ। ਨਿਵਾਸੀ ਹੀ, ਤੇ ਫਿਰ ਸਾਰਿਆਂ ਵਿੱਚ ਨਿਵਾਸ ਕਰਦਾ ਹੈ। ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ। ਤਾਂ ਚੰਦ ਮਿੰਟ ਹੋਰ ਪੜੋ ਜੀ। ਚਰਪਟ ਛੰਦ ਤਵੈ ਪ੍ਰਸਾਦ। ਹਾਂ, ਕਿਉਂਕਿ ਇੱਕ ਇਹ ਤਾਂ ਹੋਰ ਮਹਾਂਪੁਰਸ਼ਾਂ ਦਾ ਪ੍ਰੋਗਰਾਮ ਹੈ। ਇਸ ਵੀਕ ਤੋਂ ਬਾਅਦ ਦੂਸਰਾ ਅੱਗੇ ਵੀ ਪ੍ਰੋਗਰਾਮ ਸਿੰਘਾਂ ਨੇ ਨਿਯਤ ਕੀਤਾ ਹੈ। ਤੇ ਕਈ ਵਾਰੀ ਸੋਚੀਦਾ ਹੈ ਬਈ ਪ੍ਰਬੰਧਕ ਭਾਵੇਂ ਪ੍ਰੋਗਰਾਮ ਕੈਂਸਲ ਕਰ ਦੇਣ, ਪਰ ਜੇ ਕੋਈ ਵਿਦਵਾਨ ਜਾਂ ਕੀਰਤਨੀਆਂ ਗੁਰਮੁਖ ਕੈਂਸਲ ਕਰ ਦੇਵੇ ਤੇ ਫਿਰ ਕਹਿੰਦੇ ਨੇ ਮੁੜ ਨਹੀਂ ਇੱਥੇ ਤੁਹਾਨੂੰ ਆਣ ਦੇਵਾਂਗੇ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਇਸ ਵਾਸਤੇ ਯਤਨ ਕਰੀਏ ਵਿਚਾਰ ਸੰਪੂਰਨ ਹੋ ਸਕੇ। ਅਖਰੀ ਅਰਥ ਬੇਨਤੀ ਕਰ ਰਿਹਾ ਸਾਂ। ਹਜ਼ੂਰ ਅੱਗੇ ਇੱਕ ਹੋਰ ਛੰਦ ਉਚਾਰਨ ਕਰਦੇ ਨੇ, ਚਰਪਟ ਛੰਦ। ਚਰਪਟ ਛੰਦ ਇੱਕ ਛੰਦ ਦਾ ਨਾਮ ਹੈ। ਤਾਂ ਪ੍ਰਸਾਦ ਤੇਰੀ ਕਿਰਪਾਲਤਾ ਕਰਕੇ ਮੈਂ ਚਰਪਟ ਛੰਦ ਉਚਾਰਨ ਕਰਦਾ ਜੀ। ਅੰਮ੍ਰਿਤ ਕਰਮੇ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਜਿਹੜੇ ਕਰਮ ਹਨ ਅੰਮ੍ਰਿਤ ਹਨ। ਤੇਰਾ ਹਰ ਕਰਮ ਅੰਮ੍ਰਿਤ ਹੈ। ਇਸ ਲਈ ਜਿੱਥੇ ਤੇਰਾ ਕਦਮ ਟਿਕ ਜਾਂਦਾ ਹੈ ਉਹ ਥਾਂ ਪੂਜਨੀਕ ਹੋ ਜਾਂਦਾ ਹੈ। ਇਸ ਲਈ ਵੇਦ ਨੇ ਕਿਹਾ ਸੀ ਕਿ ਮਹਾਨ ਆਤਮਾ ਜਿੱਥੇ ਕਦਮ ਰੱਖ ਕੇ ਲੰਘ ਜਾਂਦੀਆਂ ਨੇ ਸਾਗਨ ਛੇਣ ਪੰਥਾ। ਪਿਆਰ ਲੱਖੋ। ਜਿੱਧਰ ਦੀ ਉਹ ਲੰਘ ਜਾਂਦੇ ਨੇ ਉਹ ਦੁਨੀਆ ਦੇ ਲੋਕਾਂ ਵਾਸਤੇ ਪੰਥ ਬਣ ਜਾਂਦਾ ਹੈ, ਰਸਤਾ ਬਣ ਜਾਂਦਾ ਹੈ। ਜਿਨ੍ਹਾਂ ਰਾਹਾਂ ਵਿੱਚ ਦੀ ਦਸ਼ਮੇਸ਼ ਪਿਤਾ ਸਾਰਾ ਕੁਝ ਕੁਰਬਾਨ ਕਰਕੇ ਨੰਗੇ ਪੈਰੀਂ ਗੁਜ਼ਰ ਗਿਆ, ਅੱਜ ਉਹਨੂੰ ਗੋਬਿੰਦ ਮਾਰਗ ਕਿਹਾ ਜਾਂਦਾ ਹੈ। ਪਿਆਰ ਲੱਖੋ। ਗੁਰੂ ਗੋਬਿੰਦ ਸਿੰਘ ਮਾਰਗ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ, ਸਨਮਾਨਿਆ ਜਾਂਦਾ ਹੈ। ਬਸ ਸਿੱਧਾ ਅਨੰਦਪੁਰ ਸਾਹਿਬ ਤੋਂ ਤੁਰ ਪਈਏ, ਉਹਨਾਂ ਚਰਨਾਂ ਦੇ ਨਿਸ਼ਾਨਾਂ ਦੇ ਪਿੱਛੇ ਪਿੱਛੇ ਤੇ ਸੱਚਖੰਡ ਪਹੁੰਚ ਜਾਵਾਂਗੇ। ਪਿਆਰ ਲੱਖੋ। ਹਾਂ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲਾਂ ਦੇ ਨਿਸ਼ਾਨਾਂ ਦੇ ਰਾਹਾਂ ਤੇ ਤੁਰਦਿਆਂ ਤੁਰਦਿਆਂ ਸੱਚਖੰਡ ਪਹੁੰਚ ਜਾਈਦਾ ਹੈ, ਇਵੇਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਿਆਂ ਹੋਇਆਂ ਅਸੀਂ ਉੱਥੇ ਵੀ ਪਹੁੰਚਾਂਗੇ ਜਿੱਥੇ ਸੱਚਖੰਡ ਵਸੈ ਨਿਰੰਕਾਰ। ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਹੈ। ਤੇਰੇ ਕਰਮ ਅੰਮ੍ਰਿਤ ਹਨ ਜੀ। ਅੰਮ੍ਰਿਤ ਧਰਮੇ। ਤੇਰਾ ਜਿਹੜਾ ਧਰਮ ਹੈ ਉਹ ਵੀ ਅੰਮ੍ਰਿਤ ਹੈ। ਤੂੰ ਦੁਨੀਆ ਨੂੰ ਉਹ ਧਰਮ ਦਿੱਤਾ ਜਿਸ ਨੇ ਮਨੁੱਖਤਾ ਨੂੰ ਅਮਰ ਕਰ ਦਿੱਤਾ। ਤੇਰਾ ਧਰਮ ਵੀ ਅੰਮ੍ਰਿਤ ਹੈ। ਜੋ ਇਸ ਨੂੰ ਪ੍ਰਾਪਤ ਕਰ ਲੈਂਦਾ ਹੈ ਉਹ ਅਮਰ ਹੋ ਜਾਂਦਾ ਹੈ। ਅਖਲ ਜੋਗੇ। ਅਖਲ ਦਾ ਅਰਥ ਹੈ ਸਮੂਹ, ਸਾਰਿਆਂ ਵਿੱਚ ਜੁੜਨ ਵਾਲਿਆ ਤੈਨੂੰ ਨਮਸਕਾਰ ਹੈ। ਅਚਲ ਭੋਗੇ। ਹਾਂ, ਅਚਲ ਭੋਗੇ। ਸਾਰੇ ਪਦਾਰਥਾਂ ਨੂੰ ਖਾ ਕੇ ਪੀ ਕੇ ਪਹਿਨ ਕੇ ਫਿਰ ਸਥਿਰ ਅਚਲ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ ਜੀ। ਸਾਡੇ ਵਿਦਵਾਨ ਸੁਧ ਜਬ ਤੇ ਹਮ ਧਰੀ ਬਚਨ ਗੁਰਦੈ ਹਮਾਰੇ ਪੂਤ ਹੈ ਪ੍ਰੰਤੋਹੇ ਪ੍ਰਾਨ ਜਬ ਲਗ ਕੱਢ ਥਾਰੇ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਡਈਓ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀ। ਮੇਰੇ ਬੱਚੇ, ਮੇਰੀਆਂ ਬੱਚੀਆਂ ਆਪਣੇ ਪਤੀ ਤੇ ਆਪਣੇ ਪਤਨੀ ਦੇ ਨਾਲ ਰੱਜ ਕੇ ਪਿਆਰ ਕਰਨ। ਪਰ ਇੱਥੇ ਕੀ ਹੁੰਦਾ ਹੈ, ਸਾਡੀਆਂ ਕੁੜੀਆਂ ਦੇਸ਼ੋਂ ਆ ਕੇ ਇੱਥੇ ਕਿਉਂ ਰੁਲਦੀਆਂ ਨੇ, ਕਿਉਂ ਭੰਬਲ ਭੂਸੇ ਖਾਂਦੀਆਂ ਨੇ, ਅੱਧੀਆਂ ਜਿਉਂਦੀਆਂ ਤੇ ਅੱਧਾ ਮਰਿਆ ਹੋਇਆ ਜੀਵਨ ਕਿਉਂ ਬਸਰ ਕਰਦੀਆਂ ਨੇ? ਉਹਦਾ ਇਹੋ ਹੀ ਕਾਰਨ ਹੈ, ਨਾ ਤਾਂ ਪਤੀ ਨਿਜ ਨਾਰੀ ਦੇ ਸਾਥ ਨਿਹੋ ਕਰਦਾ ਹੈ,
ਔਰ ਨਾ ਇਸਤਰੀ ਹੀ ਆਪਣੇ ਪਤੀ ਨੂੰ ਉਹ ਥਾਂ ਦਿੰਦੀ ਏ ਜੋ ਪਤੀ ਨੂੰ ਦੇਣਾ ਚਾਹੀਦਾ ਹੈ। ਇਸ ਚਰਿਤਰੋ ਪਖਿਆਨ ਨੂੰ ਤਾਂ ਮੰਨਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ, ਤੇ ਬਾਕੀ ਵਾਰੀ ਕਹਿੰਦੇ ਨੇ ਜੀ ਕਿ ਹੋਰ ਕਿਸੇ ਕਵੀ ਦੀ ਲਿਖੀ ਹੋਈ ਹੈ। ਉਹ ਭੁੱਲ ਜਾਂਦੇ ਨੇ ਜਿਹੜੀ ਚੌਪਈ ਨੇ ਸਿੱਖੀ ਦੀ ਰੱਖਿਆ ਕੀਤੀ ਏ ਤੇ ਰੱਖਿਆ ਦਾ ਆਦਰਸ਼ ਅੰਮ੍ਰਿਤ ਦੇ ਬਾਟੇ ਵਿੱਚ ਕਾਇਮ ਕਰ ਦਿੱਤਾ ਹੈ, ਉਹ ਬਾਣੀ ਚੌਪਈ ਸਾਹਿਬ ਚਰਿਤਰੋ ਅਖੀਰਲੇ ਚਰਿਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਪਤੀ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ। ਪਿਆਲਾ ਖੋ ਇਸ ਵਾਸਤੇ ਅਚਲ ਭੋਗੇ ਸਾਰੇ ਹੀ ਪਦਾਰਥਾਂ ਨੂੰ ਪ੍ਰਾਪਤ ਕਰਕੇ ਸदैवी ਸਥਿਰ ਰਹਿਣ ਵਾਲੇ, ਅਚਲ ਰਹਿਣ ਵਾਲੇ ਆਪ ਨੂੰ ਨਮਸਕਾਰ ਹੈ ਜੀ। ਇਤਿਹਾਸਕਾਰਾਂ ਨੇ ਲਿਖਿਆ ਹੈ ਔਰ ਸੰਤ ਕਵੀ ਭਾਈ ਵੀਰ ਸਿੰਘ ਜੀ ਨੇ ਇਸ ਨੂੰ ਹੋਰ ਵਿਸਤਾਰ ਨਾਲ ਲਿਖਿਆ ਹੈ ਕਿ ਜਿਸ ਵੇਲੇ ਦਸ਼ਮੇਸ਼ ਪਿਤਾ ਜੀ ਰਵਾਲ ਸਲ ਤਸ਼ਰੀਫ ਲੈ ਗਏ ਰਾਜਿਆਂ ਨਾਲ ਇਕੱਤਰਤਾ ਕਰਨ ਦੇ ਸੰਬੰਧ ਵਿੱਚ, ਤਾਂ ਰਾਣੀਆਂ ਨੇ, ਸ਼ਹਿਜ਼ਾਦੀਆਂ ਨੇ, ਰਾਜਕੁਮਾਰੀਆਂ ਨੇ ਵੀ ਦਸ਼ਮੇਸ਼ ਪਿਤਾ ਜੀ ਤੋਂ ਆਗਿਆ ਮੰਗੀ ਕਿ ਉਹਨਾਂ ਨੂੰ ਵੀ ਦਰਸ਼ਨ ਦੀਦਾਰ ਦੀ ਆਗਿਆ ਬਖਸ਼ੀ ਜਾਵੇ। ਹਜ਼ੂਰ ਦੀ ਉਮਰ ਉਸ ਵਕਤ ਚੜ੍ਹਦੀ ਜਵਾਨੀ ਦੀ ਉਮਰ ਸੀ, ਅਜੇ ਹਜ਼ੂਰ 20 ਸਾਲਾਂ ਦੀ ਉਮਰ ਤੱਕ ਵੀ ਨਹੀਂ ਸਨ ਪਹੁੰਚੇ। ਵਿਦਵਾਨਾਂ ਨੇ ਲਿਖਿਆ ਹੈ ਜਿਸ ਰਾਜਕੁਮਾਰੀ ਸ਼ਹਿਜ਼ਾਦੀ ਨੇ ਹਜ਼ੂਰ ਦਾ ਦੀਦਾਰ ਕੀਤਾ ਉਹਦੀਆਂ ਅੱਖਾਂ ਨੀਵੀਆਂ ਹੋ ਗਈਆਂ, ਪਰ ਹਜ਼ੂਰ ਨੇ ਜਵਾਬ ਵਿੱਚ ਕਿਹਾ ਤੁਸੀਂ ਮੇਰੀਆਂ ਭੈਣਾਂ ਹੋ, ਤੁਸੀਂ ਮੇਰੀਆਂ ਮਾਤਾਵਾਂ ਹੋ, ਗੁਰੂ ਦੇ ਦਰਸ਼ਨ ਕਰਨ ਵਾਸਤੇ ਆਈਏ ਤੇ ਗੁਰੂ ਦੀ ਭਾਵਨਾ ਨਾਲ ਮੱਥਾ ਟੇਕੀਦਾ ਹੈ, ਮਨ ਵਿੱਚ ਹੋਰ ਖਿਆਲ ਨਹੀਂ ਪੈਦਾ ਕਰੀਦੇ। ਇਹ ਹਜ਼ੂਰ ਦੇ ਬਚਨ ਸੁਣ ਕੇ ਸਭ ਰਾਜਕੁਮਾਰੀਆਂ, ਸ਼ਹਿਜ਼ਾਦੀਆਂ, ਰਾਣੀਆਂ ਨੇ ਹਜ਼ੂਰ ਦੇ ਕਦਮਾਂ ਤੇ ਮੱਥਾ ਟੇਕਿਆ ਤੇ ਖਿਮਾ ਮੰਗੀ ਤੇ ਨਾਲ ਹੀ ਬੇਨਤੀ ਕੀਤੀ ਹਜ਼ੂਰ ਨਜ਼ਰ ਦੀ ਸ਼ਾਂਤੀ ਵੀ ਦਿਓ ਤੇ ਮਨ ਦੀ ਸ਼ਾਂਤੀ ਵੀ ਦਿਓ। ਹੁਣ ਸਾਡੀਆਂ ਅੱਖਾਂ ਦੀ ਸ਼ਾਂਤੀ ਵੀ ਨਹੀਂ, ਕਿਉਂਕਿ 24 ਘੰਟੇ ਤਾਂ ਟੈਲੀਵਿਜ਼ਨ ਦੇਖਣਾ ਹੈ, ਮਨ ਦੀ ਅੱਖਾਂ ਦੀ ਸ਼ਾਂਤੀ ਕਿੱਥੇ ਰਹੇ? ਤੇ ਜੇ ਅੱਖਾਂ ਸ਼ਾਂਤ ਨਾ ਹੋਣ ਜਿਸ ਮਨੁੱਖ ਦੀਆਂ, ਉਹਦਾ ਮਨ ਕਿੱਥੇ ਸ਼ਾਂਤ ਹੋ ਸਕਦਾ ਹੈ? ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਅਚਲ ਭੋਗੇ, ਤਮਾਮ ਪਦਾਰਥਾਂ ਨੂੰ ਭੋਗ ਕੇ ਪ੍ਰਾਪਤ ਕਰਕੇ ਵਿਰਤੀ ਨੂੰ ਅਚਲ ਰੱਖਣ ਵਾਲੇ ਅਚਲ ਸਰੂਪ ਵਾਹਿਗੁਰੂ ਆਪ ਨੂੰ ਨਮਸਕਾਰ ਹੈ। ਅਚਲ ਰਾਜੇ, ਅਚਲ ਰਾਜ ਵਾਲੇ ਆਪ ਨੂੰ ਨਮਸਕਾਰ ਹੈ। ਅਟਲ ਸਾਜੇ, ਤਾਂ ਆਪ ਦਾ ਰਾਜ ਸਾਜ ਦਾ ਧਰਮ ਤੇ ਸਾਜੋ ਸਮਾਨ ਜਿਹੜੇ ਨੇ ਅਟਲ ਸਾਜੋ ਸਮਾਨ ਵਾਲੇ ਅਕਾਲ ਪੁਰਖ ਵਾਹਿਗੁਰੂ ਨਮਸਕਾਰ ਹੈ। ਅਖਲ ਧਰਮੰ, ਅਖਲ ਧਰਮੰ ਸਾਰੇ ਧਰਮ ਤੇਰੇ ਆਪਣੇ ਨੇ, ਧਰਮ ਤਾਂ ਕੋਈ ਵੀ ਐਸਾ ਨਹੀਂ ਜਿਹੜਾ ਬੁਰਾ ਹੋਵੇ। ਉਹ ਇਸ ਨੂੰ ਤਾਂ ਅਸੀਂ ਦੂਸਰੇ ਰੂਪਾਂ ਵਿੱਚ ਵਰਣਨ ਕੀਤਾ ਹੈ। ਇਸਲਾਮ ਦਾ ਉਹ ਧਰਮ ਨਹੀਂ ਜਿਹੜਾ ਜਹਾਂਗੀਰ ਨੇ ਸ਼ੁਰੂ ਕੀਤਾ ਸੀ ਜਾਂ ਔਰੰਗਜ਼ੇਬ ਨੇ ਕਾਇਮ ਕੀਤਾ, ਐਸਾ ਨਹੀਂ ਹੈ। ਇਸਲਾਮ ਵਿੱਚ ਕੋਈ ਐਸੀ ਵਿਚਾਰਾਂ ਨਹੀਂ ਮਿਲਦੀਆਂ। ਤਾਂ ਬੇਨਤੀ ਕਰਾਂਗਾ, ਸਮਾਂ ਨਹੀਂ। ਅਖਲ ਧਰਮੰ ਸਾਰੇ ਧਰਮਾਂ ਦੇ ਵਿੱਚ ਧਰਮ ਰੂਪ ਅਕਾਲ ਪੁਰਖ ਵਾਹਿਗੁਰੂ ਧਰਮਤਤਾ ਦੇਣ ਵਾਲੇ, ਧਰਮਗਤਾ ਦੇਣ ਵਾਲੇ ਨਮਸਕਾਰ ਹੈ। ਅਲਖ ਕਰਮੰ ਦੇਖਣ ਜਾਣਨ ਤੋਂ ਰਹਿਤ ਕਰਮਾਂ ਵਾਲਿਆ ਤੈਨੂੰ ਨਮਸਕਾਰ ਹੈ। ਸਰਵੰ ਦਾਤਾ ਸਾਰਿਆਂ ਦਾ ਦਾਤਾ ਹੈ ਤੂੰ, ਸਰਵੰ ਗਿਆਤਾ ਸਾਰਿਆਂ ਦਾ ਜਾਣੀ ਜਾਣ ਹੈ, ਅੰਤਰਜਾਮੀ ਹੈ, ਜਾਣਨ ਵਾਲਾ ਹੈ। ਸਰਵੰ ਭਾਨੇ ਸਰਵੰ ਭਾਨੇ ਸਾਰਿਆਂ ਦੇ ਮਨ ਦੇ ਹਾਲਾਤ ਤੈਨੂੰ ਭਾਨੇ ਪ੍ਰਤੀਤ ਹੁੰਦੇ ਨੇ, ਸਾਰਿਆਂ ਦੀ ਪ੍ਰਤੀਤੀ ਕਰਨ ਵਾਲਾ ਹੈ। ਸਰਵੰ ਮਾਨੇ ਸਾਰਿਆਂ ਦਾ ਮਾਨਿਕ ਹੈ। ਸਰਵੰ ਪ੍ਰਾਣੰ ਸਾਰਿਆਂ ਦਾ ਪ੍ਰਾਣ ਰੂਪ ਹੈ, ਸਵਾਸ ਰੂਪ ਹੈ। ਸਰਵੰ ਤ੍ਰਾਣੰ ਸਾਰਿਆਂ ਦਾ ਤ੍ਰਾਣੰ ਬਲ ਰੂਪ ਹੈ। ਤੇਰਾ ਦਿੱਤਾ ਹੋਇਆ ਹੱਥਾਂ ਵਿੱਚ ਬਲ ਹੈ, ਪੈਰਾਂ ਵਿੱਚ ਬਲ ਹੈ, ਸਰੀਰ ਵਿੱਚ ਬਲ ਹੈ, ਬੁੱਧੀ ਵਿੱਚ ਬਲ ਹੈ। ਸਰਵੰ ਭੁਗਤਾ ਸਾਰਿਆਂ ਵੱਲੋਂ, ਸਾਰਿਆਂ ਪਿਆਰਿਆਂ ਵੱਲੋਂ ਜੋ ਪਦਾਰਥ ਪਿਆਰ ਨਾਲ, ਸਤਿਕਾਰ ਨਾਲ ਭੇਟ ਕੀਤੇ ਜਾਣ, ਉਹਨਾਂ ਨੂੰ ਭੁਗਤਾ ਭੋਗ ਲਗਾਉਣ ਵਾਲਿਆ, ਭੋਗਣ ਵਾਲਿਆ, ਪ੍ਰਵਾਨ ਕਰਨ ਵਾਲਿਆ ਤੈਨੂੰ ਨਮਸਕਾਰ ਹੈ। ਪਰ ਕੋਈ ਭਾਵਨਾ ਨਾਲ ਅਰਪਣ ਕਰੇ। ਇਹ ਗੁਰੂ ਕਾ ਕੜਾ ਪ੍ਰਸਾਦ ਸਤਿਗੁਰੂ ਪ੍ਰਾਪਤ ਕਰਦੇ ਨੇ, ਪ੍ਰਸਾਦ ਛਕਦੇ ਨੇ, ਪਰ ਜੋ ਇਹਦੀ ਵਿਧੀ ਹੈ ਬਣਾਉਣ ਦੀ, ਜੋ ਇਸ ਦੀ ਮਰਜ਼ਾਦਾ ਹੈ ਬਣਾਉਣ ਦੀ, ਜੇ ਉਸ ਤਰੀਕੇ ਨਾਲ ਬਣਾ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਤਾਂ ਉਹ ਜ਼ਰੂਰ ਪ੍ਰਵਾਨ ਕਰਦੇ ਨੇ। ਤੇ ਜੇ ਜਿਵੇਂ ਹੁਣ ਆਮ ਪ੍ਰਚਲਿਤ ਹੋ ਗਈ ਇਹ ਬਾਤ, ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਗੁਰਦੁਆਰਿਆਂ ਤੋਂ ਬਾਹਰ ਜੋ ਪ੍ਰਸ਼ਾਦ ਬਣਦਾ ਹੈ ਉਹਨੂੰ ਤੁਸੀਂ ਹਲਵਾ ਕਹਿ ਸਕਦੇ ਹੋ। ਪ੍ਰਸਾਦ ਤਾਂ ਉਹਨੂੰ ਹੈ ਬਾਣੀ ਪੜ੍ਹਦਿਆਂ ਇਸ਼ਨਾਨ ਕਰਕੇ ਪਵਿੱਤਰਤਾ ਨਾਲ, ਸੁੱਧਤਾ ਨਾਲ ਬਣਾਇਆ ਜਾਵੇ, ਉਹਨੂੰ ਹਜ਼ੂਰ ਪ੍ਰਵਾਨ ਕਰਨਗੇ। ਸਾਰਿਆਂ ਪਿਆਰਿਆਂ ਵੱਲੋਂ ਪਿਆਰ ਤੇ ਸਤਿਕਾਰ ਦੇ ਨਾਲ ਪਦਾਰਥ ਭੇਟ ਕਰ ਤੋਂ ਭੋਗਣ ਵਾਲੇ, ਪ੍ਰਾਪਤ ਕਰਨ ਵਾਲੇ ਆਪ ਨੂੰ ਨਮਸਕਾਰ ਹੈ।
ਸਰਵੰ ਜੁਗਤਾ ਸਾਰਿਆਂ ਵਿੱਚ ਜੁੜੇ ਹੋਏ ਵਾਹਿਗੁਰੂ ਤੈਨੂੰ ਨਮਸਕਾਰ ਹੈ। ਸਰਵੰ ਦੇਵੰ ਸਾਰਿਆਂ ਦਾ ਤੂੰ ਦੇਵਤਾ ਹੈ, ਦੇਵਤਿਆਂ ਦਾ ਵੀ ਦੇਵ ਹੈ। ਸਰਵੰ ਭੇਵੰ ਸਾਰਿਆਂ ਦੇ ਭੇਦ ਜਾਣਨ ਵਾਲੇ ਹੋ। ਸਰਵੰ ਕਾਲੇ ਸਾਰਿਆਂ ਦਾ ਕਾਲ ਵੀ ਕਰਦੇ ਹੋ। ਜਿਵੇਂ ਇੱਕ ਮਾਂ ਜਾਂ ਇੱਕ ਬਾਪ ਜਦੋਂ ਬੱਚਾ ਗਲਤ ਕੰਮ ਕਰਦਾ ਹੈ ਤਾਂ ਫਿਰ ਉਹ ਉਹਨੂੰ ਸਜ਼ਾ ਵੀ ਦਿੰਦੇ ਨੇ, ਇਉਂ ਜਦੋਂ ਲੋਕ ਧਰਮ ਤੋਂ ਭ੍ਰਿਸ਼ਟ ਹੋ ਜਾਂਦੇ ਨੇ, ਸਾਰਿਆਂ ਦਾ ਕਾਲ ਕਰਨ ਵਾਲਾ ਵੀ ਹੈ। ਸਰਵੰ ਪਾਲੇ ਸਾਰਿਆਂ ਦੀ ਪ੍ਰਤਿਪਾਲਾ ਕਰਨ ਵਾਲਾ ਵੀ ਤੂੰ ਹੈ। ਸਾਰਿਆਂ ਦਾ ਅੰਤ ਕਰਨ ਵਾਲਾ, ਮਿਰਤੂ ਕਾਲ ਕਰਨ ਵਾਲਾ ਵੀ ਤੂੰ ਹੈ। ਸਭਨਾਂ ਦੀ ਪ੍ਰਤਿਪਾਲਾ ਕਰਨ ਵਾਲਾ ਵੀ ਤੂੰ ਹੈ। ਹੇ ਸਰਬ ਰੂਪ ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਮਿਹਰਾਮਤ ਕਰ, ਮੈਂ ਦੇਖ ਸਕਾਂ ਤੇਰੀ ਜਾਗਤ ਜੋਤ ਨੂੰ, ਜੋ ਜ਼ਿਮੀ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾढ़ ਹੈ, ਨਾ ਘਾਟ ਬਾढ़ ਹੋਤ ਹੈ। ਅਕਾਲ ਉਸਰਤ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ। ਆਈਏ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਾਨੂੰ ਵੀ ਉਹਨਾਂ ਦਾ ਜਲਵਾ, ਉਹਨਾਂ ਦਾ ਪਾਵਨ ਪਵਿੱਤਰ ਦੀਦਾਰ ਇਹਨਾਂ ਨੇਤਰਾਂ ਦੁਆਰਾ ਕਰਨ ਦਾ ਸੁਭਾਗ ਪ੍ਰਾਪਤ ਹੋ ਸਕੇ। ਜਿਸ ਪਾਸੇ ਇਹ ਨਜ਼ਰ ਉੱਠੇ, ਜਿਸ ਪਾਸੇ ਨਿਗਾਹਾਂ ਉੱਠਣ, ਜਿਸ ਪਾਸੇ ਇਹ ਨਜ਼ਰਾਂ ਤੱਕਣ, ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰ ਤੋਂ ਬਿਨਾਂ ਸਾਨੂੰ ਹੋਰ ਕੋਈ ਨਜ਼ਰ ਨਾ ਆਵੇ। ਜਾਪ ਸਾਹਿਬ ਸਾਨੂੰ ਇਹੋ ਹੀ ਪ੍ਰੇਰਨਾ ਦਿੰਦਾ ਹੈ। ਜਾਪ ਸਾਹਿਬ ਦਾ ਸਾਨੂੰ ਇਹੋ ਹੀ ਉਪਦੇਸ਼ ਹੈ, ਜਿਸ ਪਾਸੇ ਦੇਖੋ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਨਜ਼ਰ ਆਵੇ, ਉਹਦਾ ਰੂਪ ਸਮਝ ਕੇ ਸਿਰ ਝੁਕ ਜਾਵੇ, ਇਉਂ ਪ੍ਰਣਾਮ ਹੋ ਜਾਵੇ, ਨਮਸਕਾਰ ਹੋ ਜਾਵੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸੰਪੂਰਨ ਸਮਾਪਤ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨਾ ਬਾਬਾ ਜੀ ਵੱਲੋਂ ਹੁਕਮ ਹੋਇਆ ਹੈ। ਅਸਥਾਨ ਦੀ ਸੇਵਾ ਦੇ ਸੰਬੰਧ ਵਿੱਚ ਸੰਗਤ ਨੂੰ ਬੇਨਤੀ ਕਰਿਆ ਕਰੋ। ਤੋਂ ਦਾਸ ਨੇ ਅਰਜ਼ ਕੀਤੀ ਕਿ ਆਪ ਦਾ ਜੀ ਦਾ ਤਾਂ ਇਸ਼ਾਰਾ ਹੀ ਕਾਫੀ ਹੈ। ਆਪ ਜੀ ਦੀਆਂ ਤੇ ਸ਼ੁਭ ਇਛਾਵਾਂ ਹੀ ਬਹੁਤ ਹਨ, ਪਰ ਇਹ ਵੀ ਉਹਨਾਂ ਦੀ ਮਹਾਨਤਾ ਹੈ। ਬਾਕੀ ਤਾਂ ਕਈ ਵਾਰੀ ਚੰਗੇ ਚੰਗੇ ਕਰਮਾਂ ਵਾਸਤੇ ਵੀ ਕੋਈ ਬੇਨਤੀ ਕਰਨੀ ਹੋਵੇ ਤਾਂ ਬੜੀਆਂ ਮੁਸ਼ਕਲਾਤਾਂ ਆਉਂਦੀਆਂ ਨੇ, ਕਠਿਨਾਈਆਂ ਆਉਂਦੀਆਂ ਹਨ, ਕਿਉਂਕਿ ਅਸਾਂ ਇਸ ਕੰਮ ਨੂੰ ਵੀ ਆਪਣਾ ਰੁਜ਼ਗਾਰ ਬਣਾ ਲਿਆ। ਪਿਆਲਾ ਖੋਸ ਕਈ ਵਾਰੀ ਸੋਚੀਦਾ ਹੈ, ਜਿੱਥੇ ਕੌਮ ਦਾ ਖੂਨ ਵੀ ਧੋਖੇ ਨਾਲ ਮੁੱਲ ਵੇਚਿਆ ਜਾਵੇ, ਜਿੱਥੇ ਕੌਮ ਦੀਆਂ ਸ਼ਹਾਦਤਾਂ ਨਾਲ ਵੀ ਧੋਖਾ ਕੀਤਾ ਜਾਵੇ, ਜਿੱਥੇ ਸ਼ਹੀਦਾਂ ਦੇ ਸਿਰਾਂ ਦੇ ਨਾਲ ਵੀ ਧੋਖਾ ਕਰਕੇ ਆਪਣੇ ਨਿੱਜੀ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਉੱਥੇ ਵਾਹਿਗੁਰੂ ਹੀ ਬਖਸ਼ਿਸ਼ ਕਰੇ ਤਾਂ ਇਹ ਕਾਫਲਾ ਅਗਾਂਹ ਵੱਧ ਸਕਦਾ ਹੈ। ਔਰ ਇਹ ਕੁਝ ਅਸੀਂ ਦੇਖਦੇ ਹਾਂ, ਅਸੀਂ ਤੱਕਦੇ ਹਾਂ, ਦੇਖਦੇ ਹਾਂ। ਤੋਂ ਬੇਨਤੀ ਕਰ ਰਹੇ ਸਾਂ ਕਿ ਇਸ ਲਈ ਸਤਿਗੁਰੂ ਬਖਸ਼ਿਸ਼ ਕਰੇ, ਮਿਹਰਾਮਤ ਕਰੇ। ਮਹਾਂਪੁਰਸ਼ਾਂ ਉਹਦੇ ਵਰੋਸਾਇਆ ਹੋਇਆਂ ਦੀਆਂ ਤੇ ਆਪ ਸੰਗਤਾਂ ਦੀਆਂ ਸ਼ੁਭ ਭਾਵਨਾਵਾਂ ਪ੍ਰਾਪਤ ਹੁੰਦੀਆਂ ਰਹਿਣ। ਬਾਕੀ ਇਹ ਸਭ ਕੰਮ ਸਤਿਗੁਰੂ ਦੇ ਨੇ ਔਰ ਉਹ ਆਪ ਕਰਦੇ ਹਨ। ਦੇਖਣ ਦਾ ਮੌਕਾ ਮਿਲਦਾ ਹੈ, ਵਿਚਾਰਨ ਦਾ ਮੌਕਾ ਮਿਲਦਾ ਹੈ। ਦਾਸ ਨੇ ਅਰਜ਼ ਕੀਤੀ ਸੀ ਵੀ ਅਸੀਂ ਲੋਕ ਪਹਾੜੂਆਂ ਵਿੱਚ ਗਿਣੇ ਜਾਂਦੇ ਸਾਂ ਵੀ ਇਹ ਪੜ੍ਹਨ ਵਾਲੇ ਨੇ। ਬਾਬਾ ਨਾਦਰ ਸਿੰਘ ਜੀ, ਜਿਨ੍ਹਾਂ ਨੇ ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਲੰਗਰ ਦੀ ਬੜੀ ਸੇਵਾ ਕੀਤੀ। ਵੱਡਿਆਂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਵੀ, ਔਰ ਹੁਣ ਵੀ ਉਹ ਪੁਰਾਤਨ ਅਸਥਾਨ ਪਿੰਡਰਾਂ ਲੰਗਰ ਦੀ ਸੇਵਾ ਕਰਦੇ ਹਨ। ਹੁਣ ਬਹੁਤ ਬਜ਼ੁਰਗ ਹੋ ਗਏ, ਕੁਛ ਮਹੀਨੇ ਹੋਏ ਮੈਂ ਦਰਸ਼ਨ ਕਰਕੇ ਆਇਆ ਤਾਂ ਇੱਕ ਵਾਰੀ ਮਹਾਰਾਜ ਰੋਡੇ ਪਿੰਡ ਦੀ ਗੱਲ ਹੈ, ਨਿਸ਼ਾਨ ਸਾਹਿਬ ਦੇ ਪਾਸ ਖਲੋਤਿਆਂ ਹੋਇਆਂ ਕਹਿਣ ਲੱਗੇ, ਨਾਦਰ ਸਿੰਘਾ ਤੂੰ ਵੱਡਿਆਂ ਦੇ ਸਮੇਂ ਰਹਿ ਕੇ ਵੀ ਗੁਰਮਤ ਨਹੀਂ ਪੜ੍ਹੀ, ਗੁਰਬਾਣੀ ਨਹੀਂ ਪੜ੍ਹੀ, ਹੁਣ ਵੀ ਨਹੀਂ ਪੜ੍ਹੀ। ਕੁਦਰਤੀ ਮੈਂ ਪਾਸ ਖਲੋਤਾ ਸਾਂ, ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਜੀ ਇਹਨਾਂ ਨੂੰ ਕਿਹਾ ਕਰੋ ਮੇਰੇ ਹਿੱਸੇ ਦਾ ਵੀ ਇਹ ਪੜ੍ਹ ਲਿਆ ਕਰਨ, ਸੇਵਾ ਨੂੰ ਹੱਥ ਨਹੀਂ ਲਾਉਂਦੇ, ਇਹ ਪੜ੍ਹੂ, ਬਸ ਸਾਰਾ ਦਿਨ ਪੜ੍ਹਦੇ ਰਹਿੰਦੇ ਨੇ। ਪਰ ਜਦੋਂ ਅਸਥਾਨ ਦੀ ਸੇਵਾ ਸ਼ੁਰੂ ਕੀਤੀ, ਆਪਣੇ ਉਹੀ ਹਿਸਾਬ ਲਗਾਉਂਦੇ ਸਾਂ, ਕਿਵੇਂ ਬਣੇਗਾ, ਕਿਵੇਂ ਹੋਵੇਗਾ। ਪਰ ਸਤਿਗੁਰੂ ਦੀ ਬਖਸ਼ਿਸ਼ ਮਿਹਰਾਮਤ 1.5 ਸਾਲ ਵਿੱਚ ਇਤਨਾ ਕੁਝ ਬਣਿਆ ਹੈ, ਜਿਸ ਨੂੰ ਦੇਖ ਕੇ ਕਈ ਵਾਰੀ ਸਿੰਘ ਕਹਿੰਦੇ ਨੇ ਵੀ ਇਹ ਤੇ ਕਰਾਮਾਤ ਹੈ। ਤੇ ਦਾਸ ਨੇ ਅਰਜ਼ ਕੀਤੀ ਵੀ ਇਹ ਕਿਰਤ ਕਮਾਈ ਵਾਲਿਆਂ ਦੀ ਕਰਾਮਾਤ ਹੈ, ਕਿਉਂਕਿ ਸਾਡਾ ਇਲਾਕਾ ਗਰੀਬ ਸਿੱਖਾਂ ਦਾ ਇਲਾਕਾ ਹੈ, ਮਿਹਨਤ ਮਜ਼ਦੂਰੀ ਕਿਰਤ ਕਮਾਈ ਕਰਨ ਵਾਲਿਆਂ ਦਾ ਇਲਾਕਾ ਹੈ। ਤਾਂ ਮੈਂ ਕਿਹਾ ਵੀ ਇਹ ਉਹਨਾਂ ਦੀ ਕਰਾਮਾਤ ਹੈ ਜੋ ਭਾਈ ਲਾਲੋ ਵਾਲੀ ਕਿਰਤ ਕਰਦੇ ਨੇ। ਤਾਂ ਜਿੱਥੇ ਸਤਿਗੁਰੂ ਦੇ ਪਿਆਰਿਆਂ ਵਰਸਾਇਆ ਹੋਇਆਂ ਤੇ ਉਹਨਾਂ ਦੀਆਂ ਪਿਆਰੀਆਂ ਸੰਗਤਾਂ ਦਾ ਸਹਿਯੋਗ ਹੋਵੇ, ਸ਼ੁਭ ਭਾਵਨਾਵਾਂ ਹੋਣ,
ਉਹ ਕਾਰਜ ਆਪੇ ਸਫਲ ਹੁੰਦੇ ਨੇ, ਕਿਉਂਕਿ ਉਹ ਕਾਰਜ ਸਤਿਗੁਰੂ ਦੇ ਹੁੰਦੇ ਹਨ। ਫਿਰ ਵੀ ਸੰਗਤਾਂ ਵੱਲੋਂ ਸਹਿਯੋਗ ਮਿਲਦਾ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ।